ਤੋਂ ਪਹਿਲਾਂ ਜਿਹੜੇ ਜ਼ਰੀਆਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਲੋੜ ਹੋਵੇ, ਕਰਾਉਣੀ ਹੋਵੇ ਤਾਂ ਤੁਸੀਂ 408-272-2500 ਤੇ ਕਾਲ ਕਰ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415909-0503 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੈ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਹੋ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 8559052575 ਤੇ ਗੱਲ ਕਰ ਸਕਦੇ ਹੋ। ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਨਾਲ ਤੇ ਉਸ ਤੋਂ ਬਾਅਦ ਤਫਸੀਲ ਦੇ ਨਾਲ ਕਰਾਂਗੇ ਚਰਚਾ। ਸਟੂਡੀਓ ਦਾ ਨੰਬਰ ਹੈ 4082725500। ਇੱਧਰਲੇ ਮੁਲਕ ਦੇ ਵਿੱਚ ਆ ਕੇ ਤੁਸੀਂ ਕੀ ਮਹਿਸੂਸ ਕੀਤਾ ਹੈ? ਅੱਜ ਭਾਰਤ ਤੇ ਅਮਰੀਕਾ ਨੂੰ ਕਿੰਨਾਂ ਚੀਜ਼ਾਂ ਦੇ ਵਿੱਚ ਤੁਸੀਂ ਕੰਪੇਅਰ ਕਰਕੇ ਦੇਖਦੇ ਹੋ? ਆਜ਼ਾਦੀ ਦਾ ਉੱਥੇ ਕੀ ਮਤਲਬ ਹੈ, ਇੱਥੇ ਕੀ ਮਤਲਬ ਹੈ? ਡੈਮੋਕ੍ਰੇਸੀ ਉੱਥੇ ਕੀ ਹੈ, ਇੱਥੇ ਕੀ ਹੈ? ਉੱਥੇ ਜੋ ਇਸ਼ੂਜ਼ ਨੇ, ਇੱਥੇ ਜੋ ਮਸਲੇ ਨੇ, ਇਹਨਾਂ ਮਸਲਿਆਂ ਬਾਬਤ ਤੁਸੀਂ ਬੇਬਾਕੀ ਦੇ ਨਾਲ ਆਪਣੀ ਰਾਏ ਰੱਖ ਸਕਦੇ ਹੋ। ਜੋੜਦੇ ਰਾਜਕਰਨਵੀਰ ਸਿੰਘ ਜੀ ਨੂੰ ਨਾਲ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਮਾਣਯੋਗ ਸਤਿਕਾਰਤ ਸਰੋਤੇ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅਮਰੀਕਾ ਦੇ ਆਜ਼ਾਦੀ ਦੇ 246ਵੇਂ ਜਿਹੜਾ ਆ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। 246 ਵਰੇ ਪਹਿਲਾਂ ਅਮਰੀਕਾ ਨੂੰ ਆਜ਼ਾਦੀ ਮਿਲੀ। 4th of July ਦਾ ਕੌਨਸੈਪਟ ਉਦੋਂ ਦਾ ਜਿਹੜਾ ਚੱਲਦਾ ਆ ਰਿਹਾ। ਬ੍ਰਿਟਿਸ਼ ਸਾਮਰਾਜ ਦੀਆਂ ਭੈੜੀਆਂ ਪਾਲਿਸੀਜ਼ ਤੋਂ ਦੁਖੀ ਆ ਕੇ ਇੱਥੇ ਵਸ ਰਹੇ ਜਿਹੜੇ ਲੋਕ ਆ, ਉਹਨਾਂ ਨੇ ਕਿਹਾ ਵੀ ਨਹੀਂ, ਬਹੁਤ ਹੋ ਗਿਆ ਜੀ। ਤੇ ਉਹਨਾਂ ਨੇ ਫਿਰ ਆਜ਼ਾਦੀ ਜਿਹੜੀ ਆ ਇਹਨਾਂ ਤੋਂ, ਬ੍ਰਿਟਿਸ਼ ਸਾਮਰਾਜ ਤੋਂ ਜਿਹੜੀ ਉਹ ਹਾਸਿਲ ਕੀਤੀ। ਉਸ ਤੋਂ ਬਾਅਦ ਦੇ ਵਿੱਚ ਕਈ ਹੋਰ ਸ਼ਤਾਬਦੀਆਂ ਤਾਈਂ, ਕਈ ਹੋਰ ਦਹਾਕਿਆਂ ਤਾਈਂ ਬ੍ਰਿਟਿਸ਼ ਸਾਮਰਾਜ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਰਿਹਾ। ਪਰ ਹੌਲੀ ਹੌਲੀ ਹੋਰ ਵੀ ਕਈ ਥਾਵਾਂ 'ਤੇ ਜਿਹੜੀਆਂ ਲੋਕਾਂ ਨੂੰ ਆਜ਼ਾਦੀਆਂ, ਮੁਲਕਾਂ ਨੂੰ ਆਜ਼ਾਦੀਆਂ ਜਿਹੜੀਆਂ ਉਹ ਮਿਲਦੀਆਂ ਰਹੀਆਂ। 246 ਸਾਲਾਂ ਤੋਂ ਇਹਨਾਂ ਨੇ ਬ੍ਰਿਟਿਸ਼ ਨੂੰ ਜਿਹੜਾ ਆ ਉਹ ਹੁਣ ਇੱਕ ਹਿਸਾਬ ਦੇ ਨਾਲ ਉਸ ਟਾਈਮ ਦੇ ਉੱਤੇ ਨਕਾਰ ਦਿੱਤਾ। ਗੱਲਾਂ ਕਿੱਥੋਂ ਸ਼ੁਰੂ ਹੋਈਆਂ, ਕਿੱਥੇ ਤੱਕ ਪਹੁੰਚ ਗਿਆ। ਤੇ ਅਮਰੀਕਾ ਇਸ ਟਾਈਮ ਦੁਨੀਆ ਦੇ ਵਿੱਚ ਟੌਪ ਆਫ ਦਾ ਵਰਲਡ ਨੰਬਰ 1 ਮੁਲਕਾਂ ਦੇ ਵਿੱਚੋਂ ਇੱਕ ਜਿਹੜਾ ਉਹ ਗਿਣਿਆ ਜਾਂਦਾ ਆ, ਜਿੱਥੇ ਅਸਲ ਆਜ਼ਾਦੀ ਦੇ ਮਾਇਨੇ ਜਿਹੜੇ ਆ ਲੋਕਾਂ ਨੂੰ ਦੇਖਣ ਨੂੰ, ਮਾਨਣ ਨੂੰ ਜਿਹੜੇ ਆ ਉਹ ਮਿਲਦੇ ਨੇ। ਹਰ ਇੱਕ ਚੀਜ਼ ਦੇ ਪਹਿਲੂ ਦੋ ਹੁੰਦੇ ਨੇ, ਕਿਤੇ ਚੰਗੀਆਂ ਚੀਜ਼ਾਂ, ਕਿਤੇ ਮਾੜੀਆਂ ਚੀਜ਼ਾਂ। ਉਹ ਸਾਰਾ ਕੁਛ ਨਾਲ ਦੇ ਨਾਲ ਹੈਂਡ ਇਨ ਹੈਂਡ ਜਿਹੜਾ ਉਹ ਚੱਲਦਾ ਰਹਿੰਦਾ ਆ। ਪਰ ਓਵਰਆਲ ਅਮਰੀਕਾ ਨੇ ਦੁਨੀਆ ਭਰ ਦੇ ਵਿੱਚ ਮਾਈਨੋਰਟੀਜ਼ ਜਿਨ੍ਹਾਂ ਦੇ ਉੱਤੇ ਧੱਕਾ ਹੋ ਰਿਹਾ, ਧੱਕਾ ਚੱਲ ਰਿਹਾ ਆ, ਉਹਨਾਂ ਨੂੰ ਸ਼ਰਨ ਦਿੱਤੀ। ਉਹਨਾਂ ਨੂੰ ਇੱਥੇ ਆਪਣੇ ਨਵਾਂ ਜੀਵਨ ਤੇ ਉਹਨਾਂ ਦੇ ਲਈ ਜਿਹੜੇ ਪਿੱਛੇ ਰਹਿ ਗਏ ਲੋਕ ਆ, ਉਹਨਾਂ ਦੇ ਲਈ ਲੜਨ ਦੀ ਆਜ਼ਾਦੀ ਜਿਹੜੀ ਉਹ ਦਿੱਤੀ। ਉਹ ਇੱਕ ਸੇਫ ਹੇਵਨ ਜਿਹੜੀ ਆ ਉਹ ਲੋਕਾਂ ਨੂੰ ਇੱਥੇ ਮਿਲੀ ਆ। ਸੋ ਅਮਰੀਕਾ ਦੇ 246ਵੇਂ ਆਜ਼ਾਦੀ ਦਿਹਾੜੇ ਦੀਆਂ ਅਸੀਂ ਸਭਨਾਂ ਨੂੰ ਹੀ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਜੀ ਬਿਲਕੁਲ। ਔਰ ਰਾਜ ਜੀ ਦੇਖੋ, ਅੱਜ ਜਿਹੜਾ ਦਿਨ ਆ ਉਹ ਅਮਰੀਕਾ ਦੇ ਲਈ ਤੇ ਅਮਰੀਕਾ ਦੇ ਵਿੱਚ ਵਸਦੇ ਸਾਰੇ ਭਾਈਚਾਰਿਆਂ ਦੇ ਲਈ ਬੜਾ ਅਹਿਮ ਦਿਨ ਆ, ਬੜਾ ਵੱਡਾ ਦਿਨ ਹੈ। ਅੱਜ ਦੇ ਦਿਨ ਹੀ ਜਿਹੜਾ 1776 ਦੇ ਵਿੱਚ ਅਮਰੀਕਾ ਨੇ ਬ੍ਰਿਟਿਸ਼ ਜੋ ਬਸਤੀਵਾਦ ਸੀਗਾ ਉਹਨੂੰ ਇੱਕ ਤਰੀਕੇ ਨਾਲ ਚੁਣੌਤੀ ਦੇ ਕੇ ਤੇ ਆਪਣਾ ਮੁਲਕ ਜਿਹੜਾ ਸੀ ਉਹ ਆਜ਼ਾਦ ਕਰਾ ਲਿਆ। 200 ਸਾਲ ਤੋਂ ਵੱਧ ਹੋ ਗਿਆ ਇਸ ਟਾਈਮ ਅਮਰੀਕਾ ਜਿਹੜਾ ਇਸ ਵੇਲੇ ਦੁਨੀਆ ਭਰ ਦੇ ਇਸ਼ੂਜ਼ ਨੇ ਜਿਹੜੇ ਅਮਰੀਕਾ ਉਹਨਾਂ ਦੇ ਵਿੱਚ ਝੰਡਾ ਬਰਦਾਰ ਆ। ਬਹੁਤ ਸਾਰੇ ਦੇਸ਼ਾਂ ਦੀ ਪੋਲਿਟਿਕਸ, ਬਹੁਤ ਜੋ ਕੌਮਾਂਤਰੀ ਕੂਟਨੀਤੀ, ਉਹਦੇ ਵਿੱਚ ਅਮਰੀਕਾ ਜਿਹੜਾ ਉਹ ਸਭ ਤੋਂ ਪਹਿਲੇ ਨੰਬਰ ਤੇ ਹੈ। ਸੋ ਇਹਦੇ ਵਿੱਚ ਹੀ ਪਰ ਅੱਜ ਨਾਗਰਿਕਾਂ ਦੇ ਐਂਗਲ ਤੋਂ ਗੱਲ ਕਰਾਂਗੇ ਆਪਾਂ, ਲੋਕਾਂ ਦੇ ਅਖਤਿਆਰਾਂ ਦੇ ਜਿਹੜਾ ਪ੍ਰੋਸਪੈਕਟ ਤੋਂ ਗੱਲ ਕਰਾਂਗੇ। ਕਿਉਂਕਿ ਜਿਸ ਤਰੀਕੇ ਨਾਲ ਆਜ਼ਾਦ ਮੁਲਕ ਬਹੁਤ ਹੋਏ ਨੇ, ਕਹਿਣ ਨੂੰ ਤਾਂ ਪਾਕਿਸਤਾਨ ਵੀ ਆਜ਼ਾਦ ਹੈ, ਹਿੰਦੁਸਤਾਨ ਵੀ ਆਜ਼ਾਦ ਹੈ, ਹੋਰ ਬਥੇਰੇ ਮੁਲਕ ਨੇ ਜਿੱਥੇ ਆਜ਼ਾਦੀ ਕਹੀ, ਆਪਣੇ ਆਪ ਨੂੰ ਸੈਲਫ ਜਿਹੜਾ ਡਿਕਲੇਅਰ ਫਰੀडम ਕਿਹਾ ਜਾਂਦਾ ਵਾ। ਪਰ ਜਿਹੜੇ ਅਧਿਕਾਰ ਨੇ, ਜਿਹੜੇ ਇੱਕ ਇਨਸਾਨ ਦੇ ਅਧਿਕਾਰ ਨੇ, ਕਿ ਉਹ ਸਾਰੇ ਦੇਸ਼ਾਂ ਦੇ ਵਿੱਚ ਵੱਖੋ ਵੱਖਰੇ ਨੇ। ਅੱਜ ਜਦੋਂ ਆਪਾਂ ਖਬਰਾਂ ਕਰ ਰਹੇ ਹਾਂ ਤੇ ਆਪਾਂ ਆਮ ਹੀ ਚਰਚਾ ਕਰਦੇ ਹਾਂ ਕਿ ਟਵਿੱਟਰ ਤੇ ਜਿਹੜਾ ਵਾ ਪਾਬੰਦੀ ਲੱਗ ਜਾਂਦੀ ਆ। ਭਾਈ ਜਿਹੜੇ ਆਪਣੇ ਖਾਲਸਾ ਏਡ ਵਾਲੇ ਨੇ, ਉਹਨਾਂ ਜੀ। ਦੀ ਜਿਹੜਾ ਟਵਿੱਟਰ ਅਕਾਊਂਟ ਆ ਉਹ ਬੰਦ ਹੋ ਜਾਂਦਾ ਵਾ। ਇਸ ਦੇ ਨਾਲ ਹੀ ਇਹ ਤਾਂ ਬਹੁਤ ਛੋਟੀ ਇੱਕ ਘਟਨਾ ਜਿਹੜੀ ਹੁਣ ਲੰਘੇ ਦਿਨਾਂ ਦੇ ਵਿੱਚ ਵਾਪਰੀ, ਇਸ ਤੋਂ ਵੱਡੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਭਾਰਤ ਦੇ ਵਿੱਚ ਹੀ। ਮਿਨੋਰਟੀਜ਼ ਨਾਲ ਕੀ ਕੁਛ ਹੋਇਆ, 84 ਸਿੱਖ ਕਤਲੇਆਮ ਦੇਖ ਲਓ, ਦਰਬਾਰ ਸਾਹਿਬ ਤੇ ਹਮਲਾ ਦੇਖ ਲਓ, ਫਿਰ 2002 ਵਾਪਰਦਾ, ਕਿੰਨਾ ਕੁਛ ਹੀ ਹੁੰਦਾ। ਤਾਂ ਇਸੇ ਦਰਮਿਆਨ ਜਿਹੜੇ ਇੱਥੇ ਲੋਕ ਨੇ, ਉਹਨਾਂ ਨੂੰ ਜਦੋਂ ਇੱਧਰ ਆਏ, ਕਿਉਂਕਿ ਜਦੋਂ ਇਸ ਸਿਸਟਮ ਦੇ ਵਿੱਚ ਆਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਯਾਰ ਵਾਕਈ ਆਜ਼ਾਦੀ ਦੀ ਆ ਅਹਿਮੀਅਤ ਆ। ਕੱਲਾ ਇਹ ਨਹੀਂ ਹੁੰਦਾ ਕਿ 15 ਅਗਸਤ ਤੇ 26 ਜਨਵਰੀ ਮਿਲਾ ਕੇ ਮੁਲਕ ਆਜ਼ਾਦ ਆ। ਜੇਕਰ ਤੁਸੀਂ
ਤੁਹਾਡੇ ਤੇ ਕੋਈ ਤੁਹਾਡੀ ਗਲੀ 'ਚ ਆ ਕੇ 100-200 ਬੰਦਾ ਆ ਕੇ ਕੋਈ 1000 ਬੰਦੇ ਨੂੰ ਚੁਣੌਤੀ ਦੇ ਜਾਵੇ ਔਰ 1000 ਬੰਦੇ ਦਾ ਦੋਸ਼ ਇਹ ਹੋਵੇ ਕਿ ਉਹ ਮਾਈਨੋਰਿਟੀ ਹੋਵੇ, ਇਹਦਾ ਮਤਲਬ ਆਜ਼ਾਦੀ ਨਹੀਂ ਹੁੰਦਾ। ਜਾਂ ਆਏ 5 ਸਾਲਾਂ ਬਾਅਦ ਚੋਣ ਕਰਾ ਕੇ ਕਿਸੇ ਨਾ ਕਿਸੇ ਦੇ ਹੱਕ ਦੇ ਵਿੱਚ ਵੋਟ ਵੋਟ ਭੁਗਤਾ ਕੇ ਆਜ਼ਾਦੀ ਨਹੀਂ ਹੁੰਦਾ। ਆਜ਼ਾਦੀ ਹੁੰਦਾ ਕਿ ਬੰਦਾ ਭਾਵੇਂ ਕਿਤੇ ਵੀ ਖੜਾ ਹੋਵੇ ਆਪਦੇ ਮੁਲਕ ਦੇ ਵਿੱਚ, ਉਹਨੂੰ ਲੱਗੇ ਯਾਰ ਇਹ ਮੁਲਕ ਮੇਰਾ ਵਾ, ਉਹਦੇ 'ਚ ਬੇਗਾਨਗੀ ਦਾ ਭਾਵਨਾ ਨਾ ਹੋਵੇ। ਅੱਜ ਬਹੁਤੇ ਲੋਕ ਸਾਨੂੰ ਕਹਿ ਦਿੰਦੇ ਕਿ ਯਾਰ ਤੁਸੀਂ ਇੰਡੀਆ ਦੇ ਖਿਲਾਫ ਬੋਲਦੇ ਹੋ, ਤੁਸੀਂ ਪੰਜਾਬ ਦੀ ਗੱਲ ਕਰਦੇ ਹੋ, ਤੁਸੀਂ ਪੋਲੀਟੀਕਲ, ਇਹ ਸਾਡੀ ਸਮਝ ਦੀ ਗੱਲ ਆ। ਅਸੀਂ ਪੋਲੀਟੀਕਲ ਸਾਡਾ ਕੀ ਮੋਦੀ ਨਾਲ ਜਾਂ ਕਿਸੇ ਪ੍ਰਕਾਸ਼ ਸਿੰਘ ਬਾਦਲ ਨਾਲ ਜਾਂ ਕੈਪਟਨ ਅਮਰਿੰਦਰ ਨਾਲ ਵੈਰ ਥੋੜ੍ਹੋ ਆ। ਇੱਕ ਵਿਵਸਥਾ ਜਿਹੜੀ ਆ ਲੋਕ ਚੇਂਜ ਕਰਨੀ ਚਾਹੁੰਦੇ ਆ, ਕਿਉਂਕਿ ਬਾਹਰ ਆਏ, ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਨੇ ਸਿਸਟਮ ਨੂੰ ਦੇਖਿਆ ਕਿ ਸਿਸਟਮ ਕੀ ਹੈ ਯਾਰ, ਬੰਦੇ ਦੀ ਆਜ਼ਾਦੀ ਕੀ ਹੈ, ਰਾਈਟ ਟੂ ਸਪੀਚ ਕੀ ਹੈ, ਫਰੀਡਮ ਆਫ ਐਕਸਪ੍ਰੈਸ਼ਨ ਕੀ ਆ। ਜਦੋਂ ਉਹਨਾਂ ਨੇ ਚੀਜ਼ਾਂ ਦੀ ਡੈਫੀਨੇਸ਼ਨ ਜਾਣੀ, ਉਦੋਂ ਉਹਨਾਂ ਨੂੰ ਪਤਾ ਲੱਗਿਆ ਯਾਰ ਅਸੀਂ ਤਾਂ ਨਪੀੜੇ ਪਏ ਆ, ਧੱਕੇ ਨਾਲ ਧੱਕੇ ਦੇ ਧੱਕਾ, ਧੱਕੇ ਦੇ ਧੱਕਾ। ਸਾਡੀ ਤਾਂ ਇੱਕ ਥਾਣੇਦਾਰ ਥਾਣੇ ਦੇ ਵਿੱਚ ਮੁਨਸ਼ੀ ਨਹੀਂ ਗੱਲ ਸੁਣਦਾ, ਹੋਰ ਤਾਂ ਗੱਲਾਂ ਹੀ ਬਹੁਤ ਦੂਰ ਦੀਆਂ। ਸੋ ਉਸ ਤੋਂ ਬਾਅਦ ਫਿਰ ਰਿਅਲਾਈਜ਼ ਹੁੰਦਾ ਵਾ। ਔਰ ਇਹ ਜਿਹੜਾ ਸਿੱਖਣ ਦਾ ਦੌਰ ਹੈ, ਜਿਹੜਾ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਦੌਰ ਹੈ, ਇਹ ਨੀਗਾ ਕਿ ਹੁਣੀ ਹੋਇਆ ਵਾ। ਜਦੋਂ ਇੱਥੋਂ ਲੋਕ ਗਏ ਜੰਗੇ ਆਜ਼ਾਦੀ ਦੇ ਲਈ, ਆਪਾਂ ਦੇਖਿਆ ਔਰ ਸਟੋਕਟਨ ਗੁਰਦੁਆਰਾ ਸਾਹਿਬ ਦੀ ਜਿੱਥੇ ਹਿਸਟਰੀ ਜੀ, ਹਿਸਟਰੀ ਤੇ ਡਾਕੂਮੈਂਟਰੀ ਬਣਾਈ ਆ, ਗਦਰੀ ਬਾਬਿਆਂ ਦਾ ਇਤਿਹਾਸ। ਬਹੁਤ ਸਾਰੇ ਲੋਕ ਸੀ ਜਿਨ੍ਹਾਂ ਦੇ ਵਿੱਚ ਵਲਵਲੇ ਸੀਗੇ, ਉਹਨਾਂ ਨੂੰ ਲੱਗਦਾ ਸੀਗਾ ਕਿ ਯਾਰ ਇੱਥੋਂ ਵਰਗਾ ਸਿਸਟਮ ਹੀ ਉੱਥੇ ਹੋਵੇ। ਤਾਂ ਉਦੋਂ ਫਿਰ ਕੰਪੈਰੀਜ਼ਨ ਜਦੋਂ ਆਊਗਾ, ਤਾਂ ਕੰਪੈਰੀਜ਼ਨ 2 ਲੋਕਾਂ ਦਾ ਨਹੀਂ ਹੋਊਗਾ, ਕੰਪੈਰੀਜ਼ਨ ਵਿਵਸਥਾ ਚਲਾਉਣ ਵਾਲੇ ਬੰਦਿਆਂ ਦਾ ਹੋਊਗਾ। ਯਾਰ ਜੀ, ਇੱਥੇ ਵਿਵਸਥਾ ਆਹ ਵਾ, ਇੱਥੇ ਉਹ ਆ। ਹੁਣ ਉਹ ਕਹਿੰਦੇ ਕਿ ਜੀ ਕਲੇਮ ਆ ਇੰਡੀਆ ਦਾ ਬਹੁਤ ਵੱਡਾ ਕਿ ਅਸੀਂ ਅਮਰੀਕਾ ਤੋਂ ਬਾਅਦ ਦੂਜਾ ਵੱਡਾ ਲੋਕਤੰਤਰ ਆ। ਪਰ ਜਦੋਂ ਤੁਸੀਂ ਕੰਪੈਰੀਜ਼ਨ ਦੇ ਚੌਕਟੇ ਦੇ ਵਿੱਚ ਰੱਖੋਗੇ, ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਸੇਮ ਵਰਗਾਂ ਦੇ ਵਿੱਚ ਰੱਖ ਕੇ ਉਹਨਾਂ ਦੇ ਕੰਪੈਰੀਜ਼ਨ ਕਰਕੇ ਉਹਨਾਂ ਦੇ ਵਿੱਚ ਜਿਹੜਾ ਅੰਤਰ ਵੇਖੋਗੇ, ਡਿਫਰੈਂਸ ਦੇਖੋਗੇ, ਤਾਂ ਤੁਹਾਨੂੰ ਸਹਿਜੇ ਪਤਾ ਲੱਗ ਜੂਗਾ ਕਿ ਯਾਰ ਠੀਕ ਆ, ਆ ਇੱਥੇ ਆਏ ਆ, ਆ ਇੱਥੇ ਆਏ ਆ। ਸੋ ਵਿਅਕਤੀ ਵਿਸ਼ੇਸ਼ ਇੰਡੀਵਿਜੂਅਲ ਨਾਲ ਨਹੀਂ ਹੁੰਦਾ। ਕਦੇ ਵੀ ਜਿਹੜਾ ਕ੍ਰਿਟੀਸਿਜ਼ਮ ਹੁੰਦਾ ਵਾ, ਉਹ ਵਿਵਸਥਾ ਤੇ ਹੁੰਦਾ ਵਾ, ਉਹ ਸਿਸਟਮ ਤੇ ਹੁੰਦਾ ਵਾ। ਕਿ ਆਲੋਚਨਾ ਜਦੋਂ ਹੁੰਦੀ ਹੈ, ਸਿਸਟਮ ਦੇ ਚੌਕਟੇ ਦੀ ਹੁੰਦੀ ਹੈ ਯਾਰ, ਕਿ ਸਿਸਟਮ ਦੇ ਲਈ ਦੂਜੇ ਨੰਬਰ ਦਾ ਸ਼ਹਿਰੀ ਕਿਉਂ? 1 ਨੰਬਰ ਦਾ ਹੀ ਕਿਉਂ ਨਹੀਂ? ਇੱਕ ਬੀਬੀ ਬੋਲ ਕੇ ਟੀਵੀ ਤੇ ਚਲੀ ਜਾਂਦੀ, 2 ਬੰਦਿਆਂ ਦਾ ਸਿਰ ਵੱਢਿਆ ਜਾਂਦਾ, ਤਾਂ ਵਿਵਸਥਾ ਹੀ ਹੈ ਇਹ, ਸਿਸਟਮ ਹੀ ਹੈ ਇਹ। ਇੱਕ ਰਾਜ ਹੱਕ ਮੰਗਦਾ ਵਾ, ਉਹਦੇ ਲੋਕਾਂ ਨੂੰ ਤੁਸੀਂ ਉਹਦੇ ਜਿਹੜਾ ਵਿਸ਼ਵ ਦੇ ਵਿੱਚ ਸਦੀਆਂ ਤੋਂ ਧਾਰਮਿਕ ਅਕਾਦਤ ਵਾਲਾ ਸਥਾਨ ਆ ਜਿਹੜਾ 5ਵੇਂ ਗੁਰੂ ਸਾਹਿਬ ਤੋਂ, ਉੱਥੇ ਤੁਸੀਂ ਹਮਲਾ ਕਰ ਦਿੰਦੇ ਹੋ। ਇਹ ਕੋਈ ਸਿਸਟਮ ਥੋੜ੍ਹਾ ਵਾ। ਇਹ ਵਿਵਸਥਾ ਦਿੱਤੀ ਤੁਸੀਂ 47 ਤੋਂ ਬਾਅਦ ਲੋਕਾਂ ਨੂੰ। ਸੋ ਉਦੋਂ ਪ੍ਰਸ਼ਨ ਖੜੇ ਹੋਣਗੇ। ਜੀ। ਜੀ, ਜੀ। ਬਿਲਕੁਲ ਪ੍ਰਵੀਨ, ਸੋ ਆਪਾਂ ਨਾਲ ਹੀ ਸਰੋਤਿਆਂ ਨੂੰ ਸੱਦਾ ਦਿੰਦੇ ਹਾਂ। ਸਰੋਤਿਓ, ਤੁਸੀਂ ਵੀ ਅਮਰੀਕਾ ਦੇ ਅੱਜ ਦੇ ਇੰਡੀਪੈਂਡੈਂਸ ਡੇ, ਅੱਜ ਦੇ ਇਸ ਆਜ਼ਾਦੀ ਦਿਹਾੜੇ ਦੇ ਉੱਤੇ ਅਮਰੀਕਾ ਦੀ ਤੁਹਾਨੂੰ ਕਿਹੜੀ ਗੱਲ ਚੰਗੀ ਲੱਗਦੀ ਆ ਜਾਂ ਮਾੜੀ ਲੱਗਦੀ ਆ, ਜੋ ਵੀ ਆ, ਦੇਖੋ ਸੁਧਰਨਾ ਸੁਧਾਰਨਾ ਉਹ ਸਾਰਾ ਕੁਛ ਨਾਲ ਮਿਲ ਜੁਲ ਕੇ ਚੱਲਣਾ ਆ। ਜਿਸ ਥਾਂ ਤੋਂ ਜਿੱਦਾਂ ਪ੍ਰਵੀਨ ਹੋਣਾ ਨੇ ਦੱਸਿਆ ਵੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੂੰ ਛੱਡ ਛਡਾ ਕੇ ਇੱਥੇ ਆਪਾਂ ਪਹੁੰਚੇ ਹਾਂ ਇੱਕ ਚੰਗੇ ਜੀਵਨ ਦੇ ਲਈ, ਚੰਗੀਆਂ ਚੀਜ਼ਾਂ ਦੇ ਲਈ, ਚੰਗੇ ਸਿਸਟਮ ਦੇ ਲਈ, ਚੰਗੇ ਇਨਫਰਾਸਟਰਕਚਰ ਢਾਂਚੇ ਦੇ ਲਈ। ਤਾਂ ਤੁਹਾਨੂੰ ਕੀ ਚੰਗਾ ਲੱਗਾ? ਕੀ ਤੁਸੀਂ ਅਮਰੀਕਾ ਦੀ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਦੱਸਣਾ ਚਾਹੁੰਦੇ ਆ, ਕਹਿਣਾ ਚਾਹੁੰਦੇ ਆ, ਕੋਈ ਵਧਾਈ ਦੇਣਾ ਚਾਹੁੰਦੇ ਆ? ਜੇ ਕਿਸੇ ਨੇ ਕਿਸੇ ਪਰੇਡ ਦੇ ਵਿੱਚ ਹਿੱਸਾ ਲਿਆ, ਪਾਰਟੀਸਪੇਟ ਕੀਤਾ, ਉਹ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਆ, ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਨੰਬਰ 408 272 5200 408 272 5200 ਦੇ ਉੱਤੇ ਕਾਲ ਕਰੋ। ਅਮਰੀਕਾ ਵਰਗਾ ਮੁਲਕ, ਪ੍ਰਵੀਨ, 2 ਵਰ੍ਹੇ ਪਹਿਲਾਂ ਜਦ ਪੈਨਡੈਮਿਕ ਨੇ ਸਾਰਿਆਂ ਦਾ ਲੱਕ ਤੋੜਿਆ, ਬਿਜ਼ਨਸਿਸ ਜੀ। ਠੱਪ ਹੋ ਰਹੇ ਸੀ, ਲੋਕਾਂ ਦੀਆਂ ਨੌਕਰੀਆਂ ਗਈਆਂ, ਹੂੰ। ਉਦੋਂ ਇਹਨਾਂ ਨੇ, ਅਮਰੀਕਾ ਵਰਗੇ ਮੁਲਕ ਨੇ ਵੀ ਵੱਡਾ ਦਿਲ ਦਿਖਾਇਆ, ਬਿਜ਼ਨਸਾਂ ਨੂੰ ਮਾਫ਼ ਹੋਣ ਵਾਲੇ ਲੋਨ ਦਿੱਤੇ, ਜੀ। ਮਿਲੀਅਨਸ ਬਿਲੀਅਨਸ ਆਫ ਡਾਲਰ, ਟ੍ਰਿਲੀਅਨਸ ਆਫ ਡਾਲਰ, ਜਿਹੜਾ ਉਹ ਸਟਾਕ ਮਾਰਕੀਟ ਬਚੀ ਰਵੇ ਉਹਦੇ ਲਈ ਇਹਨਾਂ ਨੇ ਬੌਂਡ ਬਾਏ ਕੀਤੇ ਖੁਦ ਸਰਕਾਰਾਂ ਨੇ। ਫਿਰ ਲੋਕਾਂ ਨੂੰ ਜਿਹੜੇ ਆ ਉਹ ਵੀ ਚੈੱਕ ਜਿਹੜੇ ਉਹ ਦਿੱਤੇ ਵੀ, ਆਪਣੇ ਲੋਕਾਂ ਦਾ ਧਿਆਨ ਵੀ ਨਾਲ ਦੇ ਨਾਲ ਰੱਖਦੇ ਆ। ਨੋ ਡਾਊਟ ਨਾਲ ਦੇ ਨਾਲ ਮਾੜੀਆਂ ਚੀਜ਼ਾਂ ਵੀ ਜਿਹੜੀਆਂ ਵਾਪਰੀਆਂ। ਅੱਜ ਜਿੱਦਾਂ ਆਪਾਂ ਇਲੀਨੋਇਸ ਦੇ ਵਿੱਚ ਦੇਖਿਆ ਵੀ ਹਾਈਲੈਂਡ ਪਾਰਕ ਦੇ ਵਿੱਚ 4th ਆਫ ਜੁਲਾਈ ਦੀ ਪਰੇਡ ਦੇ ਦੌਰਾਨ ਇੱਕ ਸਰਫਰੇ ਨੇ ਛੱਤ ਤੋਂ ਗੋਲੀਆਂ ਚਲਾਈਆਂ, ਜਿਸ ਦੇ ਵਿੱਚ ਹੁਣ ਤੱਕ ਲੇਟੈਸਟ ਅਪਡੇਟ ਦੇ ਮੁਤਾਬਕ 6 ਜਾਣੇ ਜਿਹੜੇ ਉਹ ਮਰ ਚੁੱਕੇ ਆ। ਅਜੇ ਉਹ ਬੰਦਾ ਜਿਹੜਾ ਉਹ ਭਗੌੜਾ ਹੈਗਾ ਆ। 24 ਜਾਣੇ ਜਿਹੜੇ ਉਹ 2 ਦਰਜਨ ਜ਼ਖਮੀ ਵੀ ਜਿਹੜੇ ਉਹ ਹੋਏ ਆ। ਇਹ ਨਾਲ ਦੇ ਨਾਲ ਜਿਹੜੇ ਡਿਫਰੈਂਟ ਸ਼ੇਡਸ ਆਫ ਅਮਰੀਕਾ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲਦੇ ਆ। ਪਰ ਅਸੀਂ ਜ਼ਰੂਰ ਆਪਣੇ ਸਰੋਤਿਆਂ ਨੂੰ ਸੱਦਾ ਦਿੰਦੇ ਹਾਂ ਵੀ ਤੁਸੀਂ ਵੀ ਆਪਣੇ ਵਿਚਾਰ ਅਮਰੀਕਾ ਦੀ ਆਜ਼ਾਦੀ ਨੂੰ ਲੈ ਕੇ ਉਹ ਤੁਸੀਂ ਸਾਂਝੇ ਕਰ ਸਕਦੇ ਆ। 408 272 5200 408 272 5200। ਪ੍ਰਵੀਨ, ਜੀ। ਜਦੋਂ ਫਾਊਂਡਿੰਗ ਫਾਦਰਸ ਜਿਨ੍ਹਾਂ ਨੂੰ ਆਖਿਆ ਜਾਂਦਾ ਆ,
ਜਿਨ੍ਹਾਂ ਨੇ ਅਮਰੀਕਾ ਦੀ ਇੱਕ ਹਿਸਾਬ ਦੇ ਨਾਲ ਨੀਂਹ ਰੱਖੀ, ਕਿਉਂਕਿ ਇੱਕ ਟਾਈਮ ਦੇ ਉੱਤੇ ਤਾਂ ਇਹ ਵੀ ਬ੍ਰਿਟਿਸ਼ ਸਾਮਰਾਜ ਦੀ ਉਸਦੀ ਇਹ ਬਸਤੀ ਹੋਈ ਸੀਗੀ। ਉਸ ਟਾਈਮ ਦੇ ਉੱਤੇ ਜਿਹੜੀਆਂ 13 ਕਾਲੋਨੀਜ਼ ਵੱਖ-ਵੱਖ ਜਿਹੜੀਆਂ ਬਸਤੀਆਂ ਸੀਗੀਆਂ ਜੀ, ਬ੍ਰਿਟਿਸ਼ ਸਾਮਰਾਜ ਦੀਆਂ, ਉਹਨਾਂ ਨੇ ਇਕੱਠੇ ਹੋ ਕੇ ਸੈਕਿੰਡ ਕੰਟੀਨੈਂਟਲ ਕਾਂਗਰਸ ਦੇ ਵਿੱਚ ਇਕੱਠੇ ਹੋ ਕੇ ਮਿਲ ਕੇ ਇਹ ਡਿਕਲੇਅਰ ਕਰ ਦਿੱਤਾ ਵੀ ਅਸੀਂ ਜਿਹੜੀਆਂ ਇਹ 13 ਕਾਲੋਨੀਜ਼ ਆ, ਉਹ ਉਸ ਟਾਈਮ ਦੇ ਉੱਤੇ ਜਿਹੜਾ ਰਾਜਾ ਕਿੰਗ ਜਾਰਜ ਦਾ 3rd ਜਿਹੜਾ ਸੀਗਾ, ਵੀ ਅਸੀਂ ਉਸ ਤੋਂ ਵੱਖ ਹਾਂ, ਅਸੀਂ ਆਪਣੀ ਆਜ਼ਾਦੀ ਜਿਹੜੀ ਆ ਉਹ ਘੋਸ਼ਣਾ ਜਿਹੜੀ ਉਹ ਕਰਦੇ ਆ। ਸੋ ਹੁਣ ਦੀ ਜਿਹੜੀ ਇੰਡੀਪੈਂਡੈਂਸ ਡੇ ਉਸ ਟਾਈਮ ਦੇ ਉੱਤੇ ਬਹੁਤ ਜਿਹਨੂੰ ਜੰਗੇ ਆਜ਼ਾਦੀ ਦਾ ਕਹਿ ਸਕਦੇ ਆ ਵੀ ਉਹ ਦੌਰ ਜਿਹੜਾ ਇੱਥੇ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਿਆ, ਉਹ ਜਿਹੜੀਆਂ ਅਮਰੀਕਨ ਰੈਵੋਲਿਊਸ਼ਨ ਜਿਹੜਾ ਉਹ ਆਇਆ ਬ੍ਰਿਟਿਸ਼ ਤੋਂ 13 ਕਾਲੋਨੀਜ਼ ਨੇ ਜਿਹੜੀ ਉਹ ਆਜ਼ਾਦੀ ਲਈ, ਤਾਂ ਅਧਿਕਾਰਤ ਤੌਰ ਦੇ ਉੱਤੇ ਲਿਖ ਕੇ ਜਿਹੜਾ ਇਹ 4 ਜੁਲਾਈ ਨੂੰ ਇਹ ਪੁਸ਼ਟੀ ਜਿਹੜੀ ਹੋਈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਿਹੜੀ ਉਹ ਦਿੱਤੀ ਜਾਂਦੀ ਹੈ। ਇੱਕ ਕਾਗਜ਼ ਦੀ ਉਹ ਜਿਹੜੀ ਉਸ ਟਾਈਮ ਦੇ ਉੱਤੇ ਚਿੱਠੀ ਨੇ ਇਹ ਸਾਰਾ ਕੁਛ ਜਿਹੜਾ ਉਹ ਇੱਥੇ ਤੱਕ ਲੈ ਆਂਦਾ। ਜਿਹੜੀ ਜੁਲਾਈ ਦੀ ਉਦਾਂ 2 ਤਰੀਕ ਸੀਗੀ ਜਦੋਂ ਇਹਨਾਂ ਨੇ ਇਕੱਠੇ ਹੋ ਕੇ ਇਹ ਫੈਸਲਾ ਲਿਆ, ਤੇ 4 ਨੂੰ ਜਿਹੜਾ ਇਹਨਾਂ ਨੇ ਅਪਰੂਵ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਉਸ ਟਾਈਮ ਦੇ ਉੱਤੇ ਜਿਹੜੇ ਫਾਊਂਡਿੰਗ ਫਾਦਰਸ ਨੇ ਇਹ ਨੀਂਹ ਪੱਥਰ ਜਿਹੜਾ ਰੱਖਿਆ। ਕੰਮ ਕਿੱਥੋਂ ਸ਼ੁਰੂ ਹੋਇਆ ਸੀ ਪ੍ਰਵੀਨ? ਇਹੀ ਜਿਹੜੇ ਬ੍ਰਿਟਿਸ਼ ਵਾਲੇ ਸੀਗੇ, ਜਿਹੜੇ ਲੋਕ ਕੰਮ ਕਰਦੇ ਸੀ ਉਹਨਾਂ ਉੱਤੇ ਵਾਧੂ ਚੁੰਗੀ ਲਾਉਣੀ, ਟੈਕਸ ਲੈਣਾ। ਜੇ ਉਹਨਾਂ ਨਾਲ ਦੇ ਨਹੀਂ ਆ, ਦੂਜੇ ਵਾਲੇ ਆ, ਮਤਲਬ ਵੀ ਜੇ ਬ੍ਰਿਟਿਸ਼ ਨਹੀਂ ਸੀਗੇ ਤੇ ਦੂਸਰੇ ਆ ਜਿਹੜੇ ਇੱਥੋਂ ਦੇ ਆ, ਉਹਨਾਂ ਤੋਂ ਵੱਧ ਟੈਕਸ ਬਟੋਰਨਾ, ਉਹਨਾਂ ਨੂੰ ਜ਼ਿਆਦਾ ਤੰਗ ਪਰੇਸ਼ਾਨ ਕਰਨਾ। ਤਾਂ ਅੰਤ ਦੇ ਵਿੱਚ ਹਾਰਿਆਂ ਨੇ ਕਿਹਾ ਵੀ ਨਹੀਂ ਯਾਰ ਬਹੁਤ ਹੋ ਗਿਆ, ਹੁਣ ਅਸੀਂ ਤੁਹਾਡੀ ਅਜਿਹੀ ਜਿਹੜੀ ਰਾਜ ਕਰਨ ਦੀ ਸਮਰੱਥਾ ਆ ਉਸ ਤੋਂ ਅਸੀਂ ਅੱਕੇ ਆ, ਥੱਕੇ ਆ, ਤੇ ਹੁਣ ਸਾਨੂੰ ਜਿਹੜੀ ਇਸ ਚੀਜ਼ ਦੇ ਵਿੱਚ ਆਜ਼ਾਦੀ ਜਿਹੜੀ ਉਹ ਚਾਹੀਦੀ ਆ। ਸੋ 1776 ਦੇ ਵਿੱਚ ਜਾ ਕੇ 4 ਜੁਲਾਈ ਨੂੰ ਫਿਰ ਅਮਰੀਕਾ ਨੇ ਆਪਣੀ ਆਜ਼ਾਦੀ ਦੀ ਜਿਹੜੀ ਘੋਸ਼ਣਾ ਆ ਉਹ ਕਰ ਦਿੱਤੀ। ਇਹ ਨਹੀਂ ਆ ਵੀ ਇਕੱਲੀ ਚਿੱਠੀ ਲਿਖ ਕੇ ਹੀ ਹੋ ਗਿਆ, ਇਸ ਤੋਂ ਪਹਿਲਾਂ ਹਜ਼ਾਰਾਂ ਹੀ ਲੱਖਾਂ ਲੋਕਾਂ ਦਾ ਖੂਨ ਵੀ ਇਸ ਦੇ ਵਿੱਚ ਜਿਹੜਾ ਉਹ ਡੁੱਲਿਆ, ਬਹੁਤ ਕੁਛ ਜਿਹੜਾ ਇਸ ਦੇ ਵਿੱਚ ਵਾਪਰਿਆ। ਤੇ ਫਿਰ ਅਮਰੀਕਨ ਦੀ ਆਜ਼ਾਦੀ ਹੋਣ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਇੰਟਰਨਲ ਰਹਿ ਰਹੀਆਂ ਮਾਈਨੋਰਟੀਜ਼, ਸਲੇਵਰੀ ਜਿਹੜੀ ਉਹ ਸੀਗੀ, ਹੋਰ ਸਾਰੀਆਂ ਚੀਜ਼ਾਂ, ਉਹਨਾਂ ਦੀ ਆਪਣੀ ਆਜ਼ਾਦੀ ਦੀ ਇੱਕ ਵੱਖਰੀ ਗਾਥਾ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਚੱਲੀ। ਅੱਜ ਤੋਂ ਜੇ ਆਪਾਂ ਦੇਖਿਆ ਜਾਵੇ ਤਾਂ 60-70 ਸਾਲ ਪਹਿਲਾਂ ਹੀ ਕਾਲੇ ਮੂਲ ਦੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ, ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ, ਇਹ ਸਾਰੀਆਂ ਚੀਜ਼ਾਂ ਬਹੁਤ ਰੀਸੈਂਟ ਅਮਰੀਕਾ ਦੇ ਜਿਹੜੇ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਮਿਲ ਰਹੀਆਂ ਆ। ਪਰ ਹੁਣ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਸਾਰੇ ਜਣੇ ਮਿਲ ਜੁਲ ਕੇ ਰਹਿਣਾ ਚਾਹੁੰਦੇ ਆ, ਮਿਲ ਜੁਲ ਕੇ ਇਕੱਠਿਆਂ ਆਪਣੇ ਆਪਣੇ ਪਰਿਵਾਰ ਨੂੰ ਅੱਗੇ ਵਧਾਉਣਾ ਚਾਹੁੰਦੇ ਆ, ਖੁਸ਼ਹਾਲ ਜੀਵਨ ਜਿਹੜਾ ਉਹ ਕਰਨਾ ਚਾਹੁੰਦੇ ਆ। ਉਸ ਦੇ ਲਈ ਇਸ ਨੇ ਬਹੁਤ ਜ਼ਿਆਦੀਆਂ ਓਪਰਚੁਨਿਟੀਜ਼, ਮੌਕੇ ਜਿਹੜੇ ਆ ਉਹ ਆਪਾਂ ਨੂੰ ਦਿੱਤੇ ਆ। ਸੋ ਜ਼ਰੂਰ ਸਰੋਤਿਓ, ਤੁਸੀਂ ਵੀ ਆਪਣੇ ਜਿਹੜੀਆਂ ਹੱਡ ਬੀਤੀਆਂ ਅਮਰੀਕਾ ਨੇ ਕਿੱਦਾਂ ਤੁਹਾਨੂੰ ਵਧੀਆ ਜੀਵਨ ਦੇ ਲਈ ਪ੍ਰੇਰਿਆ, ਜਾਂ ਕਿੱਦਾਂ ਵਧੀਆ ਜੀਵਨ ਜਿਉਣ ਦੇ ਵਿੱਚ ਮਦਦ ਕੀਤੀ ਪਰਿਵਾਰਾਂ ਦੇ ਲਈ, ਹੋਰ ਸਾਰੀਆਂ ਚੀਜ਼ਾਂ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਨੰਬਰ 408272 52 100 ਦੇ ਉੱਤੇ। ਹਾਂਜੀ ਬਿਲਕੁਲ ਰਾਜ ਜੀ, ਔਰ ਇਹਦੇ ਤੇ ਆਪਾਂ ਚਰਚਾ ਕਰਦੇ ਚੱਲਾਂਗੇ। ਸਾਡੇ ਨਾਲ ਜਿੰਨੇ ਵੀ ਸਰੋਤੇ ਨੇ, ਦਰਸ਼ਕ ਨੇ, ਉਹ ਜੁੜਨਾ ਚਾਹੁੰਦੇ ਨੇ ਤਾਂ ਉਹ ਜੁੜ ਵੀ ਸਕਦੇ ਨੇ। ਬ੍ਰੇਕ ਦੇ ਲਈ ਰੁਕਣਾ ਹੈ, ਪਰ ਕੁਛ ਕਾਲਾਂ ਜ਼ਰੂਰ ਲਵਾਂਗੇ ਰਾਜ ਜੀ ਇੱਥੇ ਆਪਾਂ, ਤੇ ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਉਸ ਤੋਂ ਬਾਅਦ ਬ੍ਰੇਕ ਦੇ ਬਾਅਦ ਵਧਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਭੁਪਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਦਿਨ ਦੀਆਂ ਆਪ ਨੂੰ ਔਰ ਸਾਰਿਆਂ ਨੂੰ ਬਹੁਤੀਆਂ ਵਧਾਈਆਂ। ਥੈਂਕ ਯੂ ਜੀ, ਤੁਹਾਨੂੰ ਵੀ ਜੀ। ਮੈਂ ਤਾਂ ਕਹਿ ਰਿਹਾ ਸੀ ਕਿ ਜੇ ਕਿਸੇ ਨੇ ਸ਼ੁਰੂਆਤ ਨਹੀਂ ਕੀਤੀ, ਚਲੋ ਮੈਂ ਹੀ ਸ਼ੁਰੂਆਤ ਕਰ ਦਿੰਦੀ ਹਾਂ। ਜੀ ਆਇਆਂ ਨੂੰ ਜੀ, ਜੀ ਧੰਨਵਾਦ ਜੀ। ਹਾਂਜੀ, ਬਾਕੀ ਫਿਰ ਜੀ ਜਿੱਦਾਂ ਮੈਂ ਆਪਣੀ ਗੱਲ ਦੱਸ ਦਿੰਦੀ ਹਾਂ ਕਿ ਅਸੀਂ ਨਾ ਜਦੋਂ ਇੰਡੀਆ 'ਚ ਸੀਗੇ, ਸਾਡੇ ਘਰ ਦੇ ਵਿੱਚ ਏਦਾਂ ਦੀ ਕੋਈ ਪਾਬੰਦੀ ਨਹੀਂ ਸੀ, ਜਾਂ ਨੂੰਹ ਨੂੰ ਜਾਂ ਧੀ ਨੂੰ ਹਨਾ ਫਰਕ ਨਹੀਂ ਸੀ। ਪਰ ਇੱਕ ਚੀਜ਼ ਹਮੇਸ਼ਾ ਹੁੰਦੀ ਸੀ ਕਿ ਜਾਓ ਜਿੱਥੇ ਮਰਜ਼ੀ, ਪਰ ਸ਼ਾਮ ਨੂੰ ਨਾ 4 ਵਜੇ ਤੋਂ ਪਹਿਲਾਂ ਘਰ ਨੂੰ ਆ ਜਾਓ। ਇੱਥੇ ਵੀ ਗੱਲ ਮੈਂ ਇਹ ਦੇਖੀ ਆ ਵੀ ਜਦੋਂ ਅਸੀਂ ਮਾਮਾ ਦੀਆਂ, ਮੇਰੀ ਨਿੱਕੀ ਜਿਹੀ ਬੇਟੀਆਂ ਸੀ, ਡੇਢ ਤੋਂ ਜਾਂਦੀਆਂ ਨਾ, ਰਾਤ ਦੇ ਸਾਨੂੰ 12-1 ਵਜੇ, ਸਾਨੂੰ ਕੋਈ ਫਿਕਰ ਨਹੀਂ ਹੁੰਦਾ ਸੀ, ਆਰਾਮ ਨਾਲ ਮਜ਼ੇ ਨਾਲ ਜਾਂਦੇ ਆ। ਤਾਂ ਆਜ਼ਾਦੀ ਆ, ਕੋਈ ਫਿਕਰ ਨਹੀਂ, ਫਿਕਰ ਚੰਗੇ ਮਾੜੇ ਲੋਕ ਤਾਂ ਹਰ ਥਾਂ ਤੇ ਹੁੰਦੇ ਆ, ਪਰ ਕੋਈ ਇਹ ਨਹੀਂ ਹੈਗਾ ਵੀ ਹਾਂ ਅਸੀਂ ਜਾ ਰਹੇ ਹਾਂ, ਸਾਨੂੰ ਕੀ ਰਸਤੇ 'ਚ ਨਾ ਰੋਕ ਦੇ, ਸਾਨੂੰ ਕੁਛ ਹੈਪਨ ਨਾ ਹੋ ਜਾਏ। ਪਰ ਏਦਾਂ ਦਾ ਨਹੀਂ। ਹੋਰ ਵੀ ਬਹੁਤ ਗੱਲਾਂ ਨੇ, ਜਿੱਦਾਂ ਇਲਾਜ ਕਰਕੇ ਹੋਵੇ, ਚਲੋ ਚਾਹੇ ਕਿਸੇ ਕੋਲੇ ਕੋਈ ਪੈਸਾ ਹੈ ਨਹੀਂ ਹੈਗਾ, ਬੰਦੇ ਨੂੰ ਪਹਿਲਾਂ ਬਚਾਉਂਦੇ ਨੇ, ਬਾਅਦ ਪੈਸਿਆਂ ਦੀ ਗੱਲ ਹੁੰਦੀ ਆ। ਲੈ ਦੇ ਕੇ ਮੇਰੇ ਕੋਲ ਗੱਲ
ਹੂੰ ਹਾਂਜੀ ਇਹੀ ਕਹੂੰਗੀ, ਬਹੁਤੀਆਂ ਬਹੁਤੀਆਂ ਵਧਾਈਆਂ ਫਿਰ ਤੋਂ ਜੀ। ਥੈਂਕ ਜੀ ਯੂ ਬਹੁਤ ਜੀ, ਬਹੁਤ ਬੜੀ ਮਿਹਰਬਾਨੀ ਭੈਣ ਜੀ, ਥੈਂਕ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਜੀ, ਸ਼ੁਰੂਆਤ ਕਰ ਦਿੱਤੀ ਇਹਨਾਂ ਨੇ, ਤੇ ਸਰੋਤੇ ਹੁਣ ਤੁਸੀਂ ਵੀ ਜ਼ਰੂਰ ਕਾਲ ਕਰੋ ਤੇ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ 408 272 ਤੇ 5200 4082725200 ਦੇ ਉੱਤੇ। ਜੀ ਬਿਲਕੁਲ। ਤੇ ਰਾਜ ਜੀ ਹੁਣ ਆਪਾਂ ਇੱਕ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਹਾਂ, ਲਈ। ਬ੍ਰੇਕ ਵੱਲ ਨੂੰ ਤੇ ਵੀ ਵਧਾਂਗੇ, ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਨਾ ਵੀ ਹਾਂਜੀ ਜ਼ਿੰਦਗੀ ਜਿਹੜੀ ਉਹ ਵੱਧ ਜਾਂਦੀ, ਉਸ ਦੇ ਉੱਤੇ ਹੋਰ ਵਾਤਾਵਰਣ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਗੱਲਾਂ ਨੂੰ ਆਪਾਂ ਮੇਲ ਕੇ ਜੋੜ ਕੇ ਸਾਰਾ ਕੁਝ ਹਾਂਜੀ ਜਿਹੜੀਆਂ ਉਹ ਗੱਲਾਂ ਕਰਾਂਗੇ। ਸੁਣਤੇ ਤੁਸੀਂ ਵੀ ਜ਼ਰੂਰ ਆਓ, ਆਜ਼ਾਦੀ ਦੇ ਇਸ ਛੁੱਟੀ ਵਾਲੇ ਦਿਨ ਅਸੀਂ ਤੁਹਾਡੇ ਲਈ ਗੱਲਾਂ ਬਾਤਾਂ ਕਰ ਰਹੇ ਹਾਂ ਤੁਹਾਡੇ ਨਾਲ, ਤੇ ਆਓ ਗੱਲਾਂ ਬਾਤਾਂ ਕਰੀਏ, ਰੌਣਕ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਲੱਗੀ ਰਵੇ ਤੇ ਚੰਗਾ ਲੱਗਦਾ ਹੈ ਸਭ ਨੂੰ। ਤੇ ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਜਿਹੜੀਆਂ ਉਹ ਸ਼ੁਰੂ ਕਰਦੇ ਹਾਂ। ਕਾਲ ਕਰਨ ਦੇ ਲਈ ਨੰਬਰ 408 272 5200। ਮਿਲਦੇ ਬ੍ਰੇਕ ਤੋਂ ਬਾਅਦ 'ਚ। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਸਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਸਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415 909 0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਸਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਸਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇੱਕ ਵਾਰ ਫਿਰ ਤੋਂ ਰਾਜਕਰਮਵੀਰ ਸਿੰਘ ਜੀ ਨੂੰ ਜੋੜਦੇ ਆ ਨਾਲ, ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਵਧਾਂਗੇ ਚਰਚਾ ਵੱਲ ਨੂੰ। ਰਾਜ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਤੁਹਾਡੇ ਵੀ ਵਿਚਾਰਾਂ ਦੀ ਉਡੀਕ ਦੇ ਵਿੱਚ। ਕਾਲ ਕਰਨ ਦੇ ਲਈ ਨੰਬਰ 408 272 5200। ਸੋ ਸਵਾਲ ਸਾਡਾ ਤੁਹਾਡੇ ਸਾਰਿਆਂ ਦੇ ਲਈ ਇਹ ਹੈ ਕਿ ਅਮਰੀਕਾ ਦੇ ਵਿੱਚ ਆ ਕੇ ਆਜ਼ਾਦੀ ਦਾ ਆਨੰਦ ਨਿੱਘ ਜਿਹੜਾ ਤੁਸੀਂ ਮਾਣ ਰਹੇ ਹੋ, ਚੰਗਾ ਲੱਗਾ, ਮਾੜਾ ਲੱਗਾ, ਦੁਖੀ ਤਾਂ ਨਹੀਂ ਮਹਿਸੂਸ ਕਰ ਰਹੇ ਵੀ ਅਮਰੀਕਾ 'ਚ ਕਿਉਂ ਆ ਗਏ, ਵੀ ਉੱਥੇ ਰਹਿੰਦੇ ਤਾਂ ਜਿਹੜੇ ਚੰਗੇ ਸੀ? ਦੇਖੋ, ਜੜ੍ਹਾਂ ਦੇ ਨਾਲੋਂ ਟੁੱਟ ਕੇ ਆਉਣਾ ਹੁੰਦਾ ਤੇ ਔਖਾ ਕੰਮ ਆ। ਚਿੱਤ ਤਾਂ ਜਿਹੜਾ ਆ ਉਹ ਕਰਦਾ ਹੀ ਹੁੰਦਾ ਵੀ ਉੱਥੇ ਜਿਹੜਾ ਉਹ ਪਰਤਿਆ ਜਾਵੇ, ਪਰ ਜਿੱਦਾਂ ਦੇ ਹਾਲਾਤ ਬਣੇ ਪਏ ਆ, ਜਿੱਦਾਂ ਦੇ ਹਾਲਾਤ ਹਨ, ਉਹਨਾਂ ਨੂੰ ਦੇਖਦੇ ਹੋਏ ਲੋਕ ਇੱਧਰਲੇ ਪਾਸੇ ਨੂੰ ਪਲਾਇਨ ਕਰ ਰਹੇ ਆ। ਹੁਣ ਦੇਖੋ, ਚਾਹੇ ਬਹੁਤ ਸਾਰੇ ਲੋਕ ਜਿਹੜੇ ਉਸ ਮੁਲਕ ਦੇ, ਭਾਰਤ ਦੇ ਪੱਖੀ ਕਹਿੰਦੇ ਆ ਵੀ ਨਹੀਂ ਜੀ ਹੁਣ ਤਾਂ ਸਾਰਾ ਕੁਛ ਸਟੇਬਲ ਆ, ਸਾਰਾ ਕੁਛ ਠੀਕ ਆ, ਪਰ ਆਪਾਂ ਕਿਉਂ ਦੇਖ ਰਹੇ ਹਾਂ ਵੀ ਸਾਰੇ ਹੀ ਸੂਬਿਆਂ ਤੋਂ ਲੋਕ ਬਾਹਰ ਨੂੰ ਭੱਜ ਰਹੇ ਆ? ਇਕੱਲੇ ਪੰਜਾਬ ਦੀ ਨਾ ਜੇ ਆਪਾਂ ਗੱਲ ਕਰੀਏ, ਵੀ ਉੱਥੇ ਸਾਰੇ ਪਾਸਿਓਂ ਜਿਹੜਾ ਉਹ ਬਾਹਰ ਭੱਜ ਰਹੇ ਆ। ਮਾਈਨੋਰਟੀਜ਼ ਦੇ ਨਾਲ, ਚਾਹੇ ਉਹ ਸਿੱਖ ਨੇ, ਮੁਸਲਮਾਨ ਨੇ, ਦਲਿਤ ਨੇ, ਕ੍ਰਿਸਚਨ ਨੇ, ਉਹਨਾਂ ਦੇ ਨਾਲ ਉੱਥੇ ਕੀ ਜਿਹੜਾ ਉਹ ਕੁਛ ਚੱਲ ਰਿਹਾ ਹੈਗਾ, ਇੱਕ ਤਾਂ ਧਰਮ ਦੇ ਪੱਖ ਤੋਂ। ਹੁਣ ਪ੍ਰਵੀਨ, ਕਿਸੇ ਨੇ ਅਮਰੀਕਾ ਦੇ ਵਿੱਚ ਕੋਈ ਬਿਜ਼ਨਸ ਖੋਲ੍ਹਣਾ, ਕੁਛ ਕਰਨਾ ਆ, ਉੱਥੇ ਤਾਂ ਰੈੱਡ ਟੇਪ ਨੇ ਮਾਰ ਦਿੱਤਾ ਲੋਕਾਂ ਨੂੰ। ਬਿਜ਼ਨਸ ਨੇ, ਕਿਸੇ ਨੇ ਖੋਲ੍ਹਣ ਦੇ ਲਈ ਇੰਨੇ ਵੱਡੀ ਲੈਣੀ ਵਿੱਚੋਂ ਉਹਨੇ ਆਹ ਕਰਨਾ ਆ, ਉੱਥੋਂ ਆਹ ਰਿਸ਼ਵਤ ਤੁਹਾਨੂੰ ਦੇਣੀ ਪਾਉਣੀ, ਉੱਥੇ ਉਹ ਕਰਾਉਣੀ। ਉੱਥੇ ਤਾਂ ਤੁਹਾਨੂੰ ਸਕੂਟਰ, ਮੋਟਰਸਾਈਕਲ ਦਾ ਲਾਇਸੈਂਸ ਬਣਾਉਣ ਦੇ ਲਈ ਤੁਹਾਨੂੰ ਇੰਨੀ ਰਿਸ਼ਵਤ ਉੱਥੇ ਦੇਣੀ ਪੈ ਕੇ ਚੀਜ਼ ਬਣਦੀ ਆ। ਹੁਣ ਤਾਂ ਮੈਨੂੰ ਪਤਾ ਨਹੀਂ, ਜਿਸ ਟਾਈਮ ਦੇ ਉੱਤੇ ਅਸੀਂ ਬਣਵਾਏ ਸੀ, ਇਸ ਟਾਈਮ ਦੇ ਉੱਤੇ ਜਦੋਂ ਸਾਨੂੰ ਮਿਲਣਾ ਸੀਗਾ, ਉਸ ਟਾਈਮ ਦੇ ਤਾਂ ਇਹੀ ਕੁਛ ਉਹ ਉੱਥੇ ਜਿਹੜਾ ਉਹ ਚੱਲ ਰਿਹਾ ਸੀਗਾ। ਉਹ ਫਿਰ ਇਹੋ ਜਿਹੀਆਂ ਚੀਜ਼ਾਂ ਦੀ ਇੱਥੇ ਪ੍ਰੋਬਲਮ ਨਹੀਂ। ਕਿਸੇ ਨੇ ਬਿਜ਼ਨਸ ਖੋਲ੍ਹਣਾ, ਉਹ ਕਰਨਾ ਆ, ਉਹ ਸਾਰਾ ਕੁਛ ਪਿਆ ਆ। ਜਵਾਬਦੇਹ ਨੇ ਲੋਕ। ਕੱਲ੍ਹ ਨੂੰ ਕੋਈ ਇੱਥੇ ਮਾੜੀ ਮੋਟੀ ਉੱਚੀ ਨੀਵੀਂ ਕੋਈ ਕਰਦਾ ਹੈ, ਕਿਤੇ ਕੋਈ ਧਾਂਦਲੀ ਹੁੰਦੀ, ਕੁਛ ਹੁੰਦਾ ਆ, ਅਗਲੇ ਝੱਟ ਦੇਣੀ ਫੜ ਕੇ ਅੰਦਰ ਕਰਦੇ ਆ, ਤੇ ਨਾਲ ਦੀ ਅੰਦਰ ਦੇਖ ਕੇ ਤੇ ਤੁਹਾਨੂੰ ਇਨਸਾਫ ਜਿਹੜਾ ਹੈ ਉਸ ਚੀਜ਼ ਦੇ ਵਿੱਚ ਮਿਲਦਾ ਆ। ਤੁਹਾਨੂੰ ਦਿੱਕਤ ਆ ਜੇ, ਪੁਲਿਸ ਤੁਹਾਡੀ ਮਦਦ ਦੇ ਲਈ ਜਿਹੜੀ ਉਹ ਆਉਂਦੀ ਆ। ਤੁਹਾਡਾ ਕੁਛ ਨੁਕਸਾਨ ਹੋ ਜਾਵੇ, ਇੰਸ਼ੋਰੈਂਸਾਂ ਦੇ ਧੱਕੇ ਨਹੀਂ ਖਾਣੇ ਪੈਂਦੇ ਤੁਹਾਨੂੰ, ਜਿਹੜੀ ਉਸ ਚੀਜ਼ ਦੇ ਵਿੱਚ ਝੱਟ ਦੇਣੀ, ਜਿਹੜੀ ਕਹਿ ਲਓ ਵੀ ਤੁਹਾਡਾ ਬਾਂਹ ਪੱਲਾ ਫੜਦੇ ਆ। ਕਿਤੇ ਅੱਗ ਲੱਗ ਜੇ, ਕਿਤੇ ਹੜ੍ਹ ਆ ਜੇ, ਕਿਤੇ ਕੁਛ ਆ ਜੇ, ਕੇਂਦਰ ਦੀ ਸਰਕਾਰ ਝੱਟ ਦੇਣੀ ਫੀਮਾ ਦੇ ਵਿੱਚੋਂ ਤੁਹਾਨੂੰ ਡਾਲਰ ਦਿੰਦੀ ਆ ਵੀ ਲਓ ਜੀ, ਆ ਤੁਹਾਡੀ ਮਦਦ ਦੇ ਲਈ ਅਸੀਂ ਸਾਰਾ ਕੁਛ ਕੁਛ ਕਰ ਰਹੇ ਹਾਂ। ਇਹ ਸਾਰੀਆਂ ਚੀਜ਼ਾਂ ਅਮਰੀਕਾ ਦੇ ਇਸ ਸਿਸਟਮ ਨੇ ਆਪਾਂ ਨੂੰ ਜਿਹੜੀਆਂ ਉਹ ਦਿੱਤੀਆਂ, ਤੇ ਜਿਹੜੇ ਇੱਥੇ ਰਹਿ ਜਾਂਦੇ ਆ ਉਹਨਾਂ ਨੂੰ, ਉਹ ਆਦੀ ਹੋ ਜਾਂਦੇ ਆ ਇਸ ਇਨਫਰਾਸਟਰਕਚਰ ਦੇ, ਇਸ ਢਾਂਚੇ ਦੇ, ਇਸ ਸਿਸਟਮ ਦੇ। ਫਿਰ ਜਦੋਂ ਚਾਹੇ ਕੋਈ ਜਾ ਕੇ ਜਾਂਦਾ ਵੀ ਆ, ਮੁੜ ਕੇ ਚਾਹੇ ਕੁਛ ਚਿਰ ਲਈ ਲੈ ਜਾਂਦਾ, ਕੋਈ ਚਾਹੇ ਲੰਮੇ ਸਮੇਂ ਦੇ ਲਈ ਜਾਂਦਾ ਆ, ਉਹਨੂੰ ਇਹ ਸਿਸਟਮ ਜਿਹੜਾ ਉਹ ਫਿਰ ਮੁੜ ਯਾਦ ਜ਼ਰੂਰ ਆਉਂਦਾ ਰਹਿੰਦਾ ਹੈ। ਇਸੇ ਲਈ ਲੋਕ ਇੱਥੇ ਜਿਹੜੇ ਉਹ ਟਿਕੇ ਰਹਿੰਦੇ ਆ ਵੀ ਨਹੀਂ, ਇੱਥੇ ਜੀਵਨ ਆਪਣੇ ਲਈ, ਪਰਿਵਾਰ ਦੇ ਲਈ ਜਿਹੜਾ ਉਹ ਬੈਟਰ ਆ। 12ਵੀਂ ਤਾਈਂ ਤੁਹਾਡੀ ਪੜ੍ਹਾਈ ਫ੍ਰੀ ਆ, ਪਬਲਿਕ ਸਕੂਲ ਆ, ਵਧੀਆ ਅਧਿਆਪਕ ਨੇ, ਵਧੀਆ ਇਨਫਰਾਸਟਰਕਚਰ ਆ, ਸਾਰਾ ਕੁਛ ਤੁਹਾਨੂੰ ਇੱਥੇ ਨਾਲ ਦੇ ਨਾਲ ਮਿਲ ਰਿਹਾ ਹੈਗਾ ਆ। ਹਾਂਜੀ ਬਿਲਕੁਲ ਰਾਜ ਜੀ, ਗੱਲਬਾਤ ਨੂੰ ਅੱਗੇ ਤੋਰਾਂਗੇ। ਹਰਜਿੰਦਰ ਬਰਾੜ ਜੀ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਹਾਂ ਜੀ, ਸਤਿਕਾਰਯੋਗ ਰਾਜਕਰਮਵੀਰ ਜੀ ਤੇ ਪ੍ਰਵੀਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ, ਲੰਮੀ ਉਮਰ ਕਰੇ ਤੁਹਾਡੀ, ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਪੰਜਾਬੀ ਯੂਐਸਏ ਦੇ ਵਿੱਚ ਚੜ੍ਹਦੀ ਕਲਾ ਕਰੇ। ਸਾਰਿਆਂ Thank you. ਦੀ ਆਜ਼ਾਦੀ ਦਿਵਸ ਦੀ, ਫੋਰਸ ਤਰੀਕ ਦੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਸਭ ਸੁਣਨ ਵਾਲਿਆਂ ਨੂੰ, ਜੀ ਆਪਣੇ ਸਾਥੀਆਂ ਨੂੰ ਬਹੁਤ ਬਹੁਤ ਵਧਾਈ ਜੀ, ਸਾਰਿਆਂ ਨੂੰ। ਥੈਂਕ ਯੂ ਜੀ, ਤੁਹਾਨੂੰ ਵੀ ਜੀ। ਤੇ ਬਹੁਤ ਵਧੀਆ ਮੁਲਕ ਹੈ ਜੀ, ਵਧੀਆ। ਇਦੋਂ ਕੀ ਹੋਣਾ ਹੈ, ਜਿਹੜਾ ਬੰਦਾ ਕੰਮ ਕਰਨ ਵਾਲਾ ਚਾਹੀਦਾ, ਸਾਡੀ ਜ਼ਮੀਨ ਵਧੀਆ ਹੋਣੀ ਚਾਹੀਦੀ ਹੈ, ਤੇ ਸਾਰਾ ਕੁਝ ਵਧੀਆ ਹੈ। ਜਿਹੋ ਜਿਹਾ ਕੰਮ ਤੁਸੀਂ ਭਾਲਦੇ ਹੋ, ਉਹ ਜਿਹਾ ਕੰਮ ਹਰੇਕ ਉਮਰ 'ਚ ਮਿਲ ਸਕਦਾ ਹੈ। ਜੋ ਵੀ ਕਰ ਲਓ, ਤੁਹਾਨੂੰ ਤੁਸੀਂ ਕਰਨ ਵਾਲੇ ਬਣੋ ਸਹੀ, ਜੋ ਮਰਜ਼ੀ ਕੰਮ ਵਧਾਉਣ ਵਾਲੇ ਬਣੋ ਸਹੀ, ਜਿੱਥੋਂ ਤੁਸੀਂ ਜਾਣਾ ਚਾਹੁੰਦੇ ਜਾਓ। ਇਦੋਂ ਵਧੀਆ ਮੁਲਕ ਨਹੀਂ ਜੀ ਮਿਲਣਾ। ਸਾਰੇ ਸਭ ਸਹੂਲਤਾਂ ਬਹੁਤ ਵਧੀਆ, ਹਵਾ ਵਧੀਆ, ਖਾਣਾ ਵਧੀਆ, ਸਭ ਵਧੀਆ। ਵੈਸੇ ਪੰਜਾਬੀ ਰੇਡੀਓ ਸਾਰਾ ਵਧੀਆ, ਸਾਡਾ ਤਾਂ ਪੰਜਾਬ ਹੀ ਬਣਿਆ ਪਿਆ ਜੀ। ਇਦੋਂ ਚੰਗਾ ਮੁਲਕ ਕਿੱਥੋਂ ਤੇ ਆਉਣਾ। ਮੈਂ ਗੀਤ ਵੀ ਲਿਖਿਆ ਸੀਗਾ, ਉਹ ਤਾਂ ਮੈਨੂੰ ਨਹੀਂ ਲਿਖਿਆ, ਮੈਂ ਲੈ ਕੇ ਛੱਡ ਦੇਣਾ। ਪਰ ਅਮਰੀਕਾ ਕੀ ਆ ਗਏ, ਅਮਰੀਕਾ ਕੀ ਆ ਕੇ ਖੁਸ਼ਹਾਲੀ ਆ ਗਈ, ਆਲਸ ਮਹਿਸੂਸ। ਅਮਰੀਕਾ ਕੀ ਆ ਕੇ ਖੁਸ਼ਹਾਲੀ ਆ ਗਈ, ਘਰੋਂ ਆਲਸ ਮਹਿਸੂਸੀ, ਡਰਦੀ ਪੱਤੇ ਵਾਹ ਗਈ।
ਘਰੋਂ ਆਸ ਮੌਜੂਦ ਸੀ। ਜੀ ਜੀ ਡਰਦੀ ਪੱਤੇ ਵਾਲਾ ਵੀ ਕੋਈ ਚੀਜ਼ ਕੋਈ ਬਲਾ ਨੇੜੇ ਖੁਸ਼ ਹੀ ਰਹਿੰਦਾ, ਖੁਸ਼ ਪਰਿਵਾਰ ਰਹਿੰਦਾ, ਖੁਸ਼ ਪੰਜਾਬ ਵਾਲੇ ਰਹਿੰਦੇ ਆ, ਖੁਸ਼ ਰਿਸ਼ਤੇਦਾਰ ਰਹਿੰਦੇ ਆ, ਖੁਸ਼ ਬੰਦਾ ਰਹਿੰਦਾ। ਕੰਮ ਮਿਲਦੇ ਤੁਹਾਨੂੰ ਆਮਦਨ ਆਉਣ ਲੱਗ ਜਾਏ, ਸਹੂਲਤਾਂ ਮਿਲਣ ਲੱਗ ਜਾਣ, ਤੰਦਰੁਸਤੀ ਤੁਹਾਡੇ ਨਾਲ ਕੰਮ ਕਰਦੇ ਨੂੰ ਤੰਦਰੁਸਤੀ ਰਹਿੰਦੀ ਹਮੇਸ਼ਾ ਜੋ ਕੰਮ ਕਰਦਾ। ਹਾਂਜੀ, ਬੜਾ ਚੜ੍ਹਦੀ ਗੱਲ ਕਰਕੇ ਮੈਂ ਨੂੰ ਸਾਰਿਆਂ ਨੂੰ ਸੁਣ ਰਿਹਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਮੁਬਾਰਕਾਂ ਜੀ। ਜੀ ਰਾਜੀ ਜੀ ਬਿਲਕੁਲ, ਜਿੱਦਾਂ ਇਹਨਾਂ ਨੇ ਪ੍ਰਵੀਨ ਆਖਿਆ ਵੀ ਹੁਣ ਆਪਾਂ ਉੱਥੇ ਨਾ ਮੁਸ਼ਕਿਲ ਹੁੰਦੀ ਆ, ਉੱਥੇ ਪਾਣੀ ਤੋਂ ਲੈ ਕੇ ਖਾਣੇ ਤੱਕ ਸਭ ਕੁਛ ਜ਼ਹਿਰ ਜਿਹੜਾ ਆ ਉਹ ਪਰੋਸ ਹੁੰਦਾ ਆ। ਉੱਥੇ ਦੁੱਧ ਦਾ ਉਤਪਾਦਨ ਓਨਾ ਨਹੀਂ ਆ ਜਿੰਨੀ ਖਪਤ ਆ। ਸੋ ਓਬਵੀਅਸਲੀ ਉਹਦੇ ਵਿੱਚ ਵਿਚਾਲੇ ਕਿੰਨਾ ਕੁਛ ਧਾਂਦਲੀਆਂ ਜਿਹੜੀਆਂ ਹੁੰਦੀਆਂ, ਜਿਹੜਾ ਵੀ ਕੋਈ ਆਉਂਦਾ ਉਹ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਨੋਟ ਕਰਦਾ ਆ। ਜਦੋਂ ਕੋਈ ਪਹਿਲੀ ਵਾਰੀ ਉਤਰਦਾ ਅਮਰੀਕਾ ਦੇ ਵਿੱਚ, ਤੇ ਉਹਨਾਂ ਨੂੰ ਏਦਾਂ ਲੱਗਦਾ ਵੀ ਰੁੱਖਾਂ ਨੂੰ ਰੋਜ਼ ਪਾਣੀ ਦੇ ਨਾਲ ਧੋਂਦੇ ਆ ਕਿਤੇ। ਉੱਥੇ ਕਿਲੋ ਕਹਿੰਦੇ ਵੀ ਪੱਤੇ ਦੇ ਉੱਤੇ ਮਿੱਟੀ ਜਿਹੜੀ ਉਹ ਝੜੀ ਹੁੰਦੀ ਆ, ਅਸਲੀ ਹਰਾ ਰੰਗ ਪੱਤਿਆਂ ਦਾ ਕਿਤੇ ਘੱਟ ਹੀ ਜਿਹੜਾ ਆ ਦੇਖਣ ਨੂੰ ਮਿਲਦਾ, ਖਾਸ ਕਰਕੇ ਜੇ ਕੋਈ ਸ਼ਹਿਰਾਂ ਦੇ ਇਰਦ ਗਿਰਦ ਜਿਹੜਾ ਉਹ ਰਹਿੰਦਾ ਹੋਵੇ। ਇੱਥੇ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਹਰਿਆਲੀ ਦਾ ਉਸ ਦਾ ਅਹਿਸਾਸ ਸੁੱਖ ਜਿਹੜਾ ਉਹ ਤੁਹਾਨੂੰ ਮਿਲਦਾ ਆ। ਵਾਤਾਵਰਣ, ਹਵਾ ਦਾ ਪ੍ਰਦੂਸ਼ਣ ਦੇ ਉੱਤੇ ਕਿਸ ਲਿਹਾਜ਼ ਦੇ ਨਾਲ ਕਾਬੂ ਜਿਹੜਾ ਉਹ ਰੱਖਿਆ ਹੋਇਆ। ਨੋ ਡਾਊਟ ਖੇਤਰਫਲ ਦੇ ਆਧਾਰ ਦੇ ਵਿੱਚ ਅਮਰੀਕਾ ਬਹੁਤ ਵੱਡਾ ਆ, ਜੇ ਖਾਲੀ ਵੀ ਆ, ਬਹੁਤ ਸਾਰਾ ਕੁਛ ਜਿਹੜਾ ਇਸ ਦੇ ਵਿੱਚ ਉਹ ਖਾਲੀ ਅਜੇ ਪਿਆ ਆ। ਪਰ ਫਿਰ ਵੀ ਉਸ ਦੇ ਬਾਵਜੂਦ ਜਿੱਥੇ ਜੋ ਕੁਛ ਵੀ ਜਿਹੜਾ ਉਹ ਬਣਾ ਰਹੇ ਆ, ਬਣਿਆ ਆ, ਤਾਂ ਉਸ ਸਹੂਲਤ ਨੂੰ ਮੁੱਖ ਰੱਖਦੇ ਹੋਏ ਜਿਹੜਾ ਉਹ ਕੀਤਾ ਜਾ ਰਿਹਾ ਆ। ਪਿਛਲੇ ਕੁਛ ਸਾਲਾਂ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਚੇਂਜਿਸ ਆ ਉਹ ਆਈਆਂ ਆ। ਲੋਕਾਂ ਦੇ ਵਿਚਾਰਾਂ ਦੇ ਵਿੱਚ ਵੀ ਜਿਹੜਾ ਫਰਕ ਆ ਉਹ ਇਸ ਦੇ ਵਿੱਚ ਬਾਬਤ ਪੈ ਰਿਹਾ ਹੈਗਾ ਆ। ਪਰ ਇਵੈਂਚੁਅਲੀ ਜੇ ਨੈਟ ਪ੍ਰੋਫਿਟ ਜਿਹਨੂੰ ਆਖਿਆ ਜਾਂਦਾ ਆ, ਤਾਂ ਉਹਦੇ ਵਿੱਚ ਦੇਖਿਆ ਜਾਵੇ ਤਾਂ ਅਜੇ ਵੀ ਪੋਜ਼ਿਟਿਵ ਹੀ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ। ਜੀ ਪ੍ਰਵੀਨ। ਅੱਜ ਰਾਜੀ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ ਜਸਕਰਨ ਸਿੰਘ ਜੀ, ਤੇ ਨਾਲ ਆਪਾਂ ਦੋ ਸਵਾਲ ਮੇਰਾ ਪੁੱਛਣ ਦਾ ਇਰਾਦਾ ਸੀ ਸਾਡੇ ਸਰੋਤਿਆਂ ਤੋਂ। ਉਹ ਇਹ ਕਿ ਅਮਰੀਕਾ ਚ ਆ ਕੇ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗੀ, ਕਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਯਾਰ ਆਹ ਚੀਜ਼ ਨੇ ਸਾਡੀ ਜ਼ਿੰਦਗੀ ਬਿਹਤਰ ਕਰਤੀ, ਤੇ ਆਹ ਚੀਜ਼ ਜੇ ਆਹ ਇੱਥੇ ਸਿਸਟਮ ਆ ਤੇ ਇਹਨੇ ਤਾਂ ਸਾਡੀ ਜਿਹੜੀ ਆ ਸਾਡੀਆਂ ਤਕਦੀਰਾਂ ਬਦਲ ਕੇ ਰੱਖਤੀਆਂ, ਉਹ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਕਿ ਤੁਹਾਨੂੰ ਇੱਥੇ ਆ ਕੇ ਤੁਹਾਡਾ ਪਰਸਨਲ ਐਕਸਪੀਰੀਅੰਸ ਜਿਹੜਾ ਨਿੱਜੀ ਜਿਹੜਾ ਤਜਰਬਾ ਰਿਹਾ ਉਹ ਤੁਹਾਡਾ ਕਿਹੋ ਜਿਹਾ ਰਿਹਾ। ਸਾਡੇ ਨਾਲ ਜੁੜ ਚੁੱਕੇ ਨੇ ਜਸਕਰਨ ਸਿੰਘ ਜਟਾਣਾ ਜੀ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਦੇ, ਉਸ ਤੋਂ ਬਾਅਦ ਫਿਰ ਚਰਚਾ ਲਗਾਤਾਰ ਚੱਲਦੀ ਰਹੇਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡੇ ਸਾਰੇ ਸਰੋਤਿਆਂ ਤੇ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਧਾਈਆਂ ਜੀ 4 ਜੁਲਾਈ ਦੀਆਂ। ਤੁਹਾਨੂੰ ਵੀ। ਹਾਂਜੀ, ਵਧੀਆ ਪ੍ਰੋਗਰਾਮ ਹੈ। ਤੇ ਬਾਕੀ ਮੈਂ ਪ੍ਰੋਗਰਾਮ ਸੁਣ ਰਿਹਾ ਸੀਗਾ। ਵੈਸੇ ਮੈਨੂੰ ਕਮੈਂਟ ਕਰਨ ਦਾ ਬਹੁਤ ਘੱਟ ਟਾਈਮ ਮਿਲਦਾ। ਆਪਣੇ ਕਹਿੰਦੇ ਹੁੰਦਾ ਜੀ, ਲੱਖ ਪਰਦੇਸੀ ਹੋਈਏ ਆਪਣਾ ਮੁਲਕ ਨਹੀਂ ਭੰਡੀ ਦਾ। ਜੀ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀ ਦਾ। ਹਾਂਜੀ ਹਾਂ, ਤੇ ਵਧੀਆ ਤੁਹਾਡਾ ਮਤਲਬ ਕਿ ਕਮੈਂਟਸ, ਮੈਂ ਸੋਚਦਾ ਕਿ ਕੰਸਟਰਕਟਿਵ ਕਮੈਂਟਸ ਹੋਣੇ ਚਾਹੀਦੇ ਇੰਡੀਆ ਵੱਲ ਵੀ, ਕੋਈ ਚੱਕਰ ਹੀ ਨਹੀਂ। ਹਾਂਜੀ, ਤੇ ਆਪਾਂ ਥੋੜਾ ਜਿਹਾ ਡਿਸਟਰਕਟਿਵ ਤੇ ਨਹੀਂ ਜਾ ਰਹੇ ਜ਼ਿਆਦਾ। ਮੈਨੂੰ ਲੱਗਦਾ ਕਦੇ ਵੀ ਥੋੜਾ ਜਿਹਾ ਆਪਾਂ ਨਹੀਂ, ਉਹ ਏਦਾਂ ਵਾ, ਅਸੀਂ ਪਹਿਲਾਂ ਹੀ ਚਰਚਾ ਕਰਕੇ ਹਟਿਆ। ਉਹ ਏਦਾਂ ਵਾ ਕਿ ਕਈ ਵਾਰੀ ਸਾਨੂੰ ਲੱਗਦਾ ਵੀ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਰ ਰਹੇ ਹਾਂ, ਪਰ ਸਾਡੇ ਜਿਹੜੇ ਯਤਨ ਆ ਉਹ ਵਿਵਸਥਾ ਠੀਕ ਕਰਨ ਨੂੰ। ਠੀਕ ਆ, ਜਿਹੜੇ ਲੀਡ ਕਰ ਰਹੇ ਨੇ ਲੋਕ, ਉਹਨਾਂ ਨੂੰ ਸਵਾਲ ਕੁਐਸਚਨਿੰਗ ਹੋਣੀ ਚਾਹੀਦੀ ਆ। ਪਰ ਜੋ ਚੰਗੀਆਂ ਚੀਜ਼ਾਂ ਨੇ ਉਹ ਵੀ ਨੇ, ਪਰ ਮੋਸਟਲੀ ਲੋਕ ਬੜੇ ਚੰਗੇ ਆ, ਆਪਣੇ ਲੋਕ ਦੇਸ਼ ਨੂੰ ਬੜਾ ਪਿਆਰ ਕਰਦੇ ਆ, ਲੋਕਾਂ ਦੇ ਵਿੱਚ ਉਹਨਾਂ ਹੈ ਨੀਗਾ। ਪਰ ਤੁਸੀਂ ਦੇਖੋ ਵੀ 70-72 ਸਾਲਾਂ ਬਾਅਦ ਜੇ ਕੋਈ ਬੰਦਾ ਆ ਕੇ ਕਹੇ ਜੀ ਮੇਰੀ ਨਾਲੀ ਬਣਾ ਦਿਓ, ਗਲੀ ਬਣਾ ਦਿਓ, ਉੱਥੇ ਤਾਂ ਸਾਨੂੰ ਮਾੜਾ ਜਿਹਾ ਸਵਾਲ ਕਰਨਾ ਪਊਗਾ ਨਾ ਵੀ ਭਾਈ ਸਾਡੇ ਜਵਾਕ ਨੂੰ ਸਕੂਲ ਹੈ ਨਹੀਂ, ਇਹਨੂੰ ਚੰਗੀ ਬੱਸ ਨਹੀਂ ਮਿਲਦੀ, ਇਹਨੂੰ ਇਲਾਜ ਨਹੀਂ ਮਿਲਦਾ। ਆਪਾਂ ਖਬਰਾਂ ਸਾਂਝੀਆਂ ਕਰਦੇ ਹਾਂ, 10-10 ਕਿਲੋਮੀਟਰ ਲੋਕ ਵਿਚਾਰੇ ਹਸਪਤਾਲਾਂ ਚੋਂ, ਸਰਕਾਰੀਆਂ ਚੋਂ ਲਾਸ਼ਾਂ ਮੋਢਿਆਂ ਤੇ ਚੱਕਣ ਦੇ ਲਈ ਮਜਬੂਰ ਨੇ। ਸੋ ਇਹ ਆ, ਸਾਨੂੰ ਇਹ ਨਹੀਂ ਗਾ ਕਿ ਇੰਡੀਆ ਦੇ ਨਕਸ਼ੇ ਨਾਲ ਕੋਈ ਨਫ਼ਰਤ ਆ, ਸਾਨੂੰ ਉੱਥੋਂ ਦੇ ਸਿਸਟਮ ਨਾਲ ਕੋਈ ਨਫ਼ਰਤ ਆ, ਪਰ ਅਸੀਂ ਚਾਹੁੰਦੇ ਹਾਂ ਵੀ ਬਿਹਤਰ ਹੋਵੇ। ਠੀਕ ਆ, ਪੜਾਅ ਨੇ ਜਸਕਰ ਜੀ, ਪੜਾਅ ਨੇ। ਇਹ ਨਹੀਂ ਗਾ ਕਿ ਮਿਡਨਾਈਟ ਸਾਰਾ ਕੁਝ ਚੇਂਜ ਨਹੀਂ ਹੁੰਦਾ। ਇੱਕ ਬੀਜ ਹੈ ਜਿਹੜਾ ਅਗਲੇ ਦਿਨ ਦਰਖਤ ਬਣ ਕੇ ਫਲ ਨਹੀਂ ਦੇ ਸਕਦਾ, ਇਹ ਅਸੀਂ ਸਮਝਦੇ ਹਾਂ। ਪਰ ਜੋ ਡਿਵੈਲਪਮੈਂਟਸ 7 ਦਹਾਕਿਆਂ ਦੇ ਵਿੱਚ ਹੋਣੀਆਂ ਚਾਹੀਦੀਆਂ ਸੀ, ਉਹਨਾਂ ਦੇ ਵਿੱਚ ਅਸੀਂ ਪਿੱਛੇ ਆ ਕਿਤੇ ਨਾ ਕਿਤੇ। ਅੱਜ ਅਸੀਂ ਇੱਥੇ ਆ ਰਹੇ ਹਾਂ, ਸਾਨੂੰ ਇਹ ਸਿਸਟਮ ਵਧੀਆ ਲੱਗਦਾ, ਅਸੀਂ ਇਹਦੀ ਔਨ ਰਿਕਾਰਡ ਸਾਨੂੰ ਕਹਿਣਾ ਪੈਂਦਾ ਕਿ ਇੱਥੇ ਆਹ ਚੀਜ਼ਾਂ ਵਧੀਆ ਨੇ। ਸੋ ਇਹ ਬੜੀ ਲੰਬੀ ਚੌੜੀ ਬਹਿਸ ਆ। ਬਹਿਸ ਨੂੰ ਅਸੀਂ ਇਹ ਨਾ ਕਰੀਏ ਕਿ ਆਹ ਫਲਾਨਾ ਸੈਕਿੰਡ ਆ, B ਗ੍ਰੇਡ ਆ ਤੇ ਉਹ C ਗ੍ਰੇਡ ਆ, ਸਾਰੇ A ਗ੍ਰੇਡ ਨੇ, A+ ਗ੍ਰੇਡ ਨੇ, ਪਰ ਵਿਵਸਥਾ ਸਹੀ ਹੋਣੀ ਚਾਹੀਦੀ ਹੈ।
ਮੈਂ ਉਹੀ ਤੁਹਾਨੂੰ ਥੋੜਾ ਜਿਹਾ ਇੰਟਰਪਟ ਕਰਕੇ ਕਹਿਣਾ ਚਾਹੁੰਦਾ ਸੀਗਾ ਵੀ ਜਿਹੜਾ ਮਤਲਬ ਕਿ ਤੁਸੀਂ ਆਹ ਗੱਲ ਕੀਤੀ ਵੀ ਜਿਹੜੀ ਆਪਣੀ ਕੰਸਟਰਕਸ਼ਨ ਦੇ ਬਾਰੇ ਤੁਸੀਂ ਕਿਹਾ ਵੀ ਕੰਸਟਰਕਟਿਵ ਹੈਗੇ ਇਹਦੇ ਚ ਆਪਣਾ ਵੀ ਮੈਨੂੰ ਲੱਗਦਾ ਕਿ ਚਲੋ ਹੋ ਸਕਦਾ ਮੈਂ ਜ਼ਿਆਦਾ ਮਤਲਬ ਕਿ ਐਕਸਪਰਟ ਬੜੀ ਬ੍ਰੌਡ ਬਹਿਸ ਹੈ ਜੀ, ਬੜੀ ਬ੍ਰੌਡ। ਹਾਂਜੀ ਉਹਦੇ ਵਿੱਚ ਕੁਝ ਆਪਣੇ ਲੋਕਾਂ ਦੀਆਂ ਵੀ ਕਮੀਆਂ ਹੈਗੀਆਂ ਜੀ ਡਿਵੈਲਪਮੈਂਟ ਦੇ ਵਿੱਚ। ਜਿੱਦਾਂ ਹੁਣ ਛੋਟੇ ਜਿਹੇ ਚਲੋ ਪਿੰਡ ਦੀ ਐਗਜ਼ਾਮਪਲ ਲੈ ਲੈਂਦੇ ਹਾਂ ਆਪਾਂ ਇੱਕ, ਉਹਦੇ ਵਿੱਚ ਚਲੋ ਆਪਾਂ ਨੂੰ ਸਾਰਾ ਕੁਝ ਬਜਟ ਵੀ ਆਉਂਦਾ ਜੀ, ਪੈਸੇ ਵੀ ਆਉਂਦੇ ਹੈਗੇ। ਕਈ ਵਾਰੀ ਆਪਣੇ ਮਤਲਬ ਕਿ ਪਿੰਡ ਦੇ ਵਿੱਚ ਧੜੇਬਾਜ਼ੀਆਂ ਆਉਂਦੀਆਂ ਜੀ, ਉਹ ਵੀ ਪੱਕੀ ਕਰਨੀ ਹੈ ਜੀ, ਸਾਰਾ ਕੁਝ ਪੱਕਾ ਕਰਨਾ ਜੀ, ਉਹਦੇ 'ਚ ਤੁਹਾਡਾ ਲੈਵਲ ਹੀ ਹੈ ਨੀਗਾ। ਮੁੜ ਕੇ ਜਦੋਂ ਮੀਂਹ ਹੁੰਦਾ ਜੀ, ਮੀਂਹ ਪੈਂਦਾ, ਪਾਣੀ ਪੈਂਦਾ, ਉਹ ਤੁਹਾਡਾ ਮਤਲਬ ਕਿ ਇੰਬੈਲੈਂਸ ਹੁੰਦਾ ਪੂਰਾ ਲੈਵਲ। ਤੁਹਾਡਾ ਪੈਸਾ ਵੀ ਖਰਚ ਹੋਇਆ ਉੱਥੇ, ਗਲੀ ਵੀ ਪੱਕੀ ਹੋਈ ਹੈ, ਬਟ ਉਹਦਾ ਜਿਹੜਾ ਪਾਣੀ ਹੈਗਾ ਉਹਦੀ ਨਿਕਾਸੀ ਹੈ ਨਹੀਂ ਗੀ। ਉਹਦੇ 'ਚ ਫਿਰ ਤੁਸੀਂ ਸਰਕਾਰਾਂ ਨੂੰ ਜਵਾਬ ਦੇ ਕਰੋਗੇ? ਨਹੀਂ, ਬਿਲਕੁਲ ਉਹਦੇ 'ਚ ਲੋਕ ਹੋ ਸਕਦਾ ਜਟਾਣਾ ਜੀ, ਪਰ ਦੂਜੀ ਗੱਲ ਇਹ, ਜੇ ਤੁਸੀਂ ਹੋਟਲ ਕਾਮਯਾਬ ਕਰ ਲਿਆ ਉਹਦੇ 'ਚ ਤਾਂ ਹਿੱਸਾ ਪੱਤੀ ਨਹੀਂ ਨਾ ਮੰਗਣਾ ਚਾਹੀਦਾ। ਜੇ ਤੁਸੀਂ ਭੱਠਾ ਲਾ ਲਿਆ ਤਾਂ ਤੁਹਾਡਾ ਕੋਈ ਗੁਨਾਹ ਥੋੜਾ ਭੱਠਾ ਲਾ ਕੇ ਤੁਸੀਂ ਕੰਮ ਕੀਤਾ ਵਾ। ਜੇ ਉਹਦੇ 'ਚੋਂ ਹਿੱਸਾ ਪੱਤੀ ਮੰਗਣ ਲੱਗ ਪੈਣ ਫਿਰ ਉੱਥੇ ਤੁਹਾਨੂੰ ਕੀ ਕਰੋਗੇ ਤੁਸੀਂ? ਨਹੀਂ ਬਿਲਕੁਲ ਜੀ, ਇੱਥੇ ਥੈਂਕ ਯੂ ਇਹਨਾਂ ਦੀ ਕਾਲ ਦੇ ਲਈ, ਬਹੁਤ ਸ਼ੁਕਰੀਆ। ਪਰ ਬਹੁਤ ਵਧੀਆ ਪ੍ਰੋਗਰਾਮ ਹੈ। ਤੇ ਮੈਂ ਇੱਕ ਥੋੜੀ ਹੋਰ ਗੱਲ ਕਰਨੀ ਸੀ ਆਪਣਾ ਰਾਜਕਰਨ ਜੀ ਨਾਲ। ਜਿਹੜਾ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਆਪਣਾ ਖੇਤੀਬਾੜੀ ਵਾਲਾ, ਬਹੁਤ ਵਧੀਆ, ਤੁਸੀਂ ਕੰਟੀਨਿਊ ਰੱਖੋ ਜੀ। ਜੀ ਥੈਂਕ ਯੂ ਜੀ, ਤੁਹਾਡੇ ਨਾਲ ਸਾਰਿਆਂ ਨਾਲ ਮਿਹਰਬਾਨੀ ਜੀ, ਸ਼ੁਕਰੀਆ, ਥੈਂਕ ਯੂ ਮਿਹਰਬਾਨੀ ਜੀ। ਬਾਕੀ ਪ੍ਰਵੀਨ ਇਹਦੇ ਵਿੱਚ ਚਲੋ ਇਹਨਾਂ ਨੇ ਆਪਣੇ ਵਿਚਾਰ ਖੁੱਲ ਕੇ ਜਿਹੜੇ ਉਹ ਦਿੱਤੇ ਆ, ਥੈਂਕ ਯੂ ਉਹਨਾਂ ਦੇ ਲਈ। ਤੇ ਦੇਖੋ ਮਾੜਾ ਜਦੋਂ ਹੋ ਰਿਹਾ ਹੁੰਦਾ ਭਾਈ ਉਹਨੂੰ ਤਾਂ ਕਹਿਣਾ, ਅਸੀਂ ਤਾਂ ਇੱਥੇ ਵਾਲਿਆਂ ਨੂੰ ਵੀ ਮਾੜਾ ਕਹਿੰਦੇ ਜਦੋਂ ਕਰਦੇ ਆ। ਇਹ ਆਜ਼ਾਦੀ ਹੁੰਦੀ ਆ ਜੀ। ਮੈਂ ਜਿਹੜੀ ਇਸ ਚੀਜ਼ ਦੇ ਵਿੱਚ ਹੈਗਾ ਆ, ਹੁਣ ਜਦੋਂ ਇੱਥੇ ਇੱਕ ਮੁਸਲਮਾਨ ਜਿਹੜੀ ਪੱਤਰਕਾਰ ਸੀ ਜਿਸਨੂੰ ਇਜ਼ਰਾਈਲ ਦੀ ਗੋਲੀ ਦੇ ਨਾਲ ਮਾਰ ਦਿੱਤਾ ਗਿਆ, ਅਸੀਂ ਉਸ ਚੀਜ਼ ਦਾ ਖੰਡਨ ਕਰਦੇ, ਮਾੜਾ ਹੋਇਆ ਆ। ਮੈਂ ਇਸ ਚੀਜ਼ ਦਾ ਵੀ ਖੰਡਨ ਅਸੀਂ ਕਰਦੇ ਵੀ ਭਾਈ ਅਮਰੀਕਾ ਵਾਲੇ ਬੋਲੇ ਕਿਉਂ ਨਹੀਂ, ਵੀ ਉਹ ਉਹਨਾਂ ਨੂੰ ਇੰਨਾ ਕਾਹਦਾ ਜਿਹੜਾ ਉਹ ਇਹ ਜਾਂ ਵੀ ਜਿਹੜੀ ਚੀਜ਼ ਮਾੜੀ ਉਹ ਤਾਂ ਮਾੜੀ ਆ ਨਾ। ਅਸੀਂ ਇਸੇ ਚੀਜ਼ ਦੀ ਗੱਲ ਕਰਦੇ ਹਾਂ ਜੀ। ਦੇਖੋ ਇੱਥੇ ਸਿਸਟਮ ਦੀ ਇਹ ਜਿਹੜੀ ਆਜ਼ਾਦੀ ਆ, ਖੁੱਲ੍ਹ ਦਿਲੀ ਆ, ਇਹ ਚੀਜ਼ ਆਪਾਂ ਨੂੰ ਉੱਥੇ ਨਹੀਂ ਲੱਭਦੀ। ਉੱਥੇ ਮਜਾਲ ਆ ਕੋਈ ਏਦਾਂ ਦੀ ਚੀਜ਼ ਜਿਹੜੀ ਉਹ ਕਰ ਦੇਵੇ ਕੁਛ ਉੱਥੇ, ਜਿਹੜਾ ਉਹ ਕਹਿ ਦੇਵੇ। ਸਭ ਨੂੰ ਪਤਾ ਹੈ ਵੀ ਕਿੱਦਾਂ ਫਿਰ ਝੂਠੇ ਪਰਚੇ ਤੇ ਕਿੱਦਾਂ ਕੀ ਤੇ ਕੀ ਸਾਰਾ ਕੁਛ ਜਿਹੜਾ ਉਹ ਕੀਤਾ ਜਾਂਦਾ ਆ। ਨਾ ਉੱਥੇ 100% ਮਾੜਾ ਆ ਤੇ ਨਾ ਇੱਥੇ 100% ਚੰਗਾ ਆ, ਵਿੱਚ ਵਿਚਾਲੇ ਆ। ਪਰ ਜਿੱਦਾਂ ਮੈਂ ਗੱਲ ਕੀਤੀ ਸੀ ਨਾ ਨੈਟ ਪ੍ਰੋਫਿਟ ਦੀ, ਵੀ ਨੈਟ ਪਲੱਸ ਮਾਈਨਸ ਜੇ ਦੇਖ ਕੇ ਜਿਹੜਾ ਉਹ ਚੱਲਿਆ ਜਾਵੇ ਤਾਂ ਇੱਥੇ ਪੋਜ਼ਿਟਿਵ ਜਿਹੜੀਆਂ ਚੀਜ਼ਾਂ ਉਹ ਨੰਬਰ ਜ਼ਿਆਦਾ ਲੈ ਜਾਂਦੀ ਆ, ਉੱਥੇ ਨੈਗੇਟਿਵ ਚੀਜ਼ਾਂ ਜਿਹੜੀਆਂ ਉਹ ਨੰਬਰ ਜ਼ਿਆਦਾ ਲੈ ਜਾਂਦੀਆਂ। ਇਸੇ ਲਈ ਲੋਕ ਭੱਜ ਕੇ ਆ ਰਹੇ। ਜਿੱਦਾਂ ਪਹਿਲੋਂ ਵੀ ਕਿਹਾ ਵੀ ਕਿਸੇ ਨੂੰ ਆਪਣੀਆਂ ਜੜ੍ਹਾਂ ਛੱਡਣ ਦਾ ਸ਼ੌਂਕ ਥੋੜੀ ਆ ਵੀ ਉੱਥੇ ਜਿਹੜਾ ਕੌਣ ਰਵੇ ਆਪਣੇ ਪਿੰਡ ਦੇ ਵਿੱਚ, ਉੱਥੇ ਰਹਿਣ ਦਾ ਹਰ ਇੱਕ ਨੂੰ ਸ਼ੌਂਕ ਆ। ਆਪਣੇ ਜੱਦੀ ਘਰਾਂ 'ਚ ਰਹਿਣ ਦਾ ਹਰ ਇੱਕ ਨੂੰ ਜਿਹੜਾ ਉਹ ਜੀ ਕਰਦਾ ਆ, ਨੇੜਤਾ ਹੋਵੇ, ਪਿਆਰ ਹੋਵੇ। ਪਰ ਉਹ ਆਪਾਂ ਦੇਖ ਰਹੇ ਆ ਵੀ ਉੱਥੇ ਬਣ ਕੀ ਰਿਹਾ ਹੈ। ਇਸੇ ਲਈ ਲੋਕ ਜਿਹੜੇ ਆ ਉਹ ਬਾਹਰ ਨੂੰ ਉੱਥੋਂ ਜਿਹੜੇ ਉਹ ਭੱਜ ਰਹੇ ਆ। ਜੀ ਪ੍ਰਵੀਨ, ਆਪਣੇ ਨਾਲ ਕੁਝ ਕਾਲਰ ਜੁੜੇ ਨੇ। ਹਾਂਜੀ ਬਿਲਕੁਲ, ਸਾਡੇ ਨਾਲ ਜੁੜੇ ਨੇ ਜਸਪਾਲ ਸਿੰਘ ਜੀ ਤੇ ਕੁਝ ਹੋਰ ਕਾਲਰ ਵੀ ਨੇ, ਉਹ ਪਲੀਜ਼ ਵੇਟ ਕਰ ਲੈਣ। ਸਤਿ ਸ਼੍ਰੀ ਅਕਾਲ ਜਸਪਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, 4th ਜੁਲਾਈ ਦੀਆਂ ਬਹੁਤ ਵਧਾਈਆਂ। ਧੰਨਵਾਦ ਜੀ, ਵਧਾਈਆਂ। ਹਾਂਜੀ, ਜਿਹੜੀ ਹੁਣ ਆਪਾਂ ਇੱਥੇ ਜਿਹੜੀ ਆਪਾਂ ਦੇਖਦੇ ਹਾਂ ਫਰਕ, ਸਭ ਤੋਂ ਵੱਡਾ ਮਤਲਬ ਫਰਕ ਇਹ ਹੈ ਬਈ ਇੱਥੇ ਆਰਥਿਕ ਤੌਰ ਤੇ ਮਤਲਬ ਅਸੀਂ ਆਜ਼ਾਦ, ਆਪਣੇ ਆਪ ਨੂੰ ਸੈਲਫ ਡਿਪੈਂਡੈਂਟ ਹੋ ਜਾਂਦਾ ਬੰਦਾ। ਜਿੰਨੀ ਦੇਰ ਤੱਕ ਮਤਲਬ ਅਸੀਂ ਆਰਥਿਕ ਤੌਰ ਤੇ ਆਜ਼ਾਦ ਨਹੀਂ ਹੈਗੇ ਤਾਂ ਸਿਰਫ ਗੱਲਾਂ ਬਾਤੀਆਂ ਆਪਾਂ ਉਹਨੂੰ ਆਜ਼ਾਦੀ ਕਹਿ ਸਕਦੇ ਹਾਂ। ਰਾਤ ਦੀ ਰੋਟੀ ਖਾਧੀ, ਸਵੇਰ ਦੀ ਦਾ ਫਿਕਰ ਹੈ, ਤੇ ਸਵੇਰ ਦੀ ਮਿਲ ਗਈ ਕੱਲ੍ਹ ਦੀ ਦਾ ਫਿਕਰ ਹੈ, ਤੇ ਫਿਰ ਉਹ ਤੋਂ ਬਾਅਦ ਆਪਣੇ ਬੱਚਿਆਂ ਦਾ ਫਿਕਰ ਹੈ, ਤੇ ਆਪਣੇ ਮਤਲਬ ਨਾ ਕੋਈ ਚੱਜ ਦੀ ਸਹੂਲਤ ਹੈ। ਵੀ ਉਹ ਸਾਰਿਆਂ ਨੂੰ ਵੱਡੀ ਜਿਹੜੀ ਇੱਥੇ ਆ ਕੇ ਉਹ ਚੀਜ਼, ਉਹਨੂੰ ਆਪਾਂ ਅਸਲੀ ਆਜ਼ਾਦੀ ਕਹਿੰਦੇ ਹਾਂ। ਤੇ ਅਸੀਂ ਇਹ ਚੀਜ਼ਾਂ ਤੋਂ ਬੰਦਾ ਮਤਲਬ ਬਹੁਤ ਹੱਦ ਤੱਕ ਛੁੱਟ ਜਾਂਦਾ ਜੇ ਉਹ ਆਪ ਕਰਨਾ ਚਾਹੁੰਦਾ ਤਾਂ। ਜੇ ਉਹ ਆਪਣੇ ਆਪ ਨੂੰ ਫਾਈਨਾਂਸ ਨੂੰ ਮੈਨੇਜ ਠੀਕ ਕਰਦਾ ਤੇ ਤਾਂ ਉਹ ਮਤਲਬ ਬਹੁਤ ਹੱਦ ਤੱਕ ਆਪਣੇ ਅੱਗੇ ਉਹਦੇ ਉੱਠਣ ਦੇ ਚਾਂਸ ਨੇ, ਤੇ ਉਹਦੇ 'ਚ ਕੋਈ ਰੁਕਾਵਟ ਨਹੀਂ ਉਹਨੂੰ ਪੈਂਦੀ ਹੈਗੀ। ਤੇ ਇਹਨਾਂ ਚੀਜ਼ਾਂ ਕਰਕੇ ਅਸੀਂ ਇਸ ਆਜ਼ਾਦੀ ਨੂੰ ਹੁਣ ਆਪਾਂ ਚਲੋ ਉਹਦੇ ਕੰਪੈਰੀਜ਼ਨ ਉੱਥੇ ਕਰੋ ਤਾਂ ਆਪਾਂ ਨੂੰ ਸਾਰਾ ਕੁਝ ਦਿਸਦਾ ਹੁੰਦਾ। ਜੇ ਬੰਦਾ ਆਪ ਕਾਮਯਾਬ ਹੋ ਜਾਂਦਾ ਤਾਂ ਉਹਦੇ ਅੱਗੇ ਬੱਚਿਆਂ ਦਾ ਉਹਦੇ ਦਿਮਾਗ 'ਚੋਂ ਨਹੀਂ ਜਾਂਦਾ ਹੈਗਾ। ਜਾਂ ਸਿਸਟਮ ਆਲੇ ਦੁਆਲੇ ਕਰਪਸ਼ਨ ਇੰਨੀ ਆ, ਜਾਂ ਹੋਰ ਸਿਹਤ ਦੀ ਆ, ਜਾਂ ਪੋਲਿਊਸ਼ਨ ਆ, ਜਾਂ ਬਹੁਤ ਕੁਛ, ਸਾਰਾ ਕੁਛ ਮਤਲਬ ਉਹ ਕੰਪੈਰੀਜ਼ਨ ਕਰਕੇ ਇੱਥੇ ਆ ਕੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਇੱਥੇ ਆਜ਼ਾਦੀ ਹਾਂ ਹੈਗਾ। ਇਹਦਾ ਮਤਲਬ ਕੁਛ ਨਾ, ਚਲੋ ਆਪਾਂ 75-80% ਤੱਕ ਕਹਿ ਸਕਦੇ ਹਾਂ ਵੀ ਇੱਥੇ ਅਸੀਂ ਹੈਗੇ ਆਜ਼ਾਦ, ਆਪਾਂ ਹੈਗੇ ਹਾਂ। ਹਰੇਕ ਚੀਜ਼ ਬੋਲਣ ਦੀ ਆਜ਼ਾਦੀ ਹੈ, ਉਹਨੂੰ ਮਤਲਬ ਲਿਖਣ ਦੀ ਆਜ਼ਾਦੀ ਹੈ, ਪੜ੍ਹਨ ਦੀ ਆਜ਼ਾਦੀ ਹੈ। ਤੇ ਇਸ ਕਰਕੇ ਹਾਂਜੀ ਬਹੁਤ ਵਧੀਆ ਸਾਰਾ। ਹਾਂਜੀ, ਥੈਂਕ ਯੂ ਜਸਪਾਲ ਜੀ, ਬੜੀ ਮਿਹਰਬਾਨੀ। ਰਾਜ, ਮੇਰੇ ਇੱਕ ਗੱਲ ਯਾਦ ਆ ਗਈ ਜੀ, ਆਜ਼ਾਦੀ ਦਾ ਮਹੀਨਾ ਜਿਹੜਾ ਵਾ UAPA ਲਾਤਾ, ਇੱਕ ਮੁੰਡੇ ਕੋਲੋਂ ਸਿਰਫ ਖਾਲਿਸਤਾਨੀ ਲਿਟਰੇਚਰ ਮਿਲਿਆ ਸੀ। ਜੀ ਠੀਕ ਹੈ, UAPA ਬਹੁਤ ਮਾੜਾ ਐਕਟ ਆ, ਬਹੁਤ ਸਖਤ ਐਕਟ ਆ। ਤੇ UAPA ਐਕਟ ਲਾਇਆ, ਇੱਕ ਮੁੰਡਾ ਸੁਸਾਈਡ ਵੀ ਕਰ ਗਿਆ। ਖੈਰ ਪ੍ਰੋਗਰਾਮ ਦੇ ਵਿੱਚ ਆਪਣਾ ਮਸਲਾ ਜਿਹੜਾ ਉਹ ਨਹੀਂ ਤਾਂ ਸਰਚ ਕਰਕੇ ਦੱਸ ਵੀ ਦਿੰਦੇ, ਇੰਨਾ ਟਾਈਮ ਜਿਹੜਾ ਵਾ ਲੱਗ ਜਾਣਾ ਵਾ। ਤੇ
ਉਦੋਂ ਬਾਅਦ ਤੁਸੀਂ ਦੇਖਿਆ ਆਪਾਂ ਲਗਾਤਾਰ ਖਬਰਾਂ ਸ਼ੇਅਰ ਕਰਦੇ ਆ, ਹਿੰਦੂ ਮਹਾਪੰਚਾਇਤ ਹੋ ਗਈ, ਕਦੇ ਕਿਹੜੀ ਪੰਚਾਇਤ, ਕਦੇ ਧਰਮ ਸੰਸਦ। ਉੱਥੇ ਸ਼ਰੇਆਮ ਕਹਿੰਦੇ ਆ ਵੀ ਹਿੰਦੂ ਰਾਸ਼ਟਰ ਬਣਾਵਾਂਗੇ ਅਸੀਂ, ਫਲਾਣ ਕੌਮ ਨੂੰ, ਫਲਾਣ ਬੰਦੇ ਨੂੰ ਐਂ ਕਰ ਦਿਆਂਗੇ। ਇਹ ਬਰਾਬਰਤਾ ਨਹੀਂ ਹੈ। ਇਹਨੂੰ ਤੁਸੀਂ ਇਕਸਾਰਤਾ ਨਹੀਂ ਕਹਿ ਸਕਦੇ ਵੀ ਇੱਕ ਪਾਸੇ ਇੱਕ ਬੰਦੇ ਨੂੰ ਤੁਸੀਂ ਸਿਰਫ ਲਿਟਰੇਚਰ ਕਰਕੇ UAPA ਠੋਕਤਾ, ਇੱਕ ਪਾਸੇ ਕੋਈ ਬੀਬੀ ਨੇ TV ਤੇ ਆ ਕੇ ਬਿਆਨ ਦਿੱਤਾ ਔਰ ਪਾਰਟੀ ਦੀ ਭਾਜਪਾਈ ਤਰਜਮਾਨਾ 2 ਬੰਦੇ ਮਾਰੇ ਗਏ ਉਹਦੇ ਕਰਕੇ 20 ਦੇਸ਼ਾਂ ਦੇ ਵਿੱਚ ਖਿਲਾਫਤ ਹੋ ਗਈ। ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਜੀ ਕੋਈ ਨਹੀਂ ਜੀ ਪਾਰਟੀ ਚੋਂ ਕੱਢਤੀ, ਕੀ ਇਹ ਨਹੀਂ ਸਜ਼ਾ ਕਾਫੀ ਹੈ? ਇੱਕ ਪੱਤਰਕਾਰ ਨੂੰ ਵਿਚਾਰੇ ਨੂੰ ਤੁਸੀਂ 2018 ਦੇ ਮਾਮਲੇ 'ਚ ਇੱਕ ਟਵੀਟ ਦੇ ਮਾਮਲੇ ਨੂੰ ਲੈ ਕੇ ਉਹਨੂੰ ਅੰਦਰ ਕਰੀ ਬੈਠੇ ਹੋ, ਸੇਮ ਕੇਸ ਉਹ ਬੀਬੀ ਤੇ ਹੈ। ਹੋਰ ਇਹ ਬਰਾਬਰਤਾ, ਇਹ ਆਜ਼ਾਦੀ ਦੀ ਬਰਾਬਰਤਾ, ਇਹ ਸਾਨੂੰ ਇਹ ਡੈਫੀਨੇਸ਼ਨ ਸਮਝਣੀਆਂ ਪੈਣਗੀਆਂ। ਪ੍ਰਗਟ ਸਿੰਘ ਬਾਲ ਸਾਡੇ ਨਾਲ ਜੁੜੇ ਹੋਏ ਨੇ। ਰਾਜ, ਸਤਿ ਸ੍ਰੀ ਅਕਾਲ ਜੀ। ਹਾਂਜੀ, ਪਹਿਲਾਂ ਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਜੀ, ਸਤਿ ਸ੍ਰੀ ਅਕਾਲ ਜੀ ਸਰੋਤਿਆਂ ਨੂੰ ਜੀ। ਜੀ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਤੇ 4 ਜੁਲਾਈ 1776 ਨੂੰ ਜਿਹੜੀ ਆਜ਼ਾਦੀ ਮਿਲੀ ਸਾਰੀ ਦੁਨੀਆ ਨੇ ਮਾਰ ਰਹੀ ਹੈ ਜੀ, ਅਮਰੀਕਾ ਦੀ। ਤੇ ਤੁਸੀਂ ਪੁੱਛ ਰਹੇ ਹੋ ਕਿ ਅਮਰੀਕਾ ਜਾਣ ਕੇ ਕੀ ਚੰਗਾ ਲੱਗਦਾ ਤੁਹਾਨੂੰ? ਪਹਿਲਾਂ ਹਾਂਜੀ, ਸ਼ਾਇਦ ਮੈਨੂੰ ਤਾਂ ਨਹੀਂ ਪਤਾ, ਤੁਹਾਨੂੰ ਵੀ ਸ਼ਾਇਦ ਪਤਾ ਹੋਵੇ ਜਾਂ ਨਾ ਹੋਵੇ, US ਦਾ ਮਤਲਬ ਹੀ ਬੜਾ ਡੂੰਘਾ ਜੀ। ਜੀ, everyone you start zero। ਭਾਵੇਂ ਉੱਥੇ DC ਆ, ਭਾਵੇਂ ਉੱਥੇ ਮੰਤਰੀ ਆ, ਭਾਵੇਂ ਉੱਥੇ ਸੰਤਰੀ ਆ, ਜਦੋਂ USA 'ਚ ਪੈਰ ਧਰੂਗਾ ਹਰ ਬੰਦਾ 0 ਤੋਂ ਸਟਾਰਟ ਕਰੂਗਾ। ਤੇ ਜਿਹੜਾ ਵੀ ਮਿਹਨਤ ਕਰੂਗਾ ਅੱਗੇ ਵਧਣ ਦੇ ਚਾਂਸ ਬਹੁਤ ਹੁੰਦੇ ਆ। ਬਿਲਕੁਲ। ਕੋਈ ਨਾਲ ਲੈ ਕੇ ਨਹੀਂ ਆਉਂਦੇ। ਓਦਾਂ ਹੀ ਹੁਣ ਚਲੋ ਆਪਾਂ ਕਹੀ ਜਾਂਦੇ ਆ, ਬਾਬੇ ਨਾਨਕ ਨੇ ਕਿਹਾ ਜਿਹੜੇ ਚੰਗੇ ਚੰਗੇ ਉੱਜੜ ਜੋ, ਜਿਹੜੇ ਬਾਕੀ ਆ ਵਸਦੇ ਰਹੋ। ਉਹ ਜਾੜੇ 'ਚ ਅਸੀਂ ਵੀ ਉਹਨਾਂ 'ਚ ਹੀ ਆਉਨੇ ਆ। 10,000 ਕਿਲੋਮੀਟਰ ਸਫ਼ਰ ਤੈਅ ਕਰਕੇ ਸਾਈਬੇਰੀਅਨ 'ਚ ਹਰੀਕੇ ਪਿੰਡਾਂ ਝੀਲਾਂ ਹੁੰਦੀਆਂ ਹੈਗੀਆਂ, ਟੋਭੇ ਹੁੰਦੇ ਤੇ ਸਿਆਲ 'ਚ ਉੱਧਰ ਬਰਫ਼ ਪੈ ਜਾਂਦੀ ਤੇ ਪਸ਼ੂ ਪੰਛੀ ਵੀ ਆ ਜਾਂਦੇ ਸੀ ਇੱਥੇ ਇੰਡੀਆ 'ਚ ਖਾਸ ਕਰਕੇ। ਇਹ ਕਰਕੇ ਹਰ ਬੰਦਾ ਚੰਗੇ ਪਾਸੇ ਜਾਣ ਦੀ ਕੋਸ਼ਿਸ਼ ਕਰਦਾ, ਪਰ ਸਭ ਤੋਂ ਜ਼ਿਆਦਾ ਚੰਗੀ ਗੱਲ ਇਹ ਆ ਵੀ ਬਾਰਡਰ ਟੱਪ ਗਏ ਤੇ ਆ ਸੜ ਫੂਕ 'ਚ ਕਾਬੂ ਨਾ ਹੋਣ, ਜਿੱਦਾਂ ਟਰੱਕ 'ਚ ਆ ਗਿਆ। ਧੰਨਵਾਦ ਜੀ ਤੁਹਾਡਾ। ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਇੱਦਾਂ ਦੀਆਂ ਚੀਜ਼ਾਂ ਨਾਲ ਹਨ ਤੇ ਆਪਾਂ ਕੁਝ ਕਾਲਰ ਹੋਰ ਲਵਾਂਗੇ, ਫਿਰ ਆਪਾਂ ਹੋਰ ਟਿੱਪਣੀਆਂ, ਹੋਰ ਗੱਲਾਂ ਵੱਲ ਨੂੰ ਵੱਧਦੇ ਹਾਂ। ਹਰਮਿੰਦਰ ਜੀ। ਹਰਮਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੰਡੀਆ ਪਿੱਛੇ ਜਾ ਗਿਆ, ਉੱਥੋਂ ਦਵਾਈ ਨਹੀਂ ਮਿਲੀ। ਉਹ ਮੈਂ ਬਿਮਾਰ ਉੱਥੇ ਹੋ ਗਿਆ, ਅੰਮ੍ਰਿਤਸਰ 'ਚੋਂ ਫਿਰਿਆ, ਉੱਥੇ ਦਵਾਈ ਨਾ ਮਿਲੀ। ਇੱਥੇ ਫਲੈਟ ਲੈ ਕੇ ਮੈਂ ਇੱਥੇ ਆਇਆ ਤਾਂ ਇੱਥੇ ਆਉਂਦਿਆਂ ਨੂੰ ਦਵਾਈ ਮਿਲ ਗਈ। ਉਹ ਉੱਥੇ ਪ੍ਰਬੰਧ ਹੀ ਨਹੀਂ ਕੋਈ, ਸਾਰੇ ਲੋਕ ਭੁੱਖੇ ਆ ਉੱਥੇ, ਸਾਰੇ ਵੱਡੀ ਮੰਗਦੇ ਆ, ਕੋਈ ਕੰਮ ਬਣਦਾ ਨਹੀਂ ਬਣਦਾ। ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਆਪਣੇ ਪਰਿਵਾਰ ਦੀ ਗੱਲ ਦੱਸਣ ਲੱਗਾ ਜੀ। 1920 ਦੇ ਵਿੱਚ ਸਾਡੇ ਇੱਕ ਬਜ਼ੁਰਗ ਤੁਰਿਆ, 1924 ਚ ਪਹੁੰਚਾ ਇੱਥੇ। 44 ਦੇ ਵਿੱਚ ਪਹਿਲੀ ਚਿੱਠੀ ਗਈ, 48 ਦੇ ਵਿੱਚ ਦੂਜਾ ਆਇਆ, 57 ਦੇ ਵਿੱਚ ਤੀਜਾ ਆਇਆ। ਜਿਹੜਾ ਤੀਜਾ ਆਇਆ ਉਹਨੂੰ ਇੱਥੇ ਵਿਆਹ ਕਰਾ ਕੇ ਪੱਕਾ ਹੋਇਆ। ਪੱਕਾ ਹੋ ਕੇ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਸੱਦਿਆ, ਜਿੰਨੇ ਵੀ ਸੀ ਇੱਕ ਬੰਦਾ ਸੱਦਿਆ, ਉਹਦੀਆਂ ਡਿਊਟੀਆਂ ਲਾਈਆਂ, ਆਪਣੇ ਪਰਿਵਾਰਾਂ ਨੂੰ ਸੱਦੋ। ਗਾਹਾਂ ਤੇ ਗਾਹਾਂ ਸਾਡੇ ਪਰਿਵਾਰ ਘੱਟ ਤੇ ਘੱਟ 1400 ਜੀ ਆ। ਕਿਉਂ ਸਾਡਾ ਦੁਆਬਾ ਆ, ਦੁਆਬੇ ਦੇ ਵਿੱਚ ਜ਼ਮੀਨਾਂ ਬਹੁਤ ਥੋੜੀਆਂ। ਦੁਆਬੇ ਨੂੰ ਜਿਹੜਾ ਹੈਗਾ ਇੰਗਲੈਂਡ, ਕੈਨੇਡਾ, ਅਮਰੀਕਾ, ਜਿਹੜੇ ਇਹਨਾਂ ਦੇਸ਼ਾਂ ਦੇ ਵਿੱਚ ਜ਼ਿਆਦਾ ਦੁਆਬੇ ਦੇ ਇਹਨਾਂ ਦੇ ਵਿੱਚ ਵਾ। ਇਹਨਾਂ ਸਰਹੱਦੀ ਦੁਆਬੇ 'ਚ ਤਾਂ ਆਈ ਆ ਜਦੋਂ ਅਸੀਂ ਇਹਨਾਂ ਦੇਸ਼ਾਂ 'ਚ ਆਏ। ਬਹੁਤ ਚੰਗੇ ਕਾਨੂੰਨ ਵਾ, ਕੰਮ ਕਰੋ ਤੇ ਕੰਮ ਕਰੋ। ਕੰਮ ਕਰਨੇ ਵਾਲਾ ਬੰਦਾ ਕਦੇ ਵੀ ਭੁੱਖਾ ਨਹੀਂ ਮਰਦਾ ਹੈਗਾ। ਖੁਸ਼ ਰਹੋ, ਇਲਾਜ ਫਰੀ ਆ, ਐਵਰੀਥਿੰਗ, ਸਭ ਕੁਛ ਗੁੱਡ ਟੂ ਅਸ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜੀ ਰਾਜ ਜੀ, ਪ੍ਰਗਟ ਸਿੰਘ ਵਾਲ ਹੋਣੀ ਫਿਰ ਜੁੜੇ ਨੇ, ਇੱਕ ਵਾਰੀ ਸੁਣ ਲਈਏ ਜੀ ਉਹਨਾਂ ਦੀ ਵੀ ਗੱਲ, ਫਿਰ ਆਪਾਂ ਬ੍ਰੇਕ ਵੱਲ ਨੂੰ ਦੱਸ ਕੇ ਗਏ ਵੀ ਸ੍ਰੀ ਅੰਮ੍ਰਿਤਸਰ 'ਚ ਹੈ ਹੀ ਕੁਝ ਨਹੀਂ, ਭੁੱਖੇ ਆ ਲੋਕ। ਉੱਥੇ ਤੇ 1 ਲੱਖ ਬੰਦਾ ਬਾਹਰੋਂ ਆਣ ਕੇ ਲੰਗਰ ਛਕ ਕੇ ਜਾਂਦਾ। ਧੰਨਵਾਦ ਤੁਹਾਡਾ, ਏਡਾ ਵੀ ਨਾ ਨਿੰਦੋ ਜੀ। ਨਹੀਂ, ਉਹ ਉਸ ਹਿਸਾਬ ਨਾਲ ਨਹੀਂ ਕਹਿੰਦੇ, ਉਹ ਤਾਂ ਵਿਵਸਥਾ ਨੂੰ ਲੈ ਕੇ ਕਹਿੰਦੇ ਆ। ਇਹ ਤਾਂ ਜੱਗ ਜ਼ਾਹਰ ਆ ਜੀ ਗੱਲ ਤੁਹਾਡੀ ਤਾਂ, ਵੀ ਇਹ ਤਾਂ ਹੁਣ
ਪ੍ਰਮਾਣਤਾ ਜੀ ਗੱਲ। ਪ੍ਰਮਾਣ ਦੀ ਨਹੀਂ ਲੋੜ ਹੁੰਦੀ। ਹਾਂ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਆ। ਗੁਰੂ ਰਾਮਦਾਸ ਜੀ ਦਾ ਉਹ ਦਵਾਈ ਲੰਗਰ ਦੀ ਜਿਹੜਾ ਜ਼ਰੂਰਤ ਆ ਆ। ਉਹ ਚੱਲ ਰਿਹਾ ਆ ਉੱਥੇ, ਹਾਂਜੀ। ਨਿਰਵਿਘਨ ਚੱਲ ਰਿਹਾ। ਕਰੋਨਾ ਦੇ ਵਿੱਚ GST ਕਿੰਨੇ ਰੌਲੇ ਜਿਹੜੇ ਉਹ ਸਭ ਕੁਝ ਚੱਲ ਰਿਹਾ, ਪਰ ਇਹ ਜਿਹੜੇ ਗੁਰੂ ਕੇ ਲੰਗਰ ਆ ਉਹ ਚੱਲਦੇ ਰਹਿਣੇ ਆ, ਚੱਲਦੇ ਰਹਿਣਗੇ। ਸੋ ਏਦਾਂ ਨਹੀਂ, ਅਸੀਂ ਨਹੀਂ ਉਸ ਚੀਜ਼ ਨੂੰ ਨਹੀਂ ਕਹਿੰਦੇ। ਬਾਕੀ ਵਿਵਸਥਾ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ, ਢਾਂਚਿਆਂ ਦੀ ਜਿਹੜੀ ਗੱਲ ਕੀਤੀ, ਇੰਫਰਾਸਟਰਕਚਰ ਦੀ ਜਿਹੜੀ ਉਹ ਗੱਲ ਕੀਤੀ ਆ, ਉਹ ਵੀ ਚੀਜ਼ ਲੁਕੀ ਨਹੀਂ ਆ, ਉਹ ਵੀ ਸਾਰਿਆਂ ਦੇ ਸਾਹਮਣੇ ਆ। ਫਿਰ ਜਿੱਦਾਂ ਕਈ ਵਾਰੀ ਕਹਿ ਦਿੰਦੇ ਜ਼ਿਆਦਾ ਨਾ ਨਿੰਦੋ, ਜ਼ਿਆਦਾ ਨਿੰਦਣ ਵਾਲੀ ਨਹੀਂ ਜੀ। ਸਾਨੂੰ ਕੋਈ ਸ਼ੌਂਕ ਥੋੜੀ ਆ ਜ਼ਿਆਦਾ ਨਿੰਦ ਕੇ, ਕਿਹੜਾ ਸਾਨੂੰ ਕਿਸੇ ਨੇ ਕੁਛ ਇਸ ਚੀਜ਼ ਦੇ ਨਿੰਦਣ ਦੇ ਜਿਹੜੇ ਜ਼ਿਆਦਾ ਕੁਛ ਤੁਹਾਨੂੰ ਦੇ ਦੇਣਾ। ਜੋ ਰਿਐਲਿਟੀ ਉਹ ਆਪਾਂ ਤੁਹਾਨੂੰ ਦੱਸਦੇ ਹਾਂ। ਜਿੱਦਾਂ ਕਿਹਾ ਵੀ ਹੁਣ ਦੇਖੋ, ਅਮਰੀਕਾ ਦੇ ਵਿੱਚ ਸਾਰਾ ਕੁਛ ਚੰਗਾ ਨਹੀਂ ਹੈ, ਇਹ ਵੀ ਆਪਾਂ ਜਾਣਦੇ ਹਾਂ। ਤਾਂ ਕੋਈ ਬੇਮੁੱਖ ਨਹੀਂ ਹੈਗੇ ਆ ਵੀ ਅਸੀਂ ਕਹੀ ਜਾਈਏ ਵੀ ਐਵੇਂ ਦਿਸ ਇਜ਼ ਨਾਟ ਦ ਹਿਲ ਯੂ ਵਾਂਟ ਟੂ ਡਾਈ ਔਨ। ਇੱਥੇ ਆਖਿਆ ਜਾਂਦਾ, ਇਹ ਇੱਕ ਫਰੇਜ਼ ਵਰਤਿਆ ਜਾਂਦਾ ਆ ਵੀ ਤੁਸੀਂ ਕਹੋ ਵੀ ਨਹੀਂ, ਜੋ ਕੁਛ ਇਹ ਕਰ ਰਿਹਾ ਸਭ ਕੁਛ ਠੀਕ ਹੀ ਠੀਕ ਆ, ਏਦਾਂ ਕਦੀ ਨਹੀਂ ਹੁੰਦਾ। ਉਹ ਇੱਕ ਗੁਰੂ ਹੀ ਆ ਜਿਹੜਾ ਸਭ ਕੁਛ ਠੀਕ ਕਰ ਸਕਦਾ ਹੈ, ਜੋ ਸਭ ਕੁਛ ਜਿਹੜੇ ਉਹ ਚੀਜ਼ ਆ। ਬਾਕੀ ਜਿੱਥੇ ਦੁਨਿਆਵੀ ਮਨੁੱਖੀ ਚੀਜ਼ਾਂ ਆ ਗਈਆਂ ਆ, ਉਹਦੇ ਵਿੱਚ ਕੁਤਾਹੀਆਂ, ਉਹਦੇ ਵਿੱਚ ਗਲਤੀਆਂ ਹੁੰਦੀਆਂ ਆ। ਹੁਣ ਇਰਾਕ ਵਾਰ ਨੂੰ ਇਹਨਾਂ ਦੇ ਆਪਣੇ ਹੀ ਲੋਕ ਆ ਜਿਹੜੇ ਉਹ ਕਹਿੰਦੇ ਆ ਵੀ ਨਹੀਂ ਸੀ ਜਿਹੜਾ ਉਹ ਚਾਹੀਦਾ। ਅਫਗਾਨਿਸਤਾਨ ਦੀ ਵਾਰ ਜਿਹੜੀ ਆ ਉਸ ਨੂੰ ਲੈ ਕੇ ਵੀ ਉਹ ਇਹ ਚੀਜ਼ ਜਿਹੜੀ ਉਹ ਆਖਦੇ ਆ। ਇੱਥੋਂ ਤੱਕ ਕਿ ਹੁਣ ਯੂਕਰੇਨ ਦੇ ਮਸਲੇ ਦੇ ਵਿੱਚ ਵੀ ਕਈ ਲੋਕ ਇਸ ਚੀਜ਼ ਦੇ ਜਿਹੜੇ ਵਿਰੋਧ ਦੇ ਵਿੱਚ ਆਉਂਦੇ ਆ ਵੀ ਨਹੀਂ, ਇਹਨਾਂ ਨੂੰ ਬਹੁਤੀ ਦਖਲਅੰਦਾਜ਼ੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਆਪਾਂ ਥੋੜੇ ਦਿਨ ਪਹਿਲਾਂ ਰੌਬ ਐਲੀਮੈਂਟਰੀ ਸਕੂਲ ਦਾ ਦੇਖਿਆ, ਪੁਲਿਸ ਦੀ ਜਿਹੜੀ ਨਲਾਇਕੀ ਆ ਉਹ ਆਪਾਂ ਦੇਖੀ ਕਿ ਇਸ ਤਰੀਕੇ ਦੇ ਨਾਲ ਨਿਆਣਿਆਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਮਰਵਾ ਦਿੱਤਾ। ਲੋਕ ਤਾਂ ਸ਼ਰੇਆਮ ਕਹਿੰਦੇ ਆ ਵੀ ਤੁਹਾਡੇ ਇਹ ਉਹਨਾਂ ਲੋਕਾਂ ਦੇ ਜਿਹੜੇ ਹੱਥ ਆ ਉਹ ਰੰਗੇ ਆ ਖੂਨ ਦੇ ਨਾਲ, ਇਹਨਾਂ ਦੇ ਬੱਚਿਆਂ ਦੇ ਖੂਨ ਦੇ ਨਾਲ, ਇਹਨਾਂ ਦੇ ਕਰਕੇ ਆ ਸਾਰਾ ਕੁਛ ਜਿਹੜਾ ਉਹ ਹੋਇਆ ਆ। ਸੋ ਇੱਥੇ ਇਹ ਚੀਜ਼ ਹੈ, ਆਪਾਂ ਨੂੰ ਜੇ ਚਾਹੁੰਦੇ ਆ ਨਾ ਵੀ ਕੁਛ ਹੋਰ ਬਿਹਤਰ ਆਪਾਂ ਕਰੀਏ, ਤਾਂ ਜਿਹੜੀਆਂ ਗਲਤੀਆਂ ਇਹ ਪ੍ਰੋਬਲਮਸ ਆ ਉਹਨਾਂ ਨੂੰ ਠੀਕ ਕਰਵਾਉਣਾ ਪੈਣਾ, ਉਹਨਾਂ ਨੂੰ ਠੀਕ ਕਰਨਾ ਪੈਣਾ ਆ। ਉੱਥੇ ਪ੍ਰਵੀਨ ਕੀ ਪ੍ਰੋਬਲਮ ਆ ਜਾਂਦੀ ਆ, ਜਦੋਂ ਕੋਈ ਗਲਤੀ ਕਰ ਵੀ ਜਾਂਦਾ ਆ, ਕਹਿੰਦੇ ਨਹੀਂ ਬਈ ਇਹਨੇ ਜੋ ਕਰਤਾ ਉਹ ਠੀਕ ਹੀ ਆ। ਫਿਰ ਹੁਣ ਉਹਦੇ ਵਿੱਚ ਇਹ ਨਹੀਂ ਆ ਵੀ ਗਲਤੀ ਨੂੰ ਆਪਾਂ ਸੁਧਾਰ ਲਈਏ, ਬਸ ਨਹੀਂ, ਇਹ ਬਸ ਇਹ ਜੋ ਇਹਨੇ ਗਲਤ ਕਰਤਾ ਇਹ ਵੀ ਠੀਕ ਆ, ਇਹਨੂੰ ਕਿੱਦਾਂ ਪ੍ਰਚਾਰਨਾ, ਇਹਨੂੰ ਕਿੱਦਾਂ ਇਹ ਕਰਨਾ ਆ, ਉਸ ਦੇ ਉੱਤੇ ਜ਼ੋਰ ਜਿਹੜਾ ਉਹ ਲੋਕਾਂ ਦਾ ਲੱਗ ਜਾਂਦਾ ਆ। ਜਦੋਂ ਤੁਹਾਡੀ ਮਾਨਸਿਕਤਾ ਦੇ ਉੱਤੇ ਇੱਕ ਅਜਿਹਾ ਬੱਦਲ, ਅਜਿਹਾ ਪਰਦਾ ਜਿਹੜਾ ਉਹ ਪੈ ਜਾਂਦਾ ਵੀ ਜਦੋਂ ਤੁਸੀਂ ਗਲਤ ਨੂੰ ਵੀ ਠੀਕ ਠਹਿਰਾਉਣ ਦੇ ਲਈ ਕਿਸੇ ਵੀ ਹੱਦ ਤੱਕ ਗਿਰ ਜਾਂਦੇ ਆ ਜਾਂ ਉਹ ਦੱਸਣ ਦੇ ਲਈ ਚਲੇ ਜਾਂਦੇ ਆ, ਫਿਰ ਉੱਥੇ ਸੰਭਾਵਨਾ ਨਹੀਂ ਬਚਦੀ ਵੀ ਤੁਸੀਂ ਕਿਸੇ ਚੀਜ਼ ਨੂੰ ਬਿਹਤਰ ਕਰ ਸਕੋਗੇ। ਉਹ ਹੋਰ ਖਰਾਬ ਹੋ ਸਕਦੀ ਆ। ਠੀਕ ਹੋਣ ਦੀ ਜਿਹੜੀ ਸੰਭਾਵਨਾ ਉਸ ਦੇ ਵਿੱਚ ਫਿਰ ਹੌਲੀ-ਹੌਲੀ ਘਟਦੀ ਜਾਂਦੀ ਆ। ਸੋ ਐਜ਼ ਏ ਅਮਰੀਕਨ ਜੇ ਆਪਾਂ ਇੱਥੇ ਦੀਆਂ ਚੀਜ਼ਾਂ ਦਾ ਆਨੰਦ ਮਾਣਦੇ ਆ, ਨਿੱਘ ਮਾਣਦੇ ਆ, ਚੰਗੀਆਂ ਚੀਜ਼ਾਂ ਦਾ ਆਨੰਦ ਮਾਣਦੇ ਆ, ਜੇ ਚਾਹੁੰਦੇ ਆ ਵੀ ਇਦਾਂ ਦਾ ਰਹਿਣ, ਤੇ ਜਿੱਥੇ ਕੋਈ ਤੁਹਾਡੀਆਂ ਚਾਹੇ ਉਹ ਲੈਫਟ ਸਰਕਾਰ ਆ, ਚਾਹੇ ਉਹ ਰਾਈਟ ਲੀਨਿੰਗ ਆ, ਜਾਂ ਜਿਹੜੀ ਵੀ ਹੈ, ਜੇ ਤੁਹਾਨੂੰ ਲੱਗਦਾ ਵੀ ਉਹ ਗਲਤ ਕਰ ਰਹੇ ਆ, ਕਿਤੇ ਉਹ ਗਲਤੀਆਂ ਆ, ਕਿਤੇ ਉਹ ਠੀਕ ਆ, ਤਾਂ ਉਹਨਾਂ ਨੂੰ ਦੱਸੋ, ਉਹਨਾਂ ਨੂੰ ਕਹੋ ਵੀ ਨਹੀਂ ਏਦਾਂ ਨਹੀਂ, ਏਦਾਂ ਜਿਹੜਾ ਉਹ ਕਰਨਾ ਚਾਹੀਦਾ ਆ। ਸੋ ਆਪਾਂ ਇੱਕ ਸਾਰਥਿਕ ਰੋਲ ਅਦਾ ਕਰਨਾ ਆ। ਸਾਈਡ ਲਾਈਨ ਤੋਂ ਬੈਠ ਕੇ ਦੇਖੀ ਹੋਈ ਨਹੀਂ ਜਾਣਾ ਵੀ ਜੋ ਹੁੰਦਾ ਆ ਦੇਖੀ ਜਾਊਗੀ, ਅਸੀਂ ਬਾਅਦ ਚ ਦੇਖਾਂਗੇ ਸਾਡੇ ਤੇ ਇਸ ਦਾ ਜਿਹੜਾ ਉਹ ਕੀ ਅਸਰ ਹੁੰਦਾ ਆ। ਸੋ ਗੱਲਾਂ ਬਾਤਾਂ ਨੂੰ ਆਪਾਂ ਕੰਟੀਨਿਊ ਰੱਖਣਾ ਆ ਜੀ। ਅੱਜ ਪ੍ਰੋਗਰਾਮ ਨੂੰ ਅਸੀਂ ਥੋੜਾ ਜਿਹਾ ਲੰਬਾ ਲੈ ਕੇ ਜਾਵਾਂਗੇ, ਕਿਉਂਕਿ ਅੱਜ ਦੇਸੋ ਪ੍ਰਦੇਸ਼ ਵਾਲਿਆਂ ਨੂੰ ਛੁੱਟੀ ਹੈ ਜੀ 4th of July ਦੀ, ਤੇ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਸਾਥ ਨੂੰ ਦੇਸੋ ਪ੍ਰਦੇਸ਼ ਦੇ ਵਿੱਚ ਅੱਗੇ ਜਿਹੜਾ ਉਹ ਲੈ ਚੱਲਾਂਗੇ, ਤੇ ਗੱਲਾਂ ਬਾਤਾਂ ਨੂੰ ਇਦਾਂ ਹੀ ਕੰਟੀਨਿਊ ਰੱਖਾਂਗੇ। ਇੱਕ ਬ੍ਰੇਕ ਲੈ ਲਈਏ ਤੇ ਤੁਹਾਡੇ ਵਿਚਾਰਾਂ ਦੀ ਉਡੀਕ ਦੇ ਵਿੱਚ 408-272-52-100 ਦੇ ਉੱਤੇ ਮਿਲਦੇ ਹਾਂ ਜੀ ਇੱਕ ਬ੍ਰੇਕ। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਸਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ।
ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਜ਼ਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ।
ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਕਨਵੀਨੀਅੰਸ ਸਟੋਰ ਹੋਟਲ ਮੋਟਲ ਟੈਕਸੀ ਹੈਲਥ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500 ਖਾਲਸਾ ਇੰਸ਼ੋਰੈਂਸ ਏਜੰਸੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLXC Bakersfield 1350 AM KOBO Yuba City 1450 AM KIIT Sacramento 1470 AM KCVR Lodi Stockton 1570 AM ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਆਪਾਂ ਗੱਲਬਾਤ ਕਰ ਰਹੇ ਹਾਂ ਅਮਰੀਕਾ ਦੀ ਆਜ਼ਾਦੀ ਤੇ ਆਜ਼ਾਦੀ ਦੇ ਦਰਮਿਆਨ ਆਪਾਂ ਇਹਨਾਂ ਜਿੱਥੇ ਜਸ਼ਨਾਂ ਨੂੰ ਮਨਾ ਰਹੇ ਹਾਂ ਨਾਲੋਂ ਨਾਲ ਆਪਾਂ ਵਿਵਸਥਾਵਾਂ ਦਾ ਕੰਪੈਰੀਜ਼ਨ ਵੀ ਕਰ ਰਹੇ ਹਾਂ, ਸਿਸਟਮ ਦਾ ਕੰਪੈਰੀਜ਼ਨ ਵੀ ਕਰ ਰਹੇ ਹਾਂ। ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਗੱਲਾਂ ਤੁਹਾਡੇ ਨਿੱਜੀ ਤਜਰਬੇ ਵੀ ਇੱਥੇ ਛੋਹਣੇ ਚਾਹੀਦੇ ਨੇ, ਤੁਸੀਂ ਆਪਣੀਆਂ ਕੁਝ ਪਰਸਨਲ ਐਕਸਪੀਰੀਅੰਸ ਵੀ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਕਿ ਅਮਰੀਕਾ ਤੁਹਾਨੂੰ ਕਿਵੇਂ ਵਧੀਆ ਲੱਗਿਆ, ਅਮਰੀਕਾ ਆਇਆ ਨੂੰ ਤੁਹਾਨੂੰ ਕਿੰਨਾ ਚਿਰ ਹੋ ਗਿਆ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਨੂੰ ਗਲਤ ਲੱਗਦੀਆਂ, ਜੇ ਉਹ ਬਦਲ ਜਾਣ ਤਾਂ ਅਮਰੀਕਾ ਹੋਰ ਵੀ ਬਿਹਤਰ ਹੋ ਸਕਦਾ। ਤਾਂ ਤੁਸੀਂ ਆਪਣਾ ਯੋਗਦਾਨ ਕਾਲ ਦੇ ਵਿੱਚ ਕਾਲ ਕਰਕੇ ਸਟੂਡੀਓ ਦੇ ਵਿੱਚ ਪਾ ਸਕਦੇ ਹੋ 408-272-5200। ਕੁਝ ਕਾਲਰ ਨੇ ਉਹਨਾਂ ਵੱਲ ਵਧਣ ਤੋਂ ਪਹਿਲਾਂ ਜੋੜਦੇ ਹਾਂ ਰਾਜ ਕਰਮਵੀਰ ਸਿੰਘ ਜੀ ਨੂੰ ਨਾਲ। ਰਾਜ ਜੀ ਸਤਿ ਸ਼੍ਰੀ ਅਕਾਲ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਧੰਨਵਾਦ ਪ੍ਰਵੀਨ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਰਾਜ ਜੀ, ਸਾਡੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰ ਲਈਏ, ਫਿਰ ਉਸ ਤੋਂ ਬਾਅਦ ਚਰਚਾ ਨੂੰ ਅੱਗੇ ਤੋਰਾਂਗੇ ਜੀ। ਹਰਮਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਭਾਜੀ ਆ ਜਿੱਦਾਂ ਜਿਹੜਾ ਪਹਿਲਾਂ ਕਾਲ ਬੋਲਦਾ ਸੀ ਹਾਂਜੀ ਉਹਨੂੰ ਮੈਂ ਇਹ ਕਿਹਾ ਵੀ ਭੁੱਖਾ ਤਾਂ ਨਹੀਂ ਮੁਲਕ ਉਹ ਜਿੱਦਾਂ ਉਹ ਮੈਂ 500 ਦੀ ਦਵਾਈ ਲਈ ਸੀ ਉਹ ਡਾਕਟਰ ਨੂੰ ਦਿਖਾਇਆ ਉਹ ਕਹਿੰਦੇ ਹਾਂਜੀ ਉਹ ਕੋਈ ਨਾ ਜੀ, ਉਹ ਅਸੀਂ ਜਵਾਬ ਦੇਤਾ ਸੀਗਾ ਉਹਨਾਂ ਦੀ ਗੱਲ ਦਾ ਜੀ। ਕੋਈ ਨਾ ਕੋਈ ਨਾ, ਜੇ ਏਦਾਂ ਦਾ ਚੰਗਾ ਉਹਨੂੰ ਮੁਲਕਾ ਲੱਗਦਾ ਉੱਥੇ ਜਾਵੇ ਕੋਈ ਨਾ ਕੋਈ ਨਾ, ਠੀਕ ਹੈ ਜੀ, ਠੀਕ ਹੈ, ਕੋਈ ਨਾ। ਚਲੋ ਗੁੱਸੇ 'ਚ ਤਹਿਸ 'ਚ ਆਉਣ ਦੀ ਲੋੜ ਨਹੀਂ ਆ। ਕੋਈ ਨਾ, ਅਸੀਂ ਜਵਾਬ ਦੇਤਾ ਜੀ ਹਰਮਿੰਦਰ ਜੀ। ਅਸੀਂ ਤੁਹਾਡੇ ਵੀ ਵਿਚਾਰਾਂ ਦੀ ਕਦਰ ਕਰਦੇ ਹਾਂ, ਉਹਨਾਂ ਦੀ ਵੀ ਕਈ ਵਾਰੀ ਭੁਲੇਖਾ ਲੱਗ ਜਾਂਦਾ, ਕਈ ਵਾਰੀ ਸਾਡੇ ਨਾਲ ਵੀ ਏਦਾਂ ਹੋ ਜਾਂਦਾ। ਅਸੀਂ ਗੱਲ ਕਹਿਣੀ ਕਿਸੇ ਹੋਰ ਵੇ ਨਾਲ ਹੁੰਦੀ ਆ, ਪਰ ਉਹ ਸਾਨੂੰ ਕੋਈ ਕਾਲਰ ਕਹਿੰਦੇ ਕਿ ਤੁਸੀਂ ਆਹ ਕਿਉਂ ਕਿਹਾ, ਫਿਰ ਉਹਨੂੰ ਜਾਂ ਤਾਂ ਦੱਸਣਾ ਪੈਂਦਾ ਕਿ ਅਸੀਂ ਤਾਂ ਆਹ ਕਹਿਣਾ ਚਾਹੁੰਦੇ ਸੀ। ਜੀ ਕੋਈ ਜੀ, ਗੱਲ ਚਲੋ ਕੋਈ ਗੱਲ ਨਹੀਂ। ਇੰਨਾ ਜਿਹੜਾ ਆ ਵਿਚਾਰਾਂ ਦਾ ਹੇਰ ਫੇਰ ਜਿਹੜਾ ਉਹ ਹੋ ਜਾਂਦਾ ਆ ਤੇ ਆਬਵੀਅਸ ਜੀ ਗੱਲ ਆ। ਅਸੀਂ ਵੀ ਉਹੀ ਕਹਿੰਦੇ ਵੀ ਉਹਨਾਂ ਨੇ ਇਹ ਚੀਜ਼ ਨਹੀਂ ਸੀ ਆਖੀ ਉਦੋਂ ਵੀ, ਅਸੀਂ ਉਹਦੀ ਨਾਲ ਦੀ ਨਾਲ ਉਹਨਾਂ ਨੂੰ ਤੇ ਆਪਣੇ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ ਜੀ। ਜੀ ਕੁਲਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ। ਕੁਲਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੇ। ਸਤਿ ਸ੍ਰੀ ਅਕਾਲ ਪ੍ਰਵੀਨ ਜੀ ਤੇ ਰਾਜਕਰਨ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਸਾਰੇ ਰੇਡੀਓ ਪਰਿਵਾਰ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ। ਜੀ ਜੀ, ਥੈਂਕ ਯੂ ਜੀ, ਤੁਹਾਨੂੰ ਵੀ ਜੀ। ਹਾਂਜੀ, ਹਾਜ਼ਰੀ ਲਾ ਲਿਓ। ਚਲੋ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਬੜੀ ਮਿਹਰਬਾਨੀ ਜੀ। ਠੀਕ ਹੈ ਜੀ, ਸੋ ਜ਼ਰੂਰ। ਬਾਕੀ ਜਦੋਂ ਸਰੋਤੇ ਤੁਸੀਂ ਕਾਲ ਕਰਦੇ ਹੋ ਵੀ ਦੱਸੋ ਤੁਹਾਨੂੰ ਕੀ ਚੰਗਾ ਲੱਗਦਾ ਆ ਅਮਰੀਕਾ ਦੇ ਵਿੱਚ, ਕਿਹੜੀ ਚੀਜ਼ ਤੁਹਾਨੂੰ ਇਸ ਦੀ ਕਿਹੜੀ ਕੋਈ ਪਾਲਿਸੀ ਆ, ਕੋਈ ਢਾਂਚਾ ਆ, ਜਾਂ ਕਿਹੜੀ ਚੀਜ਼ ਆ ਜਿਹਦੇ ਨਾਲ ਤੁਹਾਨੂੰ ਇੱਥੇ ਰਹਿਣ ਦੀ ਖਿੱਚ ਜਿਹੜੀ ਉਹ ਬਣੀ ਰਹਿੰਦੀ ਆ। ਤੇ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਸਾਡੇ ਅਗਲੇ ਕਾਲਰ ਨੇ ਰਾਜ ਜੀ ਹਰਮਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹੈਲੋ ਜੀ, ਮੈਂ ਹਰਮਿੰਦਰ ਬੋਲਦਾ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਠੀਕ ਹੈ ਜੀ, ਥੈਂਕ ਯੂ। ਕਿਉਂਕਿ ਤੁਸੀਂ ਨਾਂ ਨਹੀਂ ਸੀ ਬੋਲੇ, ਮੈਨੂੰ ਪਤਾ ਨਹੀਂ ਸੀ ਕੌਣ। ਜੀ ਜੀ, ਗੱਲ ਕਰਨੀ ਸੀ ਆਜ਼ਾਦੀ ਬਾਰੇ। ਤੇ ਪਹਿਲੇ ਤਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ 4th ਜੁਲਾਈ ਦੀਆਂ ਜੀ। ਤੇ ਦੂਜੇ ਇੰਡੀਆ 'ਚ ਜਿਹੜੀ ਹੈਗੀ ਆ ਫਰੀਡਮ, ਉਹ ਉੱਤੋਂ ਹੀ ਆ। ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਜਿਹੜਾ ਬਠਿੰਡੇ 'ਚ ਹੋਇਆ ਹੁਣ ਇੱਕ ਮੁੰਡੇ ਦੇ ਨਾਲ, ਉਹਦੇ ਵਾਲ ਵੀ ਕੱਟ ਦਿੱਤੇ। ਤੇ ਕਿਸੇ ਬਾਹਰਲੀ ਸਟੇਟ 'ਚ ਹੁੰਦਾ ਜਿੱਥੇ ਉਹਨਾਂ ਨੂੰ ਸਿੱਖੀ ਬਾਰੇ ਪਤਾ ਨਹੀਂ, ਉੱਥੇ ਤਾਂ ਆਪਾਂ ਮੰਨ ਲੈਂਦੇ ਵੀ ਚਲੋ ਹੋ ਗਿਆ ਬਈ, ਕਈ ਵਾਰੀ ਗਲਤੀ ਹੋ ਗਈ। ਪਰ ਪੁਲਿਸ ਵਾਲਿਆਂ ਨੂੰ ਵੀ ਮੈਨੂਅਲ ਪੜ੍ਹਾਏ ਜਾਂਦੇ ਆ, ਈਵਨ ਅਮਰੀਕਾ 'ਚ ਵੀ ਪੜ੍ਹਾਏ ਜਾਂਦੇ ਆ, ਕੈਲੀਫੋਰਨੀਆ 'ਚ ਸਿੱਖੀ ਬਾਰੇ ਬਈ ਤੁਸੀਂ ਆਹ ਕਕਾਰਾਂ ਦੀ ਬੇਇੱਜ਼ਤੀ ਨਹੀਂ ਕਰਨੀ, ਉਹ ਪੜ੍ਹਾਉਂਦੇ ਆ ਬਕਾਇਦਾ। ਜੀ ਜੀ, ਵੀ ਹਾਈ ਕਾਲ ਵਗੈਰਾ ਨੂੰ। ਤੇ
ਉੱਥੇ ਮੈਂ ਇਉਂ ਹੈਰਾਨ ਆ ਵੀ ਉਹਦੇ ਬਾਰੇ ਹੁਣ ਕੋਈ ਵਾਦ ਵਿਵਾਦ ਜਾਂ ਇਹ ਜਿਹੜਾ ਉਹ ਮੁੰਡੇ ਨਾਲ ਹੋਇਆ ਵਾ ਜੀ। ਠੀਕ ਆ, ਉਹਦਾ ਕੋਈ ਜ਼ੁਰਮ ਉਹਦੇ ਸਿਰ ਲੱਗਾ ਵਾ, ਕਤਲ ਦਾ ਲੱਗਾ ਜਾਂ ਕਿਵੇਂ ਵੀ, ਉਹ ਆਪਦੀ ਸਜ਼ਾ ਭੁਗਤ ਰਿਹਾ। ਮੇਰੇ ਖਿਆਲ ਨਾਲ ਜਿਹੜੀ ਸਜ਼ਾ ਉਹਨੂੰ ਦਿੱਤੀ ਗਈ ਆ, ਉਹਦੇ ਪਿੱਠ ਦੇ ਉੱਤੇ ਵੀ ਲਿਖ ਦਿੱਤਾ ਗਿਆ ਸਰੀਏ ਗਰਮ ਕਰਕੇ ਵੀ ਇਹ ਕ੍ਰਿਮੀਨਲ ਆ। ਇਹ ਲਿਖਣਾ ਕਿੱਡੀ ਮਾੜੀ ਗੱਲ ਆ, ਕਿਸੇ ਦੀ ਵਿਅਕਤੀਗਤ ਆਜ਼ਾਦੀ ਦੀ ਪੂਰੀ ਉਲੰਘਣਾ ਵਾ। ਬਿਲਕੁਲ। ਤੇ ਇਹ ਘਿਨਾਉਣਾ ਕੰਮ ਜਿਹੜਾ ਹੋਇਆ, ਤੇ ਨਾਲੇ ਉਹਦੇ ਵਾਲ ਕੱਟੇ ਗਏ। ਤੁਸੀਂ ਕਿਵੇਂ ਰਹਿਣਾ, ਇਹ ਤੁਹਾਡੀ ਆਪਣੀ ਚੁਆਇਸ ਹੁੰਦੀ ਆ, ਤੁਹਾਡੀ ਪਰਸਨਲ ਆਜ਼ਾਦੀ ਨੂੰ ਵਾਇਲੇਟ ਕੀਤਾ ਗਿਆ। ਤੇ ਜਿਹੜੇ ਵੀ ਪੁਲਿਸ ਵਾਲਿਆਂ ਨੇ ਕੀਤਾ, ਉਹਨਾਂ ਨੂੰ ਹੁਣ ਮੇਰਾ ਖਿਆਲ ਆ ਵੀ ਉਹਨਾਂ ਦੇ ਉੱਤੇ ਸਜ਼ਾ ਕਾਫੀ ਹੋਣੀ ਚਾਹੀਦੀ ਆ, ਪਰ ਕੋਈ ਗੌਲ ਹੀ ਨਹੀਂ ਰਿਹਾ। ਤੇ ਇੱਕ ਵਕੀਲ ਨੇ ਵੀ ਉਹਦਾ ਹੁਣ ਮੁੱਦਾ ਚੱਕਿਆ, ਸ਼ਾਇਦ ਕੋਈ ਗੱਲ ਬਣੇ, ਪਰ ਇਹ ਗੱਲ ਸਾਨੂੰ UNO 'ਚ ਵੀ ਲਿਆਉਣੀ ਚਾਹੀਦੀ ਆ। ਮੇਰੇ ਖਿਆਲ ਆਇਆ ਸੀ ਇੱਕ ਦਿਨ, ਤੇ ਬਈ ਦੇਖੋ ਆਹ ਕੁਛ ਹੋ ਰਿਹਾ ਵਾ। ਠੀਕ ਹੈ ਜੀ, ਥੈਂਕ ਯੂ ਹਰਮਿੰਦਰ, ਥੈਂਕ ਯੂ ਜੀ। ਤੇ ਇੱਕ ਹੋਰ ਗੱਲ ਵੀਰ ਜੀ, ਜਿਹੜਾ ਮੈਨੂਅਲ ਹੈ ਨਾ ਪੁਲਿਸ ਦਾ, ਮੈਨੂੰ ਪਤਾ ਲੱਗਿਆ ਕਿ ਜਿਹੜੇ ਮੈਨੂਅਲ ਨੂੰ ਪੜ੍ਹ ਕੇ ਕੰਮ ਕਰ ਰਹੀ ਆ, ਉਹ ਅਜੇ ਵੀ ਅੰਗਰੇਜ਼ਾਂ ਵੇਲੇ ਦਾ, ਅਸੀਂ ਬਦਲੀ ਨਹੀਂ ਕੀਤਾ ਉਹਨੂੰ। ਤੇ ਫਿਰ ਅਸੀਂ ਪੁਲਿਸ ਤੋਂ ਕੀ ਉਮੀਦ ਕਰਦੇ ਹਾਂ ਕਿ ਵੀ ਸਾਡੀ ਆਜ਼ਾਦੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਜਾਂ ਕਿਵੇਂ ਸਾਨੂੰ ਟਰੀਟ ਕਰਨ। ਜਦੋਂ ਅਮਰੀਕਾ 'ਚ ਪੁਲਿਸ ਵਾਲਾ ਤੁਹਾਨੂੰ ਟ੍ਰੈਫਿਕ ਵਾਇਲੇਸ਼ਨ ਤੇ ਵੀ ਰੋਕਦਾ, ਤਾਂ ਤੁਹਾਨੂੰ ਸਰ ਕਹਿ ਕੇ ਬੁਲਾਉਂਦਾ ਉਹ। ਬਿਲਕੁਲ। ਸਰ ਮੇ ਆਈ ਸੀ ਯੂਰ ਲਾਇਸੈਂਸ, ਡਰਾਈਵਰਸ ਲਾਇਸੈਂਸ, ਇਸ ਤਰ੍ਹਾਂ ਬੋਲਦੇ ਆ। ਤੇ ਉੱਥੇ ਪਹਿਲਾਂ ਤੁਹਾਡੇ ਡਾਂਗ ਮਾਰਦੇ ਆ, ਕਾਰ ਦੇ ਮਾਰਦੇ ਆ, ਜਾਂ ਤੁਹਾਡੇ ਮੋਢੇ ਤੇ ਮਾਰਦੇ ਆ, ਫੇਰ ਗੱਲ ਕਰਦੇ ਆ। ਜੀ ਸਹੀ ਗੱਲ ਹੈ ਜੀ, ਬਿਲਕੁਲ। ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਬਿਲਕੁਲ ਪ੍ਰਵੀਨ, ਮਨੁੱਖੀ ਅਧਿਕਾਰਾਂ ਦੀ, ਮਨੁੱਖੀ ਹੱਕਾਂ ਦੀ ਉਲੰਘਣਾ ਉੱਥੇ ਬੜੀ ਆਮ ਜੀ ਗੱਲ ਜਿਹੜੀ ਉਹ ਬਣੀ ਹੈਗੀ ਆ। ਇੱਥੇ ਇੱਦਾਂ ਦੀਆਂ ਚੀਜ਼ਾਂ ਦੀ ਜਿਹੜੀ ਆਜ਼ਾਦੀ, ਇੱਦਾਂ ਦੀ ਚੀਜ਼ ਜਿਹੜੀ ਉਹ ਆ ਨਾ, ਉਹ ਤਾਂ ਹੀ ਲੋਕਾਂ ਨੂੰ ਜਿਹੜੀ ਉਹ ਚੰਗੀ ਲੱਗਦੀ ਆ। ਤੁਸੀਂ ਕੋਈ ਵੀ ਕੰਮ ਕਰਾਉਣ ਦੇ ਲਈ ਕਿਤੇ ਕੁਛ ਜਾਣਾ ਆ, ਤੁਹਾਨੂੰ ਖੱਜਲ ਨਹੀਂ ਆ। ਅਗਲੇ ਅਪੁਆਇੰਟਮੈਂਟ ਬਣਾ ਦਿੰਦੇ, ਇੰਨੇ ਵਜੇ ਆ ਜਾਓ, ਇੰਨੇ ਵਜੇ ਆਉਂਦੇ ਆ, ਤੇ ਉਹ ਤੁਹਾਡੇ ਲਈ ਤਿਆਰ ਹੁੰਦੇ ਆ। ਕਿਸੇ ਦੀ ਸਿਫਾਰਿਸ਼ ਨਹੀਂ ਪਵਾਉਣੀ ਪੈਂਦੀ ਵੀ ਆ ਮੇਰਾ ਨੰਬਰ ਲਵਾ ਦੀ, ਆ ਮੇਰਾ ਇੱਦਾਂ ਕਰਦੀ, ਮੇਰਾ ਉਹ ਜਿਹੜੀਆਂ ਚੀਜ਼ਾਂ ਕਰਦੀ। ਰਾਈਟਸ ਤਾਂ ਦੂਜੇ ਦਾ ਤਾਂ ਜਿਹੜਾ ਉੱਥੇ ਅਫਸਰ ਬੰਦਾ ਆ ਜਾਂ ਕੁਛ ਜਿੱਦਾਂ ਇਹਨਾਂ ਨੇ ਗੱਲ ਕਰਕੇ ਗਏ ਆ, ਉਹ ਤਾਂ ਮੰਨਦੇ ਨਹੀਂ ਨਾ ਦੂਜੇ ਨੂੰ। ਬੰਦਾ ਜਦੋਂ ਮੰਨਦੇ ਨੇ, ਇਨਸਾਨ ਹੀ ਨਹੀਂ ਮੰਨਦੇ, ਤਾਂ ਫਿਰ ਉੱਥੇ ਉਹਨਾਂ ਨੇ ਕੀ ਉਹਦੀ ਕਦਰ ਪਾਉਣੀ ਤੇ ਕੀ ਉਹਦੀ ਕੀਮਤ ਜਿਹੜੀ ਉਹ ਪਾਉਣਗੇ। ਸੋ ਇਹ ਚੀਜ਼ਾਂ ਦੇ ਜਿਹੜੇ ਇਹ ਫਰਕ ਨੇ, ਜਦੋਂ ਤੁਸੀਂ ਸ਼ੁਰੂ ਤੋਂ ਆ ਕੇ ਸ਼ੁਰੂ ਕਰਦੇ, ਤੁਹਾਡੇ ਸਾਰਿਆਂ ਦੇ ਲਈ ਬਰਾਬਰ ਦੇ ਮੌਕੇ ਹੁੰਦੇ ਆ। ਸੇਮ ਬੈਕਗਰਾਊਂਡ ਤੋਂ ਆ ਕੇ ਕੋਈ ਗਾਂਹ ਵੀ ਲੰਘ ਜਾਂਦਾ, ਕੋਈ ਪਿੱਛੇ ਵੀ ਰਹਿ ਜਾਂਦਾ, ਉਹ ਬੰਦੇ ਦੇ ਆਪਣੇ ਬਲਬੂਤੇ ਦੇ ਉੱਤੇ ਜਿਹੜਾ ਉਹ ਰਹਿੰਦਾ ਵੀ ਉਹਨੇ ਕਿੱਧਰਲੇ ਪਾਸੇ ਨੂੰ ਜਿਹੜਾ ਉਹ ਜਾਣਾ ਆ, ਸਮਾਂ ਆਪਣਾ ਕਿਸ ਪਾਸੇ ਵੱਲ ਨੂੰ ਕਿੱਦਾਂ ਜਿਹੜਾ ਉਹ ਲਾਉਣਾ ਆ। ਕਿਉਂਕਿ ਇੱਥੇ ਮਿਹਨਤ ਕਿਤੇ ਦਾ ਤੁਹਾਨੂੰ ਫਲ ਨਜ਼ਰ ਆਉਂਦਾ ਆ, ਉਹ ਮਿਲਦਾ ਆ, ਤੇ ਉਹਦੇ ਕਰਕੇ ਹੀ ਲੋਕ ਇੱਥੇ ਰਹਿਣਾ ਜਿਹੜਾ ਆ ਉਹ ਪਸੰਦ ਕਰਦੇ ਆ। ਦੇਖੋ ਕਿੱਡੀ ਵਧੀਆ ਜਿਹੜੀ ਇਹ ਗੱਲ ਹੈਗੀ ਆ। ਤੁਸੀਂ ਆਪਣੇ ਧਰਮ ਨੂੰ ਜਿਸ ਮਰਜ਼ੀ ਹਿਸਾਬ ਦੇ ਨਾਲ, ਜਿੱਥੇ ਮਰਜ਼ੀ, ਜਿੱਦਾਂ ਮਰਜ਼ੀ ਆ, ਉਸਨੂੰ ਫੋਲੋ ਕਰ ਸਕਦੇ ਆ। ਕੋਈ ਤੁਹਾਡੇ ਨਾਲ ਇੱਦਾਂ ਧੱਕਾ ਜਿਹੜਾ ਆ ਉਹ ਨਹੀਂ ਆ। ਤੁਹਾਡੇ ਗੁਰੂ ਘਰਾਂ 'ਚ, ਤੁਹਾਡੇ ਹੋਰ ਸਾਰੀਆਂ ਚੀਜ਼ਾਂ 'ਚ ਇਹਨਾਂ ਦੀ ਕੋਈ ਦਖਲ ਅੰਦਾਜ਼ੀ ਜਿਹੜੀ ਉਹ ਨਹੀਂ ਹੈਗੀ। ਜਿਹੜੇ ਵੀ ਤੁਹਾਡੇ ਧਾਰਮਿਕ ਸਥਾਨ ਜਿਹੜੇ ਉਹ ਹੈਗੇ ਆ, ਸੋ ਤੁਹਾਡੀ ਐਕਸਪ੍ਰੈਸ਼ਨ ਦੀ, ਗੱਲਬਾਤ ਕਰਨ ਦੀ, ਕੋਈ ਚੀਜ਼ ਤੁਹਾਨੂੰ ਚੰਗੀ ਲੱਗਦੀ ਆ, ਮਾੜੀ ਲੱਗਦੀ ਆ, ਜੋ ਵੀ ਆ, ਉਹ ਤੁਸੀਂ ਖੁੱਲ੍ਹ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਵ ਇੱਥੇ ਜਿਹੜਾ ਉਹ ਕਰ ਸਕਦੇ ਹੁੰਦੇ ਆ। ਜੀ ਬਿਲਕੁਲ। ਸਾਡੇ ਨਾਲ ਸਤਨਾਮ ਸਿੰਘ ਜੀ ਵੀ ਜੁੜੇ ਹੋਏ ਨੇ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੀ, ਰਾਏ ਲੈਂਦੇ ਉਹਨਾਂ ਦੀ ਜੀ, ਉਸ ਤੋਂ ਬਾਅਦ ਅੱਗੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਸਤਨਾਮ ਜੀ। ਹਾਂਜੀ, ਪੰਜਾਬੀ ਰੇਡੀਓ ਜੀ ਸਾਹਿਬ ਪਰਿਵਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਜੀ ਮੇਰੇ ਸਾਰੇ ਪਰਿਵਾਰ ਨੂੰ ਜੀ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ। ਤੁਹਾਨੂੰ ਵੀ ਜੀ। ਹਾਂਜੀ, ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਰੱਖੇ, ਲੰਬੀਆਂ ਉਮਰੇ, ਤਰੱਕੀ ਬਖਸ਼ੇ। ਬਾਕੀ ਵੀ ਜੀ ਦੇਖੋ, ਜਿਹੜਾ ਪਹਿਲਾਂ ਆਪਾਂ ਉੱਥੇ ਦੀ ਗੱਲ ਕਰ ਲੈਂਦੇ ਹਾਂ, ਉੱਥੇ ਲੋਕ ਵੀ ਬਹੁਤ ਚੰਗੇ ਆ, ਸਿਸਟਮ ਵਧੀਆ, ਪਰ ਜਿਹੜਾ ਸਾਡੇ ਲੀਡਰ ਸਿਸਟਮ ਵਿਗਾੜ ਕੇ ਰੱਖ ਦਿੱਤਾ, ਤੇ ਇਹਦੀ ਘਾਟ ਆ, ਹੋਰ ਕੋਈ ਘਾਟ ਨਹੀਂ ਉੱਥੇ। ਸਭ ਠੀਕ ਆ, ਕਿਉਂਕਿ ਸਿਸਟਮ ਨੂੰ ਨਾ ਤਾਂ ਫੋਲੋ ਕਰਦੇ ਹੀ ਆ, ਨਾ ਫੋਲੋ ਕਰਨ ਦਿੰਦੇ ਕਿਸ ਨਾਲ ਇਸ ਵੇਲੇ, ਆਪਣੀਆਂ ਮਨਮਰਜ਼ੀਆਂ ਕਰਦੇ। ਹੁਣ ਸਭ ਤੋਂ ਵਧੀਆ ਇੱਥੇ ਰਾਜਵੀਰ ਜੀ, ਤੁਸੀਂ ਪੁੱਛ ਰਾਜ ਕਰਨ ਵੀ ਪੁੱਛੇ, ਵਧੀਆ ਸਭ ਤੋਂ ਵੱਧ ਸਿਸਟਮ ਹੈਗਾ, ਠੀਕ ਹੈ। ਇੱਥੇ
ਇੱਥੇ ਵੀ ਇਹ ਨਹੀਂ ਵੀ ਅਸੀਂ 100% ਕਹਿੰਦੇ ਸਿਸਟਮ ਵਧੀਆ ਹੈ, ਪਰ ਸਾਨੂੰ ਜਿਹੜੀ ਆਜ਼ਾਦੀ ਇਹ ਆ ਵੀ ਅਸੀਂ ਕੋਈ ਭਾਵੇਂ ਇੱਕ ਬੰਦਾ ਸੀ ਦਿਹਾੜੀਦਾਰ ਆ, ਕੋਈ ਵੱਡਾ ਅਫਸਰ ਆ, ਆਪਣੀ ਗੱਲ ਨੂੰ ਕਹਿ ਸਕਦਾ, ਰੱਖ ਸਕਦਾ, ਉਹਦੀ ਸੁਣਵਾਈ ਹੁੰਦੀ ਆ। ਜੀ ਮਤਲਬ ਚਾਹੇ ਉਹਦੀ ਰਾਏ ਉਹ ਗਲਤ ਆ ਜਾਂ ਸਹੀ ਆ, ਉਹਨੂੰ ਸੁਣਦੇ ਆ। ਵੀ ਕਹਿ ਸਕਦੇ ਆ ਵੀ ਇੱਥੇ ਇਹ ਨਹੀਂ ਸਾਨੂੰ ਸਿਫਾਰਿਸ਼ ਪਾਉਣੀ ਪੈਂਦੀ, ਤੁਸੀਂ ਜਾ ਕੇ ਜਿੱਥੇ ਮਰਜ਼ੀ ਆਪ ਕਿਸੇ ਦਫ਼ਤਰ ਜਾ ਕੇ ਆਪ ਉਹਨਾਂ ਨੂੰ ਮਿਲ ਸਕਦੇ ਆ, ਕਹਿ ਸਕਦੇ ਆ। ਇੱਥੇ ਲਾਈਨਾਂ 'ਚ ਉਹੀ ਆ ਵੀ ਚਲੋ ਸਿਸਟਮ ਆ, ਸਿਸਟਮ ਨੂੰ ਫੋਲੋ ਤਾਂ ਕਰਦੇ, ਸੁਣਦੇ ਆ। ਹਾਂਜੀ ਤੇ ਵਧੀਆ ਚੰਗੇ ਇੱਥੇ ਲੋਕ ਬਹੁਤ ਵਧੀਆ, ਉੱਥੇ ਵੀ ਵਧੀਆ ਉੱਥੇ ਵੀ ਵਧੀਆ। ਸਿਰਫ ਇਹ ਤਾਂ ਅਸੀਂ ਢਾਂਚੇ ਆ ਇਹਨੂੰ ਦੇਖਣਾ, ਢਾਂਚਾ ਉੱਥੇ ਵੀ ਸਹੀ ਤੇ ਉੱਥੇ ਨਾਲ ਦੀ ਤਾਂ ਮਤਲਬ ਘਾਟ ਹੈ ਹੀ ਨਹੀਂ। ਕਿਦੋਂ ਕੋਈ ਸਮਾਂ ਸੀ ਦੁਨੀਆ 'ਚ ਨੰਬਰ 1 ਪੰਜਾਬ ਸੀ ਆਪਣਾ। ਜੀ ਬਿਲਕੁਲ। ਸਿੱਖ ਰਾਜ ਨੰਬਰ 1 ਤੇ ਸੀ, ਜਦੋਂ ਕਿ ਜਿਹੜਾ ਸਾਡਾ ਰੁਪਈਏ ਦੀ ਕੀਮਤ ਉਦੋਂ ਪਾਉਂਡ ਨਾਲੋਂ ਜ਼ਿਆਦਾ ਹੁੰਦੀ ਸੀ। ਤੇ ਜਿਹੜੇ ਗੋਰੇ ਲੋਕ ਜਾ ਕੇ ਉੱਥੇ ਨੌਕਰੀਆਂ ਕਰਦੇ ਰਹੇ। ਜੀ ਹਾਂਜੀ। ਤੇ ਉਹ ਮਤਲਬ ਕਿਉਂਕਿ ਸਿਸਟਮ ਸੀ ਵਧੀਆ, ਸਿਸਟਮ ਵਧੀਆ ਸੀ, ਉਹਨੇ ਮਤਲਬ ਉਸ ਸਾਰ ਬਣਾਇਆ ਸੀ ਉਹਨੂੰ, ਜਿਹੜਾ ਸਿੱਖਿਆ ਦਾ ਸਭ ਤੋਂ ਦੁਨੀਆ ਦੇ ਸਭ ਤੋਂ ਪਹਿਲਾ ਜੇ ਨੰਬਰ 1 ਤੇ ਸਿੱਖਿਆ ਦੇ ਆਪਣਾ ਸੀ ਪੰਜਾਬ ਉਦੋਂ। ਜੀ ਬਿਲਕੁਲ। ਹਾਂਜੀ। ਤੇ ਚਲੋ ਹੁਣ ਜਿੱਦਾਂ ਹੁਣ ਉਹ ਤਾਂ ਨੀਤੀਆਂ ਖਰਾਬ ਹੋ ਗਈਆਂ ਨੇ ਉਸ ਦਾ। ਬਾਕੀ ਚਲੋ ਮੈਂ ਕਹਿੰਦਾ ਸਾਰਿਆਂ ਨੂੰ ਬਤਾਏ ਤੇ ਜਾਂ ਆਪਣਾ ਦੇਖੋ ਜੀ, ਆਜ਼ਾਦੀ ਮਨਾਓ ਜਿੰਨਾ ਤੁਹਾਨੂੰ ਸਮਾਂ ਮਿਲਦਾ ਤੇ ਵਧੀਆ ਆਪਣਾ ਟਾਈਮ ਬਿਤਾਓ, ਖੁਸ਼ੀ ਬਿਤਾਓ। ਮੈਂ ਤਾਂ ਇਹੀ ਬੇਨਤੀ ਕਰੂੰਗਾ ਜੀ, ਰਲ ਮਿਲ ਕੇ ਪਿਆਰ ਨਾਲ ਰਹੋ ਜੀ। ਧੰਨਵਾਦ ਸਾਰਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ, ਬਹੁਤ ਸ਼ੁਕਰੀਆ। ਸਾਡੇ ਨਾਲ ਸਾਡੇ ਅਗਲੇ ਕਾਲਰ ਨੇ ਜੀ ਨਿਰਮਲ ਲਾਲੀ ਜੀ। ਸਤਿ ਸ਼੍ਰੀ ਅਕਾਲ ਜੀ। ਨਿਰਮਲ ਲਾਲੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਹਾਂਜੀ, ਸਾਰਿਆਂ ਨੂੰ ਫੋਰਸ ਦੀਆਂ ਬਹੁਤ ਬਹੁਤ ਮੁਬਾਰਕਾਂ। ਜੀ ਤੁਹਾਨੂੰ ਜੀ ਵਧਾਈਆਂ ਜੀ। ਸਾਰਿਆਂ ਨੂੰ ਫੋਰਸ ਦੀਆਂ ਬਹੁਤ ਮੁਬਾਰਕਾਂ। ਅਮਰੀਕਾ ਦੇ ਵਿੱਚ ਜਿੰਨੀ ਦੀਆਂ ਸਾਰੀਆਂ ਸਹੂਲਤਾਂ ਮਿਲਦੀਆਂ ਸਾਨੂੰ, ਜਿਵੇਂ ਕੁੱਲੀ ਗੁੱਲੀ ਜੁੱਲੀ, ਭਾਵ ਰੋਟੀ ਕੱਪੜਾ ਮਕਾਨ, ਆਜ਼ਾਦੀ ਇਨਸਾਫ ਪ੍ਰਾਪਤ, ਬਾਕੀ ਹਰ ਇੱਕ ਦੀ ਜਾਨ ਮਾਲ ਤੇ ਇੱਜ਼ਤ ਸੁਰੱਖਿਅਤ ਹੈ, ਜਿਹੜੀਆਂ ਕਿ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਜ਼ਿੰਦਗੀ ਦੇ ਵਿੱਚ। ਓਕੇ ਜੀ, ਧੰਨਵਾਦ। ਥੈਂਕ ਯੂ ਜੀ, ਬੜੀ ਮਿਹਰਬਾਨੀ। ਤੇ ਸੋ ਗੱਲਾਂ ਬਾਤਾਂ ਜਿਹੜੀਆਂ ਇਹ ਚੱਲ ਰਹੀਆਂ ਨੇ ਵੀ ਅਮਰੀਕਾ ਦੇ ਆਜ਼ਾਦੀ ਦੇ ਇਸ ਦਿਨ ਦੇ ਉੱਤੇ ਵੀ ਕਿਸ ਤਰੀਕੇ ਦੇ ਨਾਲ ਆਪਾਂ ਜਿਹੜਾ ਇਹ 246ਵਾਂ ਅਮਰੀਕਾ ਦਾ ਆਜ਼ਾਦੀ ਦਾ ਇਹ ਦਿਨ ਮਨਾ ਰਹੇ ਹਾਂ। 246 ਵਰੇ ਪਹਿਲਾਂ 1776 ਦੇ ਵਿੱਚ ਅਮਰੀਕਨ ਜਿਹੜੇ ਲੋਕ ਬਾਅਦ ਦੇ ਵਿੱਚ ਅਮਰੀਕਨ ਬਣੇ, ਉਦੋਂ ਵੱਖ-ਵੱਖ ਕਾਲੋਨੀ ਸੀਗੀਆਂ। ਉਦੋਂ ਉਹਨਾਂ ਨੇ ਫੈਸਲਾ ਲਿਆ ਵੀ ਅਸੀਂ ਕਾਲੋਨੀਜ਼ ਮਿਲ ਕੇ ਇੱਕ ਦੇਸ਼ ਦੇ ਵਜੋਂ ਜਿਹੜਾ ਉਹ ਵਿਚਰਦੇ ਹਾਂ। ਫਿਰ ਯੂਨਾਈਟਿਡ ਸਟੇਟਸ ਆਫ ਅਮਰੀਕਾ, ਇੱਥੇ ਫੈਡਰਲਿਜ਼ਮ ਢਾਂਚਾ ਜਿਸ ਦੇ ਉੱਤੇ ਇਸ ਟਾਈਮ ਵਾਰ ਆ ਪ੍ਰਵੀਨ, ਉੱਥੇ ਇੰਡੀਆ ਦੇ ਵਿੱਚ ਇੱਥੇ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਵੀ ਫਿਰ ਵੀ ਜਿਹੜਾ ਉਹ ਸੁਰੱਖਿਅਤ ਹੈਗੇ ਨੇ, ਰਾਈਟ। ਸੋ ਵੀ ਇੱਥੇ ਆਪਣੇ ਕਾਨੂੰਨ ਸੂਬੇ ਦੇ ਵੱਖਰੇ ਆ, ਉੱਥੇ ਜਿਹੜੇ ਆ ਉਹਦੇ ਹੌਲੀ ਹੌਲੀ ਉਹਨਾਂ ਕਾਨੂੰਨਾਂ ਦੇ ਉੱਤੇ, ਉਹਨਾਂ ਜਿਹੜੇ ਹੱਕਾਂ ਦੇ ਉੱਤੇ ਡਾਕਾ ਜਿਹੜਾ ਉਹ ਵੱਜ ਰਿਹਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਦੇਖਦੇ ਹਾਂ ਇੱਥੇ, ਬੋਲਣ ਦੀ, ਧਰਮ ਦੀ, ਪ੍ਰੈਸ ਦੀ, ਅਸੈਂਬਲੀ ਦੀ ਯਾਨੀ ਕਿ ਪ੍ਰੋਟੈਸਟ ਕਰਨ ਦੀ, ਪਟੀਸ਼ਨ ਕਰਨ ਦੀ ਸਰਕਾਰ ਨੂੰ, ਇਹ ਸਾਰੀਆਂ ਜਿਹੜੀਆਂ ਫਰੀਡਮਸ ਆ ਉਹ ਅਮਰੀਕਾ ਦੇ ਵਿੱਚ ਆਪਾਂ ਨੂੰ ਜਿਹੜੀਆਂ ਉਹ ਮਿਲਦੀਆਂ ਆ। ਸੋ ਬਹੁਤ ਸਾਰੀਆਂ ਅਜਿਹੀਆਂ ਆਜ਼ਾਦੀਆਂ ਜਿਹੜੀਆਂ ਆਪਾਂ ਨਾ ਟੇਕਨ ਫਾਰ ਗ੍ਰਾਂਟਿਡ ਜਿਹੜਾ ਉਹ ਦੇਖਦੇ ਆ ਵੀ ਕਿੱਦਾਂ ਆ, ਕਿਵੇਂ ਆ। ਸੋ ਇਹ ਸਾਰੀਆਂ ਚੀਜ਼ਾਂ ਬਹੁਤ ਅਹਿਮ ਨੇ ਜਿਹਦੇ ਕਰਕੇ ਲੋਕਾਂ ਨੂੰ ਇੱਥੇ ਆਉਣਾ ਜਿਹੜਾ ਉਹ ਪਸੰਦ ਆ। ਪ੍ਰਵਾਸੀਆਂ ਦਾ ਇਹ ਮੁਲਕ ਆ। ਜਿਹੜੇ ਇੱਥੋਂ ਦੇ ਤਾਂ ਨੇਟਿਵ ਅਮਰੀਕਨ ਜਿਹੜੇ ਆ, ਨੇਟਿਵ ਇੰਡੀਅਨ ਆ, ਉਹਨਾਂ ਦਾ ਤਾਂ ਆਪਾਂ ਦੇਖਦੇ ਹਾਂ। ਦੇਖੋ ਇਹ ਇੱਕ ਜ਼ਰੂਰ ਇੱਕ ਡਿਫਰੈਂਟ ਸਾਈਡ ਆਫ ਜਿਹੜੀ ਅਮਰੀਕਾ ਦੀ ਇੰਡੀਪੈਂਡੈਂਸ ਦੀ ਜਿਹੜੀ ਉਹ ਸਟੋਰੀ ਹੈਗੀ ਆ ਵੀ ਆਪਣੇ ਸਾਰਿਆਂ ਦੇ ਲਈ ਤਾਂ ਬਹੁਤ ਵਧੀਆ ਜਿਹੜਾ ਚੀਜ਼ ਬਣ ਗਈ ਆ, ਪਰ ਕਈਆਂ ਦੇ ਲਈ ਮਾੜਾ ਵੀ ਜਿਹੜਾ ਇਸ ਦੇ ਨਾਲ ਨਾਲ ਵਾਪਰਦਾ ਰਿਹਾ ਆ। ਪਰ ਇਹ ਆ ਵੀ ਆਪਾਂ ਜੇ ਆਪਣੇ ਸੰਦਰਭ ਤੋਂ ਦੇਖਿਆ ਜਾਵੇ ਤਾਂ ਆਪਾਂ ਨੂੰ ਇੱਥੇ ਪ੍ਰਫੁੱਲਿਤ ਹੋਣ ਦੇ ਲਈ, ਅੱਗੇ ਵਧਣ ਦੇ ਲਈ ਬਹੁਤ ਸੁਨਹਿਰੀ ਮੌਕਾ ਜਿਹੜਾ ਉਹ ਮਿਲਿਆ ਹੈਗਾ ਆ। ਰਾਜੀ ਅਮਰੀਕਾ ਨੂੰ ਡ੍ਰੀਮਰਸ ਕੰਟਰੀ ਕਿਹਾ ਜਾਂਦਾ ਹੈ, ਸੁਪਨੇ ਲੈਣ ਵਾਲੇ ਲੋਕਾਂ ਦਾ ਦੇਸ਼, ਸੁਪਨੇ ਪੂਰੇ ਕਰਨ ਵਾਲਿਆਂ ਦਾ ਵੀ। ਤੇ ਸਾਡੇ ਨਾਲ ਕੁਝ ਹੋਰ ਕਾਲਰ ਜੁੜੇ ਨੇ। ਸਭ ਤੋਂ ਪਹਿਲਾਂ ਬੂਟਾ ਸਿੰਘ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
ਹਾਂਜੀ, ਰਾਜਕਰਨ ਵੀਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਹੁਣੇ ਹੀ ਆਨ ਕੀਤਾ ਸੀਗਾ ਜੀ। ਵੇਖੋ ਅਮਰੀਕਾ ਦੇ ਵਿੱਚ ਆਜ਼ਾਦੀ, ਜਿਵੇਂ ਹੁਣ ਤੁਸੀਂ ਰਾਜਵੀਰ ਕਰਨ ਜੀ ਕਹਿ ਕੇ ਹੀ ਗਏ ਆ ਵੀ ਭਾਈ ਇੱਥੇ ਹਰੇਕ ਚੀਜ਼ ਦੀ ਆਜ਼ਾਦੀ ਆ, ਜੋ ਮਰਜ਼ੀ ਧਰਮ ਅਪਣਾਓ, ਜੋ ਮਰਜ਼ੀ ਆਪਦਾ ਕਿੱਤਾ ਜਿਹੜਾ ਕਰਨਾ ਕਰ ਸਕਦੇ ਆ ਤੁਸੀਂ, ਜਿਹੜਾ ਮਰਜ਼ੀ ਕਰ ਸਕਦੇ ਆ। ਇਹ ਨਹੀਂ ਵੀ ਉਹ ਤੁਹਾਨੂੰ ਤੁਹਾਡੀ ਕੀ ਜਾਤ ਕੀ ਆ, ਤੁਹਾਡੀ ਪਾਤ ਕੀ ਆ, ਤੁਸੀਂ ਕੀ ਕੀਤਾ ਕੀ ਨਹੀਂ। ਇੱਥੇ ਹਰੇਕ ਚੀਜ਼ ਦੀ ਜ਼ਿੰਮੇਵਾਰੀ ਨਾਲ ਕੰਮ ਜਿਹੜਾ ਮਰਜ਼ੀ ਤੁਸੀਂ ਕਰ ਸਕਦੇ, ਜਿਹੜਾ ਤੁਸੀਂ ਪ੍ਰੋਫੈਸ਼ਨਲ ਕਿੱਤੇ 'ਚ ਕਰ ਸਕਦੇ ਆ। ਜੀ ਜੀ ਜੀ, ਆਪਦੀ ਗੱਲ ਕਹਿ ਸਕਦੇ ਆ ਜੀ। ਗੱਲ ਕਹਿਣ ਦਾ, ਸੁਣਨ ਦਾ, ਹਰੇਕ ਕੰਮ ਜਿੱਥੇ ਜਾਓ ਅਪੁਆਇੰਟਮੈਂਟ ਬਣਾਓ, ਕੰਮ ਤੁਹਾਡਾ ਹੋਇਆ। ਇਹ ਨਹੀਂ ਉੱਥੋਂ ਵੀ ਇੱਥੇ ਅਫਸਰ ਹੈ ਨਹੀਂ ਜੀ, ਇੱਥੇ ਉਹ ਹੈ ਨਹੀਂ। ਤੇ ਉੱਥੇ ਇੰਡੀਆ 'ਚ ਤਾਂ ਫੋਟੋਆਂ ਤੋਂ ਵੀ ਡਰ ਲੱਗੀ ਜਾਂਦਾ ਜੀ। ਹੁਣ ਮੈਂ ਅੱਜ ਸੁਣੀ ਸੀ ਖਬਰ, ਸੰਤਾਂ ਦੀ ਫੋਟੋ ਸੀਗੀ ਤੇ ਕਹਿੰਦੇ ਕਹੀ ਜਾਂਦੇ ਸੀਗੇ ਉਦੋਂ ਇਹਨਾਂ ਨੂੰ ਮਰਾਠਾ ਤੋਂ ਡਰ ਲੱਗਦਾ, ਗੁਰਦੁਆਰੇ ਹਮਲਾ ਕਰਾਉਣ 'ਚ ਵੀ ਕਰਦੀ ਵਾਲਾ। ਅੱਜ ਸ਼੍ਰੋਮਣੀ ਫੋਟੋ ਲਾਈ ਜਾਂਦੇ, ਵੇਖੋ ਦੂਰੀਆਂ ਜੀ। ਉੱਥੇ ਕਿਸੇ ਨੂੰ ਗੱਲ ਕਹਿਣ ਦਾ ਅਧਿਕਾਰ ਨਹੀਂ, ਜੇ ਕੋਈ ਕਹਿੰਦਾ ਤਾਂ ਹੁਣ ਥੋੜਾ ਆਪ ਵਾਲਿਆਂ ਦੀ ਸਰਕਾਰ ਨੇ ਆ ਕੇ ਕਰਪਟ ਬੰਦਿਆਂ ਨੂੰ ਥੋੜਾ ਜਿਹਾ ਉਹਨਾਂ ਨੂੰ ਰੋਕਥਾਮ ਕੀਤਾ, ਤੇ ਨਹੀਂ ਤਾਂ ਸਾਰਿਆਂ ਨੇ ਖਾ ਲਿਆ ਲੁੱਟ ਕੇ। ਤੇ ਨਾਲੇ ਅੱਗੋਂ ਕੁੱਟਦੇ ਸੀ, ਕਿਸੇ ਨੂੰ ਬੋਲਣ ਦੀ ਆਜ਼ਾਦੀ ਨਹੀਂ, ਕਿਸੇ ਨੂੰ ਨੌਕਰੀ ਨਹੀਂ, ਕੋਈ ਆਪਣੀ ਗੱਲ ਨਹੀਂ ਕਹਿ ਸਕਦਾ। ਜੇ ਕੋਈ ਕਹਿੰਦਾ ਤਾਂ ਅੱਗੋਂ ਨੇੜੇ ਹੋ ਕੇ ਤੇ ਕਹਿੰਦੇ ਉਰਾਂ ਤੇ ਲੱਫੜ ਮਾਰਦੇ ਆ। ਕਿੰਨੇ ਕਾਂਗਰਸੀਆਂ ਨੇ 2-3 ਵਾਰੀ ਥੱਲੇ ਹੀ ਮਾਰੇ, ਬੀਬੀ ਨੇ ਮਲੂਕਾ ਸਾਹਿਬ ਨੇ ਮਾਰਿਆ ਸੀ। ਜੀ 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 ਜੀ। ਗੱਲ ਆ ਵੀ ਉੱਥੇ ਕੋਈ ਆਜ਼ਾਦੀ ਆਪਾਂ ਹੈ, ਭਾਵੇਂ ਆਜ਼ਾਦ ਕਹਿ ਦਿੰਦੇ ਆ, ਗੁਲਾਮੀ 'ਚ ਹੈ। ਮਿਨੋਰਟੀ ਹਰੇਕ ਗੁਲਾਮੀ 'ਚ ਹੈ। ਉਹ ਆਪਦੀ ਕੋਈ ਗੱਲ ਨਹੀਂ ਕਰ ਸਕਦਾ। ਉਹਨੂੰ ਅੱਤਵਾਦੀ, ਵੱਖਵਾਦੀ ਬਣਾ ਕੇ ਉੱਤੇ ਕੇਸ ਕੀਤੇ ਜਾਂਦੇ ਆ। ਤੇ ਉਹਨਾਂ ਦੇ ਜਿਹੜੇ ਸਰਕਾਰੀ ਪੱਖੀ ਹੈ, ਜੋ ਜੀ ਕੁਛ ਕਰੀ ਜਾਣ, ਉਹਨਾਂ ਨੂੰ ਖੁੱਲੀ ਛੁੱਟੀ, ਉਹਨਾਂ ਦੇ ਕੋਈ ਕੇਸ ਨਹੀਂ। ਆਹ ਤੁਸੀਂ ਸੁਣਿਆ ਹੀ ਆ, ਜਿਹੜੀ ਉਹ ਬੀਬੀ ਨੇ ਕਿੰਨਾ ਦੇਸ਼ ਦੇ ਵਿੱਚ ਅੱਗ ਲਾਈ ਸਾਰੇ 'ਚ। ਹਾਂਜੀ ਹਾਂਜੀ, ਸੁਣਿਆ ਬਿਲਕੁਲ। ਹਾਂ, ਤੇ ਵੇਖੋ ਉਹਨੂੰ ਤਾਂ ਆਜ਼ਾਦੀ ਹੈ, ਤੇ ਜਿਹੜੇ ਉਹਨੇ ਨਾਂ ਲੈਤਾ ਵੀ ਫਲਾਣੇ ਉਹਨਾਂ ਨੂੰ ਫੜ ਕੇ ਅੰਦਰ ਕਰਤਾ। ਜੀ ਬਿਲਕੁਲ ਜੀ, ਠੀਕ ਹੈ। ਇੱਥੇ ਜਿਹੜੇ ਅਮਰੀਕਾ ਨੂੰ ਤਾਂ ਆਜ਼ਾਦੀ ਹਰੇਕ ਕੰਮ ਕਰਨ ਦੀ, ਹਰੇਕ ਧਰਮ ਦੀ, ਹਰੇਕ ਗੱਲ ਕਹਿਣ ਦੀ, ਸੁਣਨ ਦੀ, ਹਰੇਕ ਚੀਜ਼ ਦੀ ਆਜ਼ਾਦੀ ਹੈ। ਜਿਹੜਾ ਮਰਜ਼ੀ ਕੰਮ ਕਰੋ, ਜਿੰਨਾ ਮਰਜ਼ੀ ਵਧੋ, ਗੌਰਮੈਂਟ ਦਾ ਟੈਕਸ, ਗੌਰਮੈਂਟ ਦੀਆਂ ਜਿਹੜੀਆਂ ਰਿਕੁਆਇਰਮੈਂਟਾਂ ਪੂਰੀਆਂ ਕਰੋ, ਤੇ ਜੋ ਮਰਜ਼ੀ ਕਰੋ। ਜੀ ਚਲੋ ਇੰਨਾ ਹੀ ਕਹਿਣਾ ਸੀਗਾ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਹੋਣ। ਤੁਹਾਨੂੰ ਵੀ 4th of July ਦੀਆਂ ਵਧਾਈਆਂ ਜੀ, ਬਹੁਤ ਬਹੁਤ ਮਿਹਰਬਾਨੀ। ਅੱਜ ਨਾ ਸੋ ਆਪਾਂ ਕਾਲਸ ਵੀ ਜਿਹੜੀਆਂ ਲੈਨੇ ਆ, ਤੇ ਕਿਉਂਕਿ ਹੁਣ ਆਪਾਂ ਦਿਨ ਢਲਣ ਵਾਲੇ ਪਾਸੇ ਨੂੰ ਵੱਧ ਰਹੇ ਆ, ਤੇ ਬਹੁਤ ਸਾਰੇ ਜਿਹੜੇ ਸ਼ਹਿਰਾਂ ਦੇ ਵਿੱਚ ਪਟਾਕੇ, ਆਤਿਸ਼ਬਾਜ਼ੀ ਜਿਹੜੇ ਆ, ਉਸ ਦੇ ਨਜ਼ਾਰੇ ਜਿਹੜੇ ਉਹ ਚੱਲਣੇ ਆ। ਸੋ ਤੁਸੀਂ ਵੀ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਦੇਖ ਰਹੇ ਆ, ਉਹ ਆਨੰਦ ਮਾਣ ਲਓ। ਬਾਕੀ ਜਿੱਥੇ ਸਾਡੀ ਪਹੁੰਚ ਆਈ, ਅਸੀਂ ਉੱਥੋਂ ਤੁਹਾਨੂੰ ਲਾਈਵ ਵੀ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਆ ਉਹ ਜ਼ਰੂਰ ਕਰਾਂਗੇ ਸਾਡੇ ਫੇਸਬੁੱਕ ਜਿਹੜੇ ਆ ਪੇਜ ਦੇ ਉੱਤੇ। ਤੇ ਅਗਲੇ ਕਾਲਰ ਵੱਲ ਵੱਧਦੇ ਆ ਪ੍ਰਵੀਨ ਜੀ। ਜੀ, ਆਪਣੇ ਅਗਲੇ ਕਾਲਰ ਨੇ ਜੀ ਸੁਰਿੰਦਰ ਸਿੰਘ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕਰਨਵੀਰ ਜੀ ਤੇ ਪ੍ਰਵੀਨ ਜੀ ਤੇ ਸਾਰੇ ਮੁਲਕ ਦੇ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਅਮਰੀਕਾ ਦੀ ਆਜ਼ਾਦੀ ਦੀਆਂ ਜੀ। ਜੀ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕ। ਹਾਂਜੀ, ਬਹੁਤ ਵਧੀਆ ਮੁਲਕ ਹੈ, ਬਹੁਤ ਵਧੀਆ ਆਜ਼ਾਦੀ ਆ। ਪਰ ਇੱਕ ਕਹਾਵਤ ਆ ਕਰਨਵੀਰ, ਵੀ ਜੇ ਭਾਂਡੇ ਦਾ ਮੂੰਹ ਖੁੱਲਾ ਹੋਵੇ ਤਾਂ ਉਹਨੂੰ ਥੋੜੀ ਜਿਹੀ ਸ਼ਰਮ ਚਾਹੀਦੀ ਆ। ਤੇ ਜਦੋਂ ਅਸੀਂ ਇਹਨਾਂ ਨਾਲ ਠੱਗੀਆਂ ਮਾਰਦੇ, ਛੋਟੀਆਂ ਗੱਲਾਂ ਤੇ ਮੜਮੜੀਆਂ ਗੱਲਾਂ, ਤੇ ਉਦੋਂ ਸਾਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ। ਜੀ। ਤੇ ਤੁਸੀਂ ਹੁਣ ਜੇ ਭੋਲੇ ਲੋਕ ਆ ਇਹ, ਤਾਂ ਅਸੀਂ ਇਹਨਾਂ ਨਾਲ ਝੂਠ ਬੋਲ ਕੇ ਕੀ ਕੁਛ ਕਰ ਰਹੇ ਹਾਂ ਜੀ। ਇਹ ਵੀ ਦੇਖ ਲਓ, ਆਪਣੇ ਅੰਦਰ ਝਾਤੀ ਮਾਰ ਲਈਏ, ਕਿਸੇ ਨੂੰ ਕਹਿਣ ਦੀ ਲੋੜ ਨਹੀਂ। ਜੀ ਜੀ ਜੀ। ਕਰੋਨੇ 'ਚ ਦੇਖ ਲਓ ਕੀ ਕੁਛ ਹੈ। ਜਿਹੜੇ ਡਾਕਟਰ ਨਰਸਾਂ ਨੇ ਮੋਹਰੇ ਹੋ ਕੇ ਮੌਤ ਦੇ ਮੂੰਹ 'ਚ ਕੰਮ ਕੀਤੇ, ਉਹਨਾਂ ਨੂੰ ਇੱਕ ਪੈਨੀ ਨਹੀਂ ਮਿਲੀ, ਤੇ ਮੇਰੇ ਵਰਗੇ ਬੇਲੜਾ ਨੂੰ ਤੀਏ ਦਿਨ 1500 ਆ ਗਿਆ, 1400 ਆ ਗਿਆ, 1300 ਆ ਗਿਆ ਜੀ। ਇਹਦਾ ਵੀ ਖਿਆਲ ਰੱਖਣਾ ਚਾਹੀਦਾ ਜੀ ਸਾਨੂੰ। ਜਿਹੜੀਆਂ ਹੁਣ ਕਹਿੰਦੇ ਨੇ ਐਂਬੂਲੈਂਸ ਆਉਂਦੀਆਂ, ਕੁੱਲੀ ਜੁੱਲੀ ਮਿਲਦੀ, ਉਹ ਕਈ ਵਾਰੀ ਅਸੀਂ ਧੋਖੇ ਨਾਲ ਲੈਂਦੇ ਹਾਂ, ਉਹਦੇ ਲਾਇਕ ਨਹੀਂ ਹੁੰਦੇ ਅਸੀਂ ਜੀ। ਉਹਦੇ ਨਾਲ ਅਸੀਂ ਝੂਠ ਬੋਲ ਕੇ ਲੈਂਦੇ। ਫਿਰ ਅਸੀਂ ਬਹਿ ਕੇ ਸੱਥਾਂ 'ਚ ਗੱਪਾਂ ਮਾਰਦੇ, ਮੇਰੇ ਉੱਥੇ 55 ਏਕੜ ਹੈ, ਮੇਰੇ 57 ਏਕੜ ਹੈ, ਤੇ ਇੱਥੇ ਅਸੀਂ ਨੰਗ ਲਿਖ ਕੇ ਦਿੰਦੇ ਉਹ ਸਹੂਲਤਾਂ ਲੈਣ ਲਈ। ਇਹ ਵੀ ਥੋੜਾ ਜਿਹਾ ਸਾਡੇ ਅੰਦਰ ਝਾਤੀ ਆਪਣੇ ਆਪ ਮਾਰਨੀ ਚਾਹੀਦੀ ਹੈ। ਬਾਕੀ ਇੱਥੇ ਵੀ ਸਭ ਜਿੱਦਾਂ ਕਰਨਵੀਰ ਕਹਿੰਦਾ ਵੀ ਚੰਗੀਆਂ ਗੱਲਾਂ ਵੀ ਨਹੀਂ, ਮਾੜੀਆਂ ਵੀ ਨਹੀਂ। ਹੁਣ ਸਾਡਾ ਇੱਥੇ ਮੁੰਡਾ ਸ਼ੇਰਗਿੱਲ ਮਾਰਿਆ ਸੀ, ਲੋੜ ਆਈ, ਕਈ ਸਾਲ ਹੋ ਗਏ, ਉਹਦਾ ਅੱਜ ਤੇ ਪਤਾ ਨਹੀਂ ਕੋਈ ਕਿਸੇ ਬੰਨੇ ਹੀ ਨਹੀਂ ਲੱਗਾ ਜੀ। ਇੱਕ ਉਹ ਬਾਪੂ ਜੀ ਦਾ ਜਵਾਈ ਮਾਰਿਆ ਸੂਸੋ, ਉਹਨਾਂ ਦਾ ਵੀ ਹਜੇ ਤਾਈਂ ਕੋਈ ਪਤਾ ਨਹੀਂ ਲੱਗਾ ਕਿੰਨੇ ਸਾਲ ਹੋ ਗਏ। ਬਾਕੀ ਇੱਥੇ ਵੀ ਜਿਹੜਾ ਕਤਲ ਜਾਂ ਰਗੋੜਾ ਦੇਖ ਲਓ ਵੀ ਹਰ ਹਫ਼ਤੇ 3-4 ਵਾਰੀ ਕਿਤੇ ਨਾ ਕਿਤੇ ਗੋਲੀ ਚੱਲਦੀ, ਬੰਦੇ ਮਰਦੇ ਆ। ਹੁਣ ਇਕੱਲੇ ਉਹਨੇ ਕਾਰ 'ਚ ਜੇ ਉਹਨੂੰ ਬੰਦਾ ਗਲਤ ਕਾਰ ਚਲੋ ਤੇ ਟਾਇਰ
ਜਦੋਂ ਇਹ ਕਿੱਥੇ ਨੂੰ ਲੈ ਜਾਊ ਕਾਰ, ਉਹ ਗੋਲੀਆਂ ਮਾਰ ਕੇ ਤਾਂ ਉਹ ਸਾਰਾ ਉਹਦਾ ਛਾਣਨੀ ਕਰਕੇ ਮਾਰਤਾ ਬੰਦਾ ਜੀ। ਕੋਈ ਨਾ ਗੱਲ ਤਾਂ ਇੱਥੇ ਵੀ ਹੁੰਦੀ ਆ, ਪਰ ਫਿਰ ਵੀ ਇਹ ਮੁਲਕ ਬਹੁਤ ਵਧੀਆ ਹੈ ਜੀ, ਬਹੁਤ ਆਜ਼ਾਦੀ ਹਰੇਕ ਨੂੰ ਦਿੰਦਾ, ਹਰੇਕ ਨੂੰ ਸਹਾਇਤਾ ਦਿੰਦਾ, ਬਹੁਤ ਚੰਗਾ ਮੁਲਕ ਹੈ ਜੀ, ਸਿਫਤ ਕਰਨੀ ਚਾਹੀਦੀ ਆ। ਥੈਂਕ ਯੂ ਜੀ। ਬਾਕੀ ਜਿੱਦਾਂ ਕਰਨਵੀਰ ਦੱਸਦਾ, ਸਾਰੇ ਸਭ ਕੁਝ ਨਾ ਚੰਗਾ ਹੁੰਦਾ ਨਾ ਮਾੜਾ ਹੁੰਦਾ, ਸਭ ਕੁਝ ਹੀ ਠੀਕ ਠਾਕ ਆ, ਬਹੁਤ ਵਧੀਆ ਜੀ। ਵਧਾਈਆਂ ਤੁਹਾਨੂੰ ਸਾਰਿਆਂ ਨੂੰ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਇੱਥੇ ਨਾ ਪ੍ਰਵੀਨ, ਇਹਦੇ ਵਿੱਚ ਮੈਂ ਇੱਕ ਐਡ ਕਰਨਾ ਚਾਹੁੰਦਾ ਵੀ ਠੱਗੀਆਂ ਮਾਰਦੇ ਜਾਂ ਉਹ ਕਰਦੇ ਆ। ਇੱਥੇ ਤੇ ਜਦੋਂ ਤੁਸੀਂ ਐਜੂਕੇਸ਼ਨ ਸਿਸਟਮ ਦੇ ਵਿੱਚ ਜਾਂਦੇ ਨਾ, ਤੁਹਾਡਾ ਨਿਆਣੇ ਜਦੋਂ ਪੜ੍ਹਦੇ ਆ, ਆਪ ਤਾਂ ਚਲੋ ਅਸੀਂ ਨਹੀਂ ਪੜ੍ਹੇ, ਅਸੀਂ ਤਾਂ ਬਾਅਦ ਦੇ ਵਿੱਚ ਆਏ ਹਾਂ। ਜੇ ਇੱਥੇ ਸਕੂਲਿੰਗ ਕੀਤੀ ਹੋਵੇ ਉਹ ਨਿਆਣੇ ਦੀ, ਤੇ ਜਿਹੜਾ ਉੱਥੋਂ ਇੰਡੀਆ ਤੋਂ ਪੜ੍ਹ ਕੇ ਆਇਆ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਇੱਥੇ ਜ਼ੋਰ ਲਾਇਆ ਜਾਂਦਾ ਮੋਰਲਸ ਨਾਲ ਤੇ ਐਥਿਕਸ ਦੇ ਉੱਤੇ। ਉੱਥੇ ਜ਼ੋਰ ਘਰ ਤੋਂ ਸ਼ੁਰੂ ਹੋ ਜਾਂਦੇ ਆ ਤੇ ਅਖੀਰ ਤੱਕ ਇਹੀ ਸਿਖਾਇਆ ਜਾਂਦਾ ਦੂਜੇ ਨੂੰ ਠੱਗ ਕੇ ਆਪਣਾ ਫਾਇਦਾ ਮੁਨਾਫਾ ਕਿੱਦਾਂ ਕਰਨਾ। ਇਹ ਚੀਜ਼ ਦਾ ਜ਼ਮੀਨ ਅਸਮਾਨ ਦਾ ਫਰਕ ਆ। ਤੇ ਇਵੈਂਚੁਅਲੀ ਉਹ ਚੀਜ਼ਾਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਆ। ਪੜ੍ਹਾਈ ਹੋਰ ਲਹਿਜੇ ਦੇ ਵਿੱਚ ਉੱਥੇ ਕਿੱਦਾਂ ਦੀ ਪੜ੍ਹਾਈ ਕਰਾਈ ਜਾਂਦੀ, ਉਹ ਇੱਕ ਵਧੀਆ ਚੀਜ਼ ਆ ਵੀ ਸਖਤ ਪੜ੍ਹਾਈ ਆ ਜੀ। ਚਲੋ ਜੀ, ਨਿਆਣੇ ਗਾਂਹ ਸਿੱਖ ਜਾਣਗੇ, ਵਧੀਆ ਹੋ ਜਾਊਗਾ, ਠੀਕ ਆ। ਪਰ ਨਾਲ ਦੇ ਨਾਲ ਜਿਹੜੇ ਐਥਿਕਸ, ਮਨ ਦੇ ਵਿੱਚ ਜਿਹੜੀਆਂ ਚੰਗੀਆਂ ਚੀਜ਼ਾਂ ਆ, ਉਹਨਾਂ ਦਾ ਪ੍ਰਵੇਸ਼ ਹੋਣਾ, ਉਹਨਾਂ ਦਾ ਵਿੱਚ ਐਂਟਰ ਹੋਣਾ ਬਹੁਤ ਜ਼ਰੂਰੀ ਆ। ਤੁਸੀਂ ਇੱਥੇ ਇੱਕ ਉਦਾਹਰਣ ਆ ਸਿੰਪਲ ਜੀ, ਆਪਣਾ ਜਿਹੜਾ ਕੋਈ ਉੱਥੇ ਦਾ ਆਇਆ ਹੋਊਗਾ ਤੇ ਜਿਹੜਾ ਇੱਥੇ ਦਾ ਆ, ਜੇ ਕਿਸੇ ਨੂੰ ਕਹਿ ਤਾ ਨਾ ਯਾਰ ਮੈਨੂੰ ਤੇਰਾ ਆਹ ਚੀਜ਼ ਚਾਹੀਦੀ ਆ, ਮੰਨ ਲਾ ਵੀ ਲਾਇਸੈਂਸ ਚਾਹੀਦਾ ਹੈ ਕਿਸੇ ਚੀਜ਼ ਦੇ ਲਈ, ਆਪਣੇ ਨੇ ਕਹਿਣਾ ਹੱਸ ਕੇ ਦੇ ਦੇਣਾ, ਚੱਲ ਕੋਈ ਗੱਲ ਨਹੀਂ, ਏਦਾਂ ਕਰ ਲਈ, ਏਦਾਂ ਕਰ ਲਈ, ਆਹ ਦਿਖਾ ਦਾਂਗੇ। ਦੂਜੇ ਨੇ ਸਿੱਧੀ ਨਾ ਕਰ ਦੇਣੀ। ਕਈ ਵਾਰੀ ਓਦਾਂ ਦੇ ਕੋਰੇ ਬੰਦੇ ਆਪਾਂ ਨੂੰ ਮਾੜੇ ਲੱਗਦੇ ਆ ਵੀ ਏਦਾਂ ਉਹ ਕਿਉਂ ਆਖ ਰਹੇ ਆ, ਪਰ ਇਵੈਂਚੁਅਲੀ ਉਹਨੇ ਆਪਣੇ ਹਿਸਾਬ ਦੇ ਨਾਲ ਦੇਖਣਾ ਵੀ ਇਹ ਗਲਤ ਆ ਤੇ ਮੇਰੇ ਫਸਣ ਦਾ ਵੀ ਨਾਲ ਦੇ ਨਾਲ ਜਿਹੜਾ ਉਹ ਖਤਰਾ ਰਹਿੰਦਾ। ਸੋ ਆਪਾਂ ਨੂੰ ਉਹ ਜਿਹੜੀ ਚੀਜ਼ ਜ਼ਰੂਰ ਐਡ ਔਨ ਜਿਹੜੀ ਉਹ ਕਰਨੀ ਚਾਹੀਦੀ। ਜਿੰਨੇ ਵੀ ਆਪਾਂ ਆ ਰਹੇ ਆ ਜਾਂ ਜਿੰਨੇ ਵੀ ਆਏ ਆ, ਆਪਣੇ ਆਪ ਨੂੰ ਤੇ ਆਪਣੇ ਨਿਆਣਿਆਂ ਨੂੰ ਆਪਾਂ ਨੂੰ ਇਹੀ ਚੀਜ਼ ਜਿਹੜੀ ਸਿਖਾਉਣੀ ਚਾਹੀਦੀ ਵੀ ਐਥਿਕਸ ਜਿਹੜੇ ਆ ਉਹ ਮੇਨ ਹੋਣੇ ਚਾਹੀਦੇ ਆ। ਅਗਲੇ ਕਾਲਰ ਲੈਣੇ ਆ ਜੀ ਆਪਾਂ। ਅਗਲੇ ਕਾਲਰ ਵੱਲ ਵਧਣ ਤੋਂ ਪਹਿਲਾਂ ਇੱਕ ਚੀਜ਼ ਹੋਰ ਐਡ ਕਰ ਦਈਏ ਜੀ। ਕਿਸੇ ਵੀ ਕਾਲਰ, ਅਸੀਂ ਮੰਚ ਆਪਣਾ ਸਾਰਿਆਂ ਦਾ ਪਲੇਟਫਾਰਮ ਆ, ਕਿਸੇ ਦੀ ਵੀ ਗੱਲ ਨੂੰ ਕੋਟ ਨਾ ਤੁਸੀਂ ਕਰਿਆ ਕਰੋ ਪਲੀਜ਼। ਫਿਰ ਉਹ ਗੱਲਾਂ ਇੱਕ ਦੂਜੇ ਨਾਲ ਹੋ ਜਾਂਦੀਆਂ। ਇਸ ਤਰ੍ਹਾਂ ਨਹੀਂ, ਆਪਣੀ ਗੱਲ ਰੱਖੋ। ਅਸੀਂ ਬੜੇ ਸ਼ਾਨਦਾਰ ਤਰੀਕੇ ਨਾਲ, ਬੜੇ ਸਲੀਕੇ ਨਾਲ ਤੁਹਾਡੀ ਗੱਲ ਸੁਣਦੇ ਹਾਂ ਸਾਰਿਆਂ ਦੀ। ਔਰ ਜੇ ਸਾਨੂੰ ਲੱਗਦਾ ਕਿ ਇੱਥੇ ਆਹ ਕਹਿਣ ਵਾਲੀ ਹੈ, ਐਡ ਆਨ ਕਰਨ ਵਾਲਾ ਐਡ ਆਨ ਕਰਦੇ, ਜੇ ਸਾਨੂੰ ਲੱਗਦਾ ਕਿ ਇੱਥੇ ਤੁਹਾਡੀ ਰਾਏ ਸ਼ਾਮਲ ਕਰਨ ਵਾਲੀ, ਤੁਹਾਨੂੰ ਕਰ ਲਈਦਾ। ਇਸ ਤਰ੍ਹਾਂ ਕਿਸੇ ਦੇ ਕਮੈਂਟ ਨੂੰ ਨਾਲ ਜੋੜ ਕੇ ਕੋਈ ਵੀ ਕਮੈਂਟ ਨਾ ਕਰਿਆ ਕਰੋ। ਤੁਹਾਡੀ ਸਾਰਿਆਂ ਦੀ ਹੀ ਰਾਏ ਸਤਿਕਾਰਯੋਗ ਹੈ ਜੀ। ਸਾਡੇ ਅਗਲੇ ਕਾਲਰ ਨੇ ਜੀ ਮਨਿੰਦਰਜੀਤ ਕੌਰ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ 4th ਜੁਲਾਈ ਦੀਆਂ ਬਹੁਤ ਬਹੁਤ ਸਾਰੀਆਂ ਵਧਾਈਆਂ ਜੀ ਭੈਣ ਜੀ। ਤੇ ਥੈਂਕ ਯੂ ਜੀ। ਤੇ ਇਸ ਦਿਨ ਤੇ ਮੈਂ ਆਈ ਵਾਂਟ ਟੂ ਸਲੂਟ ਅਮਰੀਕਾ ਕਿ ਜਿਹੜਾ ਹਰ ਧਰਮ ਦੇ ਲੋਕ, ਹਰ ਦੇਸ਼ ਦੇ ਲੋਕ ਨੂੰ ਆਪਣੀ ਮਤਲਬ ਕਿ ਛਤਰ ਛਾਇਆ ਦੇ ਹੇਠ ਆਪਣੀ ਮਤਲਬ ਕਿ ਪੂਰੀ ਗੱਲ ਵਕੜੀ ਚ ਲੈਂਦਾ ਹੈ ਜੀ, ਰਹਿਣ ਦੀ ਆਗਿਆ ਦਿੰਦਾ ਆ ਜੀ। ਹਾਂਜੀ। ਤੇ ਐਜ਼ ਐਨ ਪੰਜਾਬੀ, ਮੈਂ ਪੰਜਾਬ 'ਚ ਜੰਮੀ ਆ, ਪਲੀ ਆ, ਤੇ ਇੱਥੇ ਮੈਂ ਮਤਲਬ ਕਿ ਕਹਿਣਾ ਚਾਹੁੰਦੀ ਹਾਂ ਅੱਜ ਦੇ ਦਿਨ ਦੇ ਵਿੱਚ, ਤੇ ਅਸੀਂ ਐਜ਼ ਅ ਪੰਜਾਬੀ ਆਪਣੇ ਆਪ ਨੂੰ ਮਾਝੇ, ਮਾਲਵੇ, ਦੁਆਬੇ ਚੋਂ ਹੀ ਨਹੀਂ ਕੱਢ ਸਕੇ। 3 ਹਿੱਸਿਆਂ 'ਚ ਮਤਲਬ ਕਿ ਅਸੀਂ ਵੰਡੇ ਹੋਏ ਆ। ਕਈ ਵਾਰ ਤੁਸੀਂ ਬਾਹਰ ਜਾਂਦੇ ਆ, ਬਾਹਰ ਵਿਚਰਦੇ ਆ, ਹਨਾ, ਸਭ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਜਾਂਦਾ ਤੁਸੀਂ ਕਿੱਧਰ ਦੇ ਜੀ? ਤੁਸੀਂ ਦੁਆਬੇ ਦੇ ਜੇ, ਮਾਲਵੇ ਦੇ, ਮਾਝੇ ਦੇ, ਹਨਾ। ਤੇ ਉਹ ਉਹਨਾਂ ਤੋਂ ਸਾਨੂੰ ਮਤਲਬ ਕਿ ਮੈਨੂੰ ਲੱਗਦਾ ਕਿ ਉੱਪਰ ਉੱਠਣਾ ਚਾਹੀਦਾ ਆ। ਜੇ ਅਸੀਂ ਇਸ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਅਸੀਂ ਦੇਖ ਰਹੇ ਹਾਂ ਕਿ ਹਰ ਇੱਕ ਨੂੰ ਕਿਤੇ ਇੰਡੀਪੈਂਡੈਂਸ ਆ, ਤੇ ਕਿਉਂ ਨਹੀਂ ਅਸੀਂ ਵੀ ਇਸ ਚੀਜ਼ ਨੂੰ ਲੈ ਕੇ ਆਪਣੇ ਮਨ ਨੂੰ, ਆਪਣੀ ਮਤਲਬ ਕਿ ਸੋਚ ਨੂੰ ਬਰੋਡ ਨਹੀਂ ਕਰਦੇ। ਜੀ ਬਿਲਕੁਲ, ਬਹੁਤ ਵਧੀਆ ਵਿਚਾਰ ਨੇ ਜੀ ਤੁਹਾਡੇ। ਤੇ ਹਾਂ ਬਿਲਕੁਲ। ਸੋ ਜਿੱਦਾਂ ਅਮਰੀਕਾ ਸਾਰਿਆਂ ਨੂੰ ਅਪਣਾਉਂਦਾ ਆ ਬਗੈਰ ਕਿਸੇ ਭੇਦਭਾਵ ਤੋਂ, ਤੇ ਆਪਾਂ ਨੂੰ ਵੀ ਇੱਕ ਦੂਜੇ ਨੂੰ ਜ਼ਰੂਰ ਇਸ ਚੀਜ਼ ਨੂੰ ਲੈ ਕੇ ਅਪਣਾਉਣਾ ਚਾਹੀਦਾ। ਥੈਂਕ ਯੂ ਭੈਣ ਜੀ ਕਾਲ। ਸਾਡੇ ਅਗਲੇ ਕਾਲਰ ਨੇ ਰਾਜ ਜੀ, ਸੁਖਤੇਜ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ। ਦੋਹਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੇ 4th ਜੁਲਾਈ ਦੀਆਂ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ। ਪ੍ਰੋਗਰਾਮ ਤੁਹਾਡਾ ਸੁਣਦਾ ਸੀ ਮੈਂ, ਅੱਧਾ ਘੰਟਾ ਹੋ ਗਿਆ ਮੈਨੂੰ ਸੁੱਤੇ ਉੱਠੇ ਨੂੰ, ਤੇ ਵਧੀਆ ਚੱਲਦਾ ਪ੍ਰੋਗਰਾਮ। ਊਣ ਤਾਈਆਂ ਜੇ ਗਿਣੀਆਂ ਜਾਣ ਤਾਂ ਭਾਜੀ ਦੋਨਾਂ ਪਾਸੇ ਹੁੰਦੀਆਂ ਆ। ਬਿਲਕੁਲ। ਪਰ ਮੈਂ ਪੰਜਾਬ 'ਚ ਪੜ੍ਹ ਕੇ ਆਇਆ ਉੱਥੋਂ, ਤੇ ਮੈਂ ਇੱਕ ਗੱਲ ਹੁਣ ਤੱਕ ਜਿਹੜੀ ਜਾ ਕੇ ਮੈਂ ਪੰਜਾਬ 'ਚ ਨੋਟ ਕਰਦਾ, ਤਾਂ ਚਲੋ ਬਾਹਰਲੀਆਂ ਸਟੇਟਾਂ 'ਚ ਮੈਨੂੰ ਨਹੀਂ ਮੌਕਾ ਮਿਲਿਆ ਉੱਥੇ ਜਾਣ ਦਾ। ਇੱਕ ਚੀਜ਼ ਹਾਲੇ ਤੱਕ ਉੱਥੇ ਕਿ ਅਸੀਂ ਲਾਈਨ 'ਚ ਨਹੀਂ ਲੱਗ ਸਕਦੇ ਭੈਣ ਜੀ। ਜੀ। ਸਭ ਤੋਂ ਛੋਟੀ ਚੀਜ਼ ਜਿਹੜੀ ਆ ਨਾ, ਕਿ ਤੁਸੀਂ ਜੇ ਉੱਥੇ ਕਤਾਰ 'ਚ ਖੜ ਜਾਓ, ਚਾਹੇ ਤੁਸੀਂ ਬੈਂਕ ਚਲ ਜਾਓ,
ਤੇ ਚਾਹੇ ਤੁਸੀਂ ਅੱਡੇ ਤੇ ਚਲ ਜਾਓ ਟਿਕਟ ਲੈਣੀ ਆ ਕਿਸੇ ਚੀਜ਼ ਦੀ, ਤੇ ਲੋਕਾਂ ਨੂੰ ਆਫੋ ਤਾਫ ਪਈ ਹੁੰਦੀ ਆ, ਸਿਰ ਤੇ ਚੜ ਕੇ ਮੋਰਾਂ ਦੇ ਉੱਤੋਂ ਦੀ ਹੋ ਕੇ ਨਾ ਤੁਹਾਨੂੰ ਉਹ ਏਦਾਂ ਖੱਜਲ ਖੁਆਰ ਕਰਨਗੇ ਨਾ, ਗੱਲ ਹੀ ਛੱਡ ਦਿਓ ਭਾਈ। ਬੰਦੇ ਨੇ ਹੋਰ ਕੰਮਕਾਰ ਵੀ ਕਰਨੇ ਹੁੰਦੇ, ਲੈਣਾ ਚ ਲੱਗਣ ਡੂਆ ਉੱਥੇ ਇਹ ਕਹਿੰਦਾ ਬੰਦਾ ਵੀ ਮੈਂ ਲੈਣਾ ਚ ਲੱਗਣ ਡੂ ਆਇਆ। ਉੱਥੇ ਜਾ ਕੇ ਇੱਕ ਨਾ ਇੰਨਾ ਕੁ ਗੁੱਸਾ ਆਉਂਦਾ ਬਈ ਤੁਸੀਂ ਦੇਖੋ ਇੱਕ ਬਹੁਤ ਛੋਟੀ ਚੀਜ਼ ਆ ਇਹ, ਬਹੁਤ ਕੋਈ ਵੱਡੀ ਚੀਜ਼ ਨਹੀਂ ਹੈ। ਜੇ ਆਪਾਂ ਵੱਡੀਆਂ ਕਿੰਨੀ ਜਾਈਏ ਨਾ ਤਾਂ ਉਹ ਬਹੁਤ ਹੋਰ ਵੀ ਨਿਕਲ ਆਉਣੀਆਂ। ਪਰ ਮੈਂ ਦੇਖਦਾ ਹੁੰਦਾ ਵੀ ਕਿਤੇ ਬੈਂਕ ਜਾਓ ਉੱਥੇ ਨਾ ਬਸ ਹਾਲੇ ਤੱਕ ਜਿਹੜੇ ਲੋਕ ਇਹੀ ਨਹੀਂ ਸਿੱਖ ਸਕੇ ਵੀ ਅਸੀਂ ਲਾਈਨ 'ਚ ਲੱਗ ਕੇ ਕਿੱਦਾਂ ਤੁਰਨਾ ਆ। ਤੇ ਇਹਦੇ ਵਿੱਚ ਤਾਂ ਸੁਖਤੇਜ ਜੀ ਪ੍ਰਵੀਨ ਏਦਾਂ ਆ ਵੀ ਉਹ ਨਾ ਫਿਰ ਕਾਲ ਕਰਨਗੇ, ਉਹ ਫਲਾਣੇ ਨੂੰ ਕਰਨਗੇ, ਕਿਸੇ ਚਾਚੇ ਨੂੰ ਕਰਨਗੇ, ਤਾਏ ਨੂੰ ਕਰਨਗੇ, ਬੈਂਕ ਮੈਨੇਜਰ ਦਾ ਫੋਨ ਲੱਭਣਗੇ। ਜਿੰਨੇ ਚਿਰ ਨੂੰ ਨੰਬਰ ਲੱਭ ਕੇ ਉਹਦੇ ਚਿਰ ਨੂੰ ਉਹ ਕਰੂਗਾ ਤਾਂ ਉਹਨੇ ਚਿਰ ਨੂੰ ਤਾਂ ਉਦਾਂ ਹੀ ਵਾਰੀ ਆ ਜਾਣੀ ਸੀਗੀ। ਸੋ ਆਪਾਂ ਇਹ ਚੀਜ਼ ਨਹੀਂ ਸਿੱਖੀ। ਸਹੀ ਗੱਲ ਹੈ। ਇੱਕ ਤੁਸੀਂ ਨਾ ਇੱਕ ਤੁਹਾਡੇ ਚ ਇੰਨੇ ਕੁ ਸਬਰ ਸੰਤੋਖ ਨਹੀਂ ਹੈਗਾ। ਔਰ ਭਾਜੀ ਕਿਸੇ ਨੇ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਜਿਹੜਾ ਬੰਦਾ ਇੱਕ ਕੰਮ ਕਰਨ ਜਾਂਦਾ ਨਾ ਸ਼ਹਿਰ ਚੋਂ, ਪਿੰਡੋਂ ਆਪਣੇ ਘਰ ਤੋਂ ਜਾਂ ਸ਼ਹਿਰ ਜਾਂਦਾ, ਉਹਨੇ ਹੋਰ ਕੁਝ ਕਰਨਾ ਵੀ ਨਹੀਂ ਹੁੰਦਾ। ਉਹਨੇ ਇੱਕ ਦਿਨ ਚ ਇੱਕੋ ਹੀ ਕੰਮ ਕਰਨਾ ਹੁੰਦਾ। ਜੇ ਬੈਂਕ ਚ ਪੈਸੇ ਦੇਣ ਜਾਣਾ ਜਾਂ ਲੈਣ ਜਾਣਾ, ਉਹਨੇ ਇੱਕੋ ਹੀ ਕੰਮ ਕਰਨਾ ਆ। ਇਹ ਸੱਚ ਬਿਲਕੁਲ। ਉਹਨੇ ਬਿੱਲ ਤਾਰਨ ਜਾਣਾ ਤੇ ਉਹਨੇ ਬਿਜਲੀ ਦਾ ਬਿੱਲ ਹੀ ਤਾਰ ਕੇ ਉਹਨੇ ਸਾਰਾ ਦਿਨ ਚ ਉਹ ਚ ਖਪਾ ਕੇ ਆਣਾ ਕਿ ਮੈਂ ਤਾਂ ਘਰੋਂ ਬਿੱਲ ਤਾਰ ਕੇ ਆਇਆ ਔਰ ਬਹੁਤ ਵੱਡਾ ਕੰਮ ਕਰਕੇ ਆਇਆ। ਪਰ ਇੱਕ ਚੀਜ਼ ਇਹੀ ਆ ਕਿ ਹਾਲੇ ਤੱਕ ਉਸ ਸੂਬੇ ਨੇ ਜਾਂ ਉਸ ਮੁਲਕ ਨੇ ਇਹ ਨਹੀਂ ਸਿੱਖਿਆ ਵੀ ਲਾਈਨ 'ਚ ਕਿੱਦਾਂ ਤੁਰਨਾ ਤੇ ਕਿੱਦਾਂ ਅਸੀਂ ਲਾਈਨ ਨੂੰ ਫੋਲੋ ਕਰਨਾ। ਥੈਂਕ ਯੂ ਸੁਖਦੇਸ਼, ਬੜੀ ਮਿਹਰਬਾਨੀ ਕਾਲ ਦੇ ਲਈ। ਥੈਂਕ ਯੂ। ਓਕੇ। ਇੱਕ ਨਾ ਇੱਥੇ ਹਾਸੇ ਵਾਕਿਆਤ ਮੇਰੇ ਨਾਲ ਜਿਹੜਾ ਬੀਤਿਆ ਉਹ ਮੈਂ ਸਾਰਿਆਂ ਨਾਲ ਸਾਂਝਾ ਜਿਹੜਾ ਉਹ ਕਰਨਾ ਚਾਹੁੰਦਾ ਆ। ਜੀ। ਜਾ ਰਹੇ ਸੀਗੇ ਵਾਪਸ ਪੰਜਾਬ ਨੂੰ ਪਰਤ ਰਹੇ ਸੀਗੇ ਤੇ ਫਲਾਈਟ ਸੀਗੀ, ਸਟੇ ਸੀਗਾ। ਤੇ ਜਦੋਂ ਤਾਂ ਅਮਰੀਕਾ ਤੋਂ ਚੜੀ ਫਲਾਈਟ ਪਹਿਲੀ ਸਟੇ ਤੋਂ ਪਹਿਲਾਂ, ਤਾਂ ਉਦੋਂ ਸਾਰੇ ਜਿਹੜੇ ਲੈਂਡ 'ਚ ਜਿੱਦਾਂ ਮਾਰਦੇ ਸੀ, ਆਹ ਜ਼ੋਨ ਵਾਲੇ ਆ ਜਾਓ, ਆਹ ਵਾਲੇ ਆ ਜਾਓ, ਐ ਲੈਂਡ ਦੇ ਵਿੱਚ ਜਾਂਦੇ ਸੀਗੇ। ਜਿੱਥੇ ਜਦੋਂ ਪਤਾ ਹੈ ਨਾ ਵੀ ਭਾਰਤ ਨੂੰ ਫਲਾਈਟ ਆ, ਪੰਜਾਬ ਨੂੰ ਹੁਣ ਅੱਗੇ ਸਿੱਧੀ ਲੈਂਡਿੰਗ ਦਿੱਲੀ 'ਚ ਹੋਣੀ ਆ, ਤਾਂ ਉੱਥੇ ਫਿਰ ਮੋਢੇ ਤੇ ਮੋਢਾ ਉੱਤੋਂ ਦੀ ਟੱਪ ਕੇ ਜਿਹੜਾ ਉਹ ਜਾਣ, ਕਿਉਂਕਿ ਉੱਥੇ ਫਿਰ ਜਾਣ ਵਾਲੇ ਸਿਰਫ ਤੇ ਸਿਰਫ ਉਹ ਰਹਿ ਜਾਂਦੇ ਆ। ਸੋ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਸਿੱਖਣੀਆਂ ਚਾਹੀਦੀਆਂ। ਕੋਈ ਇਹ ਨਹੀਂ ਆ ਵੀ ਤੇ ਇਹ ਚੀਜ਼ ਬੈਡ ਆ, ਇਹ ਚੰਗਾ ਵੀ ਨਹੀਂ ਲੱਗਦਾ। ਤੁਸੀਂ ਇਹ ਆ ਵੀ ਇੱਕ ਥਾਂ ਦੇ ਉੱਤੇ ਆ ਜਾਂਦੇ ਆ ਤੇ ਫਿਰ ਉਹ ਚੀਜ਼ਾਂ ਤੁਸੀਂ ਮੰਨਣ ਲੱਗ ਜਾਂਦੇ ਆ। ਕੀ ਸਿਰਫ ਆਪਾਂ ਇੱਕ ਡਰ ਖੁਣਾ ਹੀ ਇਹ ਚੀਜ਼ਾਂ ਮੰਨਣੀਆਂ ਹੈ ਕਿ ਆਪਾਂ ਐਟੀਕੇਟਸ ਦੇ ਤੌਰ ਦੇ ਉੱਤੇ ਇਹ ਚੀਜ਼ਾਂ ਨੂੰ ਜਿਹੜਾ ਉਹ ਮੰਨ ਕੇ ਅੱਗੇ ਚੱਲਣਾ ਹੈ? ਸੋ ਜੇ ਆਪਾਂ ਏਦਾਂ ਕਰਾਂਗੇ, ਇਹ ਚੀਜ਼ਾਂ ਨੂੰ, ਜਿਹੜੀਆਂ ਪੋਜ਼ਿਟਿਵ ਚੀਜ਼ਾਂ, ਚੰਗੀਆਂ ਚੀਜ਼ਾਂ ਏਦਾਂ ਦੀਆਂ ਆਪਾਂ ਉੱਥੇ ਲੈ ਕੇ ਜਾਵਾਂਗੇ, ਤਾਂ ਭਾਈ ਆਪਣੇ ਆਪ ਉੱਥੇ ਵੀ ਹੌਲੀ ਹੌਲੀ ਹਾਲਾਤ ਜਿਹੜੇ ਉਹ ਸੁਧਰ ਸਕਦੇ ਆ। ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ, ਇਕੱਲੀ ਇੱਕ ਚੀਜ਼ 'ਚ ਨਹੀਂ, ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਹੌਲੀ ਹੌਲੀ ਆਪਾਂ ਸੁਧਰ ਸਕਦੇ ਆ। ਸੋ ਇਹਨਾਂ ਚੀਜ਼ਾਂ ਕਰਕੇ ਇਹ ਦੇਸ਼ ਜਿਹੜਾ ਉਹ ਚੰਗਾ ਆ, ਅੱਵਲ ਆ, ਤੇ ਆਪਣੇ ਲੋਕਾਂ ਦੀ, ਨਾਗਰਿਕਾਂ ਦੀ ਇਹ ਸੁਣਦਾ ਹੈ, ਉਹਨਾਂ ਦਾ ਧਿਆਨ ਰੱਖਦਾ ਹੈ। ਜੀ ਪ੍ਰਵੀਨ। ਬਿਲਕੁਲ ਜ਼ਰੂਰੀ ਥੋੜਾ ਜੁਰਮਾਨੇ ਲਾ ਕੇ ਆਦਤਾਂ ਸੁਧਾਰਨੀਆਂ। ਹਾਂ, ਉਹ ਵੀ ਫਿਰ ਡੰਡੇ ਦੇ ਡਰ ਤੋਂ ਕੀਤਾ ਤੇ ਫਿਰ ਉਹ ਕੀ ਕੀਤਾ ਹਨਾ, ਵੀ ਆਪਣੇ ਅੰਦਰ ਉਹ ਚੀਜ਼ ਜਿਹੜੀ ਹੈ ਦਿਲ ਦੇ ਵਿੱਚ ਉਹ ਚੀਜ਼ਾਂ ਨੂੰ ਆਵਾਜ਼ ਹੋਣਾ ਚਾਹੀਦਾ। ਛੋਟੀ ਜਿਹੀ ਮਿਸਾਲ ਦੇ ਦਿੰਦਾ ਜੀ। ਮੋਹਾਲੀ ਤੇ ਚੰਡੀਗੜ੍ਹ ਦਾ ਫਰਕ ਹੈ ਪ੍ਰਸ਼ਾਸਕੀ ਤੌਰ ਤੇ। ਦੇਖੋ ਚੰਡੀਗੜ੍ਹ ਦੇ ਵਿੱਚ ਚਲਾਨ ਹੈ, ਆਵਾਜਾਈ ਦੇ ਜਿਹੜੇ ਨਿਯਮ ਆ ਬੜੇ ਸਖਤ, ਟ੍ਰੈਫਿਕ ਰੂਲ ਬੜੇ ਸਖਤ। ਆਪਣੇ ਲੋਕ ਮੋਹਾਲੀ ਨਿਕਲ ਕੇ ਬੈਲਟ ਲਾ ਲੈਣਗੇ, ਮੋਟਰਸਾਈਕਲ ਤੇ ਨੇ ਹੈਲਮਟ ਪਾ ਲੈਣਗੇ, ਮੋਹਾਲੀ ਵੜਨ ਸਾਰ ਫੇਰ ਉਹੀ ਹਾਲ। ਦੇਖੋ ਤੁਸੀਂ 1.5 ਕਿਲੋਮੀਟਰ ਦਾ ਫਾਸਲਾ ਮਸਾ ਹੋਣਾ, ਕਿਲੋਮੀਟਰ ਦਾ ਹੁਣ ਤਾਂ ਰਲਿਆ ਹੀ ਪਿਆ। ਹੁਣ ਤਾਂ ਰਲਿਆ ਹੀ ਪਿਆ, ਬਿਲਕੁਲ ਸਹੀ ਗੱਲ ਜੀ। ਜੀ ਸਾਡੇ ਅਗਲੇ ਕਾਲਰ ਨੇ ਜੀ ਸੁਖਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਜੀ? ਠੀਕ ਹੈ ਜੀ। ਮੈਂ ਜੀ ਅਮਰੀਕਾ ਵਿੱਚ ਜਿਹੜਾ ਲੇਬਰ ਕਾਨੂੰਨ ਆ ਨਾ, ਲੇਬਰ ਦੀ ਜਿਹੜਾ 15 ਘੰਟਾ 20 ਘੰਟਾ, ਉਹ ਜ਼ਿਆਦਾ ਪਸੰਦ ਕਰਦਾ ਜੀ। ਠੀਕ ਹੈ ਜੀ। ਜੀ ਵੀ ਮਿਨੀਮਮ ਤਾਂ ਆਪਾਂ ਨੂੰ ਕੰਮ ਦਾ ਮਿਲਣਾ ਹੀ ਮਿਲਣਾ। ਮਤਲਬ ਉਹ ਜਿਹੜਾ ਜਾਨੀ ਉਹਨਾਂ ਨੇ ਲੇਬਰ ਕਾਨੂੰਨ ਦਾ ਲਾਅ ਬਣਾਇਆ ਵੀ ਇੰਨੇ ਪੈਸੇ ਮਿਲਣੇ ਚਾਹੀਦੇ ਲੇਬਰ ਨੂੰ। ਠੀਕ ਹੈ ਜੀ। ਦੇਸ਼ ਵਿੱਚ ਤਾਂ ਇਹ ਹੈ ਹੀ ਨਹੀਂਗਾ। ਸਾਡਾ ਰੋਜ਼ ਕੋਈ ਨਾ ਕੋਈ ਪੰਗਾ ਰਹਿੰਦਾ, ਕੋਈ ਨਾ ਕੋਈ ਪੰਗਾ ਰਹਿੰਦਾ ਉੱਥੇ, ਕੋਈ ਨਾ ਕੋਈ ਹੈ ਨੀ। ਲੇਬਰ ਜਿਹੜਾ ਬੰਦਾ ਗਰੀਬ ਕੰਮ ਕਰਦਾ ਉਹਨੂੰ ਕਹਿੰਦੇ ਵੀ ਬਸ ਪੈਸੇ ਦੇਈਏ ਨਾ। ਇੱਥੇ ਲੋਕ ਵੀ ਮਿਸਯੂਜ਼ ਕਰਦੇ ਆ ਇਸ ਚੀਜ਼ ਨੂੰ। ਜੀ। ਪਰ ਇਹ ਨਾ ਵੀ ਇਹਦੇ ਇੱਥੇ ਲੇਬਰ ਕੋਟਾ ਹੈਗੀਆਂ, ਜੇ ਕੋਈ ਕਰਦੇ ਆ ਤਾਂ ਫਿਰ ਅਗਲਾ ਪਿਛਲਾ ਸਭ ਤੋਂ ਧੋਣਾ ਧੋ ਦਿੰਦੇ ਆ ਅਗਲੇ। ਡੰਡਾ ਚੱਕਦੇ ਆ, ਕੋਟਾ ਚੱਕਦੇ ਆ, ਫੇਰ ਦਿੰਦੇ ਆ, ਪਰ ਸਾਡੇ ਦੇ ਲੋਕ ਇੱਥੇ ਵੀ ਦੇ ਕੇ ਰਾਜੀ ਨਹੀਂ ਪਏ। ਜੀ ਇਹ ਮੈਨੂੰ ਵਧੀਆ ਲੱਗਾ ਜੀ ਵੀ ਲੇਬਰ ਕਾਨੂੰਨ ਬਹੁਤ ਵਧੀਆ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਲੇਬਰ ਕਾਨੂੰਨ ਨਹੀਂ ਵਧੀਆ। ਥੈਂਕ ਯੂ ਸੁਖਵਿੰਦਰ ਜੀ, ਥੈਂਕ ਯੂ। ਸੋ ਇੱਥੇ ਕਾਮਿਆਂ ਦੇ ਹੱਕਾਂ ਦੀ ਜਿਹੜੀ ਰਾਖੇ ਹੈਗੇ ਆ, ਸੋ ਉਸ ਦੀ ਰੱਖਿਆ ਦੇ ਲਈ ਜਿਹੜੇ ਕਾਨੂੰਨ ਬਣੇ ਆ, ਲੋਕਾਂ ਨੂੰ ਉਹ ਚੀਜ਼ ਦਾ ਪਸੰਦ ਕਰਦੇ ਨੇ। ਜੀ ਬਿਲਕੁਲ ਜੀ। ਸਾਡੇ ਅਗਲੇ ਕਾਲਰ ਨੇ ਜੀ ਰਾਜ ਜੀ ਲਖਜੀਤ ਸਿੰਘ।
ਸਤਿ ਸ਼੍ਰੀ ਅਕਾਲ ਜੀ ਲਖਮੀਤ ਜੀ, ਤੁਸੀਂ ਆਉਣੇ ਹੋ। ਸਤਿ ਸ਼੍ਰੀ ਅਕਾਲ ਜੀ ਭਾਜੀ, ਮੈਂ ਲਖਜੀਤ ਬੋਲਦਾ ਜੀ। ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੈਂ 2 ਸਾਲ ਹੋਏ ਇੱਥੇ ਆਇਆ ਐਜ਼ ਅ ਇਮੀਗ੍ਰੈਂਟ, ਗ੍ਰੀਨ ਕਾਰਡ। ਜੀ ਜੀ ਤੇ ਮੈਨੂੰ ਜਿਹੜੀ ਇੱਥੋਂ ਦੀ ਗੱਲ ਚੰਗੀ ਲੱਗੀ ਉਹ ਹੈ ਵੀ ਮੈਂ ਨਾ ਇੱਥੇ ਜਿਹੜਾ ਮੌਸਮ ਹੈ ਕੁਦਰਤ ਦੀ ਮਿਹਰਬਾਨ ਹੈ ਇੱਕ ਤਰ੍ਹਾਂ ਦੇ ਸਾਰੇ ਅਮਰੀਕਾ ਤੇ। ਜਿੱਥੇ ਵੀ ਚਲੇ ਜਾਓ ਉੱਥੇ ਇੱਕ ਐਂ ਲੱਗਦਾ ਵੀ ਜਿਵੇਂ ਅਲੱਗ ਹੀ ਬਿਊਟੀ ਹੈ ਇੱਥੋਂ ਦੀ। ਤੇ ਇੱਥੋਂ ਦੀ ਸਰਕਾਰ ਨੂੰ ਬਹੁਤ ਵੱਡੀ ਸ਼ਾਬਾਸ਼ੀ ਹੈ ਜੀ ਵੀ ਇਹਨਾਂ ਨੇ ਨੇਚਰ ਨੂੰ ਇੰਨਾ ਪ੍ਰੀਜ਼ਰਵ ਕੀਤਾ ਹੈ। ਮਤਲਬ ਇੰਨੀ ਸਫਾਈ ਰੱਖੀ ਹੋਈ ਹੈ ਹਰ ਜਗ੍ਹਾ ਤੁਸੀਂ ਚਲੇ ਜਾਓ, ਇਹ ਨਹੀਂ ਹੈ ਕਿਤੇ ਵੀ ਐਵੇਂ ਪਲਾਸਟਿਕ ਖਿੰਡੀ ਪਈ ਹੈ, ਪੋਲੀਥੀਨ ਖਿੰਡੇ ਪਏ ਨੇ। ਮਤਲਬ ਇੱਕ ਸਟੈਂਡਰਡ ਜਿਹੜਾ ਸਾਰੇ ਆਲ ਓਵਰ ਅਮਰੀਕਾ ਦੀ ਇੱਕ ਵਧੀਆ ਸੈੱਟ ਆ ਸਟੈਂਡਰਡ ਹੈ ਸਫਾਈ ਦਾ। ਤੇ ਇਹ ਬਹੁਤ ਵੱਡੀ ਸ਼ਾਬਾਸ਼ੀ ਹੈ ਜੀ, ਕਮਾਈ ਹੈ ਜੀ ਸਰਕਾਰ ਦੀ, ਜਿਹੜੀ ਇਹਨਾਂ ਨੇ ਮਤਲਬ ਆਪਦੇ ਨੇਚਰ ਨੂੰ ਸਾਂਭਿਆ, ਪਾਣੀ ਨੂੰ ਸਾਂਭਿਆ, ਹਵਾ ਨੂੰ ਸਾਂਭਿਆ, ਧਰਤੀ ਨੂੰ ਸਾਂਭਿਆ। ਤੇ ਮਤਲਬ ਇੱਕ ਵਧੀਆ ਇੱਕ ਆਪਣੀ ਜਿਹੜੀ ਇੰਡੀਆ 'ਚ ਸਰਕਾਰਾਂ ਆਪਣੀਆਂ ਬਹੁਤ ਪਿੱਛੇ ਰਹਿ ਗਈਆਂ ਇਸ ਚੀਜ਼ ਤੋਂ। ਮਤਲਬ ਹਰ ਚੀਜ਼ 'ਚ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਗਿਆ, ਹਵਾ 'ਚ ਵੀ ਪਾਣੀ 'ਚ ਵੀ। ਸੋ ਜਿਹੜਾ ਇੰਡਸਟਰੀ ਜਿਹੜੀ ਉੱਥੇ ਪੋਲਿਊਟ ਕਰੀ ਜਾਂਦੀਆਂ ਨੇ, ਜਿਹੜਾ ਗਰਾਊਂਡ ਵਾਟਰ ਹੈਗਾ ਉਹ ਹੁਣ ਉਹਦੇ 'ਚ ਹੀ ਪੋਲਿਊਸ਼ਨ ਸਿੱਧਾ ਕੱਢ ਦਿੰਦੇ ਆ। ਜਿਵੇਂ ਪਾਣੀ ਜਿਹੜਾ ਗੰਦਾ ਪਾਣੀ ਆ, ਕਈ ਫੈਕਟਰੀਆਂ ਉਹਦੇ 'ਚ ਹੀ ਪਾਣੀ ਮਤਲਬ ਛੱਡੀ ਜਾਂਦੀਆਂ ਨੇ ਆਪਦਾ। ਜੀ 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 ਗਰਾਊਂਡ ਵਾਟਰ ਲੈਵਲ ਜਿਹੜਾ ਉਹਨਾਂ ਦਾ ਪੀਣ ਦੇ ਕਾਬਿਲ ਨਹੀਂ ਰਿਹਾ ਹੈਗਾ। ਤੇ ਉਵੇਂ ਹੀ ਹਵਾ ਹੈ, ਹਵਾ ਜਿਹੜੀ ਆ ਉਹ ਹਵਾ ਬਹੁਤ ਪੋਲਿਊਟ ਹੋ ਗਈ ਉੱਥੋਂ ਦੀ। ਜਿਵੇਂ ਹੁਣ ਆਪਾਂ ਦੇਖਦੇ ਹਾਂ ਇੱਥੋਂ ਦੇ ਜਿਹੜੇ ਉਹ ਪਾਰਟੀਕਲ ਹੁੰਦੇ ਨੇ ਉਹ ਹੁੰਦੇ ਆ ਸਾਰੀ 20, 25, 26 ਤੇ ਉੱਥੇ 350, 400 ਇੱਕ ਆਮ ਮਤਲਬ ਚੀਜ਼ ਕਹੀ ਜਾਂਦੀ ਹੈ ਉੱਥੇ ਨਾਰਮਲ ਆ। ਸੋ ਤਾਂ ਹੀ ਤਾਂ ਲੋਕ ਉੱਥੇ ਬਿਮਾਰ ਨੇ ਜੀ, ਇੰਨਾ ਸਾਰਾ ਕੁਛ ਉਹ ਸਾਰੀਆਂ ਚੀਜ਼ਾਂ ਇੱਥੇ ਵੀ ਇਸ ਦਾ ਬੜਾ ਰੌਲਾ ਰੱਪਾ ਹੈ। ਹਾਲ ਦੀ ਘੜੀ ਤਾਂ ਸਾਰਾ ਕੁਛ ਚਲੋ ਉਹਦੇ ਮੁਕਾਬਲੇ ਤਾਂ ਬਹੁਤ ਬਿਹਤਰ ਜਿਹੜਾ ਉਹ ਚੱਲ ਰਿਹਾ ਜੀ। ਬਿਲਕੁਲ। ਸੋ ਹਾਂਜੀ, ਕਾਨੂੰਨ ਤਾਂ ਦੋਨੋਂ ਦੇਸ਼ਾਂ 'ਚ ਹੈਗੇ ਨੇ, ਇੰਡੀਆ 'ਚ ਵੀ ਕਾਨੂੰਨ ਹੈਗੇ ਨੇ, ਅਮਰੀਕਾ 'ਚ ਵੀ ਉਹੀ ਕਾਨੂੰਨ ਨੇ, ਪਰ ਉਹ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਉੱਥੇ ਹੈ ਹੀ ਨਹੀਂ ਗੀ। ਇੰਪਲੀਮੈਂਟੇਸ਼ਨ ਇਹ ਆ ਵੀ ਜਿਹੜਾ ਜੀ ਕਰਦਾ ਬਸ ਜਿਹੜਾ ਕੋਈ ਮਤਲਬ ਲੱਗਦਾ ਵੀ ਹਾਂ ਵੀ ਇਹ ਤਾਂ ਕਰਨਾ ਹੀ ਪੈਣਾ, ਹੁਣ ਉਹਨੂੰ ਲਾਗੂ ਕਰ ਦਿੰਦੇ ਆ। ਹੁਣ ਆ ਗੰਗਾ ਜਿਹੜੀ ਉਹਨਾਂ ਨੇ ਸਾਫ਼ ਕਰਨ ਦੀ ਮੁਹਿੰਮ ਚਲਾਈ ਸੀਗੀ, ਮੇਰੇ ਖਿਆਲ ਹਜ਼ਾਰਾਂ ਕਰੋੜ ਰੁਪਈਆ ਐਂ ਹੀ ਆਪਦਾ ਖਾ ਪੀ ਲਿਆ। ਕੋਈ ਦੇਖਦਾ ਨਹੀਂ ਹੈਗਾ ਕੁਛ ਵੀ, ਮਤਲਬ ਕੋਈ ਰਿਸਪੋਂਸਿਬਿਲਿਟੀ ਨਹੀਂ ਹੈ, ਕੋਈ ਅਨਸਰੇਬਿਲਿਟੀ ਨਹੀਂ ਹੈਗੀ ਕਿਸੇ ਚੀਜ਼ ਦੀ। ਥੈਂਕ ਯੂ ਜੀ, ਥੈਂਕ ਯੂ ਜੀ। ਬਿਲਕੁਲ ਜੀ, ਬਿਲਕੁਲ। ਸੋ ਇੱਥੇ ਜਿਹੜੇ ਕਾਨੂੰਨ ਆ, ਨਿਯਮ ਆ, ਉਹਨਾਂ ਦੀ ਪਾਲਣਾ ਤੇ ਉਹਨਾਂ ਨੂੰ ਇਨਫੋਰਸ ਕਰਨ ਦੀ ਜਿਹੜੀ ਕੋਸ਼ਿਸ਼ਾਂ ਜਿਹੜੀਆਂ ਉਹ ਜ਼ਰੂਰ ਰਹਿੰਦੀਆਂ ਆ। ਸੋ ਇਸੇ ਕਰਕੇ ਲੋਕਾਂ ਨੂੰ ਜਿਹੜਾ ਉਹ ਚੰਗਾ ਲੱਗਦਾ ਹੈ। ਅਗਲੇ ਕਾਲਰ ਉਹਨਾਂ ਨਾਲ ਕਰਦੇ ਆ ਜੀ ਗੱਲਬਾਤ। ਜੀ ਜੀ, ਸਾਡੇ ਅਗਲੇ ਕਾਲਰ ਨੇ ਜੀ ਅਮਰਜੀਤ ਕੌਰ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਅੱਛਾ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਜੀ। ਤੇ 4 ਜੁਲਾਈ ਦੀਆਂ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਜੀ। ਤੁਹਾਨੂੰ ਵੀ ਮੁਬਾਰਕ। ਤੁਹਾਨੂੰ ਵੀ ਜੀ। ਹਾਂਜੀ, ਤੇ ਮੈਂ ਇੱਕ ਥੋੜਾ ਸ਼ੇਅਰ ਕਰਨਾ ਸੀਗਾ। ਮੇਰੀ ਫਰੈਂਡ ਇੱਥੇ ਨਾ ਆਈ ਹੋਈ ਸੀਗੀ, ਕੰਮ ਤੇ ਲੱਗੀ ਹੋਈ ਸੀ, ਉਹਨੇ ਫਰਾਈਆਂ ਲਈਆਂ, ਉਹ ਕੁਛ ਲਿਆ ਖਾਣ ਨੂੰ, ਹਨਾ, ਖਾ ਕੇ ਗੱਡੀ ਦੇ ਵਿੱਚ ਹੀ ਬੈਠੀ ਖਾ ਗਈ। ਤੇ ਉਸ ਤੋਂ ਬਾਅਦ ਉਹਨੇ ਸ਼ੀਸ਼ਾ ਹੇਠਾਂ ਕਰਿਆ ਤੇ ਹੇਠਾਂ ਕਰਕੇ ਉਹਨੇ ਸੁੱਟ ਦਿੱਤਾ ਜੀ। ਅੱਛਾ। ਹਾਂਜੀ, ਮਗਰ ਕੋਈ ਗੋਰਾ ਆ ਰਿਹਾ ਸੀਗਾ, ਉਹਨੇ ਉਸੇ ਟਾਈਮ ਹੀ ਉਹਨੇ ਪਹਿਲਾਂ ਤਾਂ ਗੱਡੀ ਦਾ ਨੰਬਰ ਲੈ ਲਿਆ ਤੇ ਬਾਅਦ ਵਿੱਚ ਭਜਾ ਕੇ ਮੂਹਰੇ ਕਰਕੇ ਉਹਨੂੰ ਰੋਕ ਲਿਆ। ਸਹੀ। ਰੋਕ ਲਿਆ। ਉਹ ਕਹਿੰਦੇ ਵੀ ਤੁਸੀਂ ਆਹ ਲਿਫਾਫਾ ਸਿੱਟਿਆ? ਕਹਿੰਦੇ ਨਹੀਂ ਮੈਂ ਨਹੀਂ ਸਿੱਟਿਆ। ਕਹਿੰਦਾ ਨਹੀਂ ਸਿੱਟਿਆ। ਕਹਿੰਦੇ ਨਹੀਂ ਮੈਂ ਨਹੀਂ ਸਿੱਟਿਆ। ਕਹਿੰਦਾ ਆਹ ਦੇਖੋ ਗੱਡੀ ਦਾ ਨੰਬਰ ਆ। ਉਹਨੇ ਪੁਲਿਸ ਨੂੰ ਕਾਲ ਕਰਨ ਲੱਗਿਆ ਤੇ ਮੈਂ ਸੈੱਟ ਦਾ ਮੈਂ ਮੂਵੀ ਬਣਾ ਲਈ ਆ, ਤੁਹਾਡੀ ਫੋਟੋ ਕਰ ਲਈ ਆ, ਹਨਾ, ਉਸੇ ਟਾਈਮ ਹੀ ਉਹ ਸੌਰੀ। ਤੇ ਉਹ ਕਹਿੰਦਾ ਵੀ ਤੁਸੀਂ ਹੁਣ ਇਹਦਾ ਕੀ ਹਰਜਾਨਾ ਦੇਣਾ ਵਾ? ਤੇ ਉਹ ਕਹਿੰਦੇ ਵੀ ਤੁਸੀਂ ਮੇਰੇ ਤੋਂ ਪੈਸੇ ਜਿੰਨੇ, ਉਹ ਕਹਿੰਦਾ ਮੈਂ ਥੋੜੀ ਪੈਸੇ ਲੈਣੇ ਆ, ਵੀ ਤੁਸੀਂ ਪੁਲਿਸ ਵਾਲਿਆਂ ਨੂੰ ਕਾਲ ਕਰਨੀ ਆ ਵੀ ਸੌਰੀ ਮੈਂ ਗਲਤੀ ਕਰੀ ਸੀਗੀ, ਮੈਂ ਉੱਥੇ ਲਿਫਾਫਾ ਸਿੱਟਿਆ ਸੀ ਤੇ ਤੁਸੀਂ ਕਹਿੰਦਾ ਉਹਨੂੰ ਜ਼ਰੂਰ ਕਾਲ ਕਰੋ, ਹਨਾ। ਜੇ ਆਪਣੇ ਇੰਡੀਆ ਕਹਿੰਦੇ ਆ ਉੱਥੇ ਕੇਲਿਆਂ ਦੀ ਛਿਲਕਾਂ ਖਾ ਕੇ ਬੈਠੇ ਬੈਠੇ ਖਾ ਕੇ ਸੜਕ ਤੇ ਮਾਰਦੇ ਆ। ਤੇ ਗੌਰਮੈਂਟ ਹੁਣ ਕੱਲੇ ਦੇ ਹੱਥ ਤਾਂ ਥੋੜੀ ਪਾਉਣ ਲੱਗੇ, ਨਾਲ ਆਪਣੀ ਗੌਰਮੈਂਟ ਇੱਥੇ ਜੇ ਕਰਦੀ ਹੈ ਤਾਂ ਨਾਲ ਪਬਲਿਕ ਵੀ ਡਰਦੀ ਆ, ਉਹ ਵੀ ਨਾਲ ਕਰਦੀ ਤਾਂ ਸਫਾਈ ਰਹਿੰਦੀ ਆ। ਜੀ ਜੀ ਜੀ, ਬਿਲਕੁਲ ਜੀ ਜੀ। ਹਾਂਜੀ, ਸਫਾਈ ਹੁਣ ਗੌਰਮੈਂਟ ਚ ਥੋੜੀ ਉੱਥੇ ਆਫਿਸ ਵਿੱਚ ਬੈਠਿਆ ਜਾਂ ਕੌਣ, ਉਹ ਥੋੜੀ ਕਰਦੇ ਨੇ, ਪਰ ਉਹ ਨਾਲ ਉਹਨਾਂ ਦੇ ਕਾਨੂੰਨ ਇਹੋ ਜਿਹੇ ਸਖਤ ਨੇ ਵੀ ਉਹ
ਪਬਲਿਕ ਵਧੀਆ ਸੰਭਲਦੀ ਆ, ਕਰਦੀ ਆ, ਫਿਰ ਤਾਂ ਹੀ ਜੀ ਸਫਾਈ ਰਹਿੰਦੀ ਆ। ਇਹ ਤੇ ਬਹੁਤ ਵਧੀਆ ਸਫਾਈ ਚੰਗੀ ਲੱਗਦੀ ਆ। ਬਾਕੀ ਕਾਨੂੰਨ ਇੱਥੇ ਬਹੁਤ ਚੰਗੇ ਨੇ। ਜੇ ਕੋਈ ਮੇਰੇ ਵਰਗੀ ਜਨਾਨੀ ਇਕੱਲੀ ਕਿਤੇ ਚਲੀ ਜਾਵੇ, ਗੁੰਮ ਜਾਵੇ, ਗੱਡੀਆਂ ਹੁਣ ਜਦ ਧੁੰਦ ਹੁੰਦੀ ਆ ਉਦੋਂ ਕਰਦੇ ਆ, ਤੇ ਉਹਨਾਂ ਨੇ ਪੁਲਿਸ ਨੂੰ ਫੋਨ ਕਰਿਆ ਵੀ ਅਸੀਂ ਗੁੰਮ ਗਈਆਂ, ਸਾਨੂੰ ਪਤਾ ਨਹੀਂ ਲੱਗਦਾ। ਜਦੇ ਆਈ ਪੁਲਿਸ, ਕਹਿੰਦੇ ਸਾਹ ਵਿੱਚ ਸਾਹ ਪੈ ਗਿਆ। ਮੈਂ ਕਿਹਾ ਜਦੋਂ ਇੰਡੀਆ ਆ ਜਾਂਦੀ ਆ ਫਿਰ ਤਾਂ ਸਾਹ ਉੱਡ ਜਾਂਦੇ ਹੁੰਦੇ ਆ ਵੀ ਬਸ ਹੁਣ ਕਿੱਥੇ ਰਹਿਣਾ। ਪੁਲਿਸ ਵਾਲੇ ਆ ਗਏ ਜੀ। ਥੈਂਕ ਯੂ ਜੀ। ਕੈਲੀਫੋਰਨੀਆ ਦੇ ਵਿੱਚ ਪ੍ਰਵੀਨ ਜਿਹੜਾ ਲਿਟਰਿੰਗ ਕਹਿੰਦੇ ਇਹਨੂੰ ਵੀ ਗੰਦ ਪਾਉਣਾ, $250 ਮਿਨੀਮਮ ਜੁਰਮਾਨਾ ਆ, $3000 ਤੱਕ ਜੁਰਮਾਨਾ ਇਸ ਦਾ ਜਿਹੜਾ ਉਹ ਹੁੰਦਾ ਆ। ਤੇ ਜੇ 24 ਘੰਟੇ ਤੁਸੀਂ ਕਲੀਨ ਅਪ ਨਹੀਂ ਕਰਦੇ, ਬਹੁਤ ਸਾਰੇ ਲੋਕ ਏਦਾਂ ਕਰਦੇ ਆ। ਹੁਣ ਉੱਥੇ ਆਪਾਂ ਕੁਛ ਖਾਧਾ ਚੱਕ ਕੇ ਬਾਹਰ, ਉਹ ਚੱਕ ਕੇ ਬਾਹਰ ਵੀ ਚੱਲ ਕੋਈ ਨਹੀਂ ਜੀ ਉਸ ਚੀਜ਼ ਲਈ। ਇੱਥੇ ਆਪਾਂ ਨੂੰ ਇਹ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਸਮਝਣੀਆਂ। ਇਹ ਮੁਲਕ ਚੰਗਾ ਸਿਰਫ ਕਾਨੂੰਨਾਂ ਕਰਕੇ ਨਹੀਂ ਆ, ਇਹ ਨਾਲ ਜਿਹੜੇ ਉਹ ਲੋਕਾਂ ਦੇ ਕਰਕੇ ਆ ਵੀ ਲੋਕ ਉਹ ਸਾਰੇ ਕਾਨੂੰਨਾਂ ਨੂੰ ਸਮਝਦੇ ਆ। ਓਬਵੀਅਸਲੀ ਸ਼ਦਾਈ ਮੂਰਖ ਬੰਦੇ ਹਰ ਥਾਂ ਦੇ ਉੱਤੇ ਤੁਹਾਨੂੰ ਲੱਭਣੇ ਆ, ਜਿਨ੍ਹਾਂ ਨੇ ਕਹਿਣਾ ਵੀ ਛੱਡ ਮੇਰੇ ਲਈ ਥੋੜ੍ਹੀ ਹੈ, ਇਹ ਤਾਂ ਦੂਜਿਆਂ ਦੇ ਲਈ ਹੈ, ਮੈਨੂੰ ਕੌਣ ਹੁੰਦੇ ਸਭ ਕੁਛ ਕਹਿਣ ਵਾਲੇ। ਪਰ ਇਹ ਆਮ ਲੋਕ ਜਦੋਂ ਇਹ ਚੀਜ਼ ਨੂੰ ਸਮਝਦੇ ਆ ਵੀ ਅਸੀਂ ਮੁਲਕ ਦੇ ਲਈ ਕੁਛ ਚੰਗਾ ਕਰੀਏ, ਕੁਛ ਬਿਹਤਰ ਕਰੀਏ, ਫਿਰ ਹੀ ਗੱਲਾਂ ਜਿਹੜੀਆਂ ਇਹ ਕੋਈ ਮੁਲਕ ਆ ਉਹ ਅੱਗੇ ਵੱਲ ਨੂੰ ਵੱਧ ਸਕਦਾ ਆ। ਅਗਲੇ ਕਾਲਰ ਲੈਣੇ ਆ, ਫਿਰ ਆਪਾਂ ਬ੍ਰੇਕ ਦਾ ਵੇਲਾ ਵੀ ਹੋ ਗਿਆ। ਫਿਰ ਬ੍ਰੇਕ ਵਾਲ ਰਾਜੀ ਸਾਹਿਬ ਆਪਣੇ ਉੱਥੇ ਜਿਹੜਾ ਇੱਕ ਥੋੜੀ ਜਿਹੀ ਬਿਮਾਰੀ ਹੋਰ ਵੀ ਹੈ ਵੀ ਹਰੇਕ ਬੰਦਾ ਮਾੜੇ ਜਿਹੇ ਉੱਤੇ ਬੈਠਾ ਰੱਬ ਹੀ ਬਣ ਜਾਂਦਾ। ਤੁਹਾਨੂੰ ਯਾਦ ਹੋਣਾ ਹਾਂਜੀ, ਇੱਕ ਪਿੰਡ ਦੇ ਵਿੱਚ ਬੂਟੇ ਲਾਤੇ ਮੁੰਡਿਆਂ ਨੇ, ਤੇ ਸਰਪੰਚ ਨੇ ਕਹਿੰਦੀ ਵੀ ਮੇਰੀ ਮਰਜ਼ੀ ਤੋਂ ਬਿਨਾਂ ਤੁਸੀਂ ਬੂਟੇ ਕਿਵੇਂ ਲਾਤੇ। ਉਹ ਫਿਰ ਤੁਹਾਨੂੰ ਪਤਾ ਵੀ ਆਪਣੇ ਲੋਕ ਥੋੜੇ ਜਿਹੇ ਸਟਾਇਰ ਦੇ ਵਿੱਚ ਜ਼ਿਆਦਾ ਮਾਹਰ ਹੈ। ਉਹ ਫਿਰ ਫੇਸਬੁੱਕ ਤੇ ਆਈਡੀਆਂ ਬਣ ਗਈਆਂ ਸੀ, ਬੂਟੇ ਪੱਟਣੀ ਸਰਪੰਚ ਨੇ। ਹਾਂਜੀ, ਸੋ ਆਪਣੇ ਅਗਲੇ ਕਾਲਰ ਨੇ ਜੀ ਰਣਜੀਤ ਕੌਰ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਆ, ਫਿਰ ਅੱਗੇ ਚੱਲਦੇ ਜੀ। ਸਤਿ ਸ਼੍ਰੀ ਅਕਾਲ ਰਣਜੀਤ ਜੀ, ਤੁਸੀਂ ਆਉਣੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਵਧਾਈਆਂ, ਧੰਨਵਾਦ। ਆਜ਼ਾਦੀ ਦਿੱਤੀਆਂ। ਚਲੋ ਅਮਰੀਕਾ ਨੇ ਸਾਡੇ ਵਰਗਿਆਂ ਨੂੰ ਵੀ ਬਹੁਤ ਸਾਂਭਿਆ, ਜਿਹੜਾ ਕਿ ਇੰਡੀਆ ਸਾਡੇ ਲਈ ਕੋਈ ਕੰਮ ਨਹੀਂ ਸੀ, ਕੋਈ ਕੁਛ ਨਹੀਂ ਸੀ ਹੁੰਦਾ ਹਨਾ। ਇੱਥੇ ਵੀ ਕੰਮ ਕਰਦੇ ਆ, ਬੜੇ ਆਸ ਨਾਲ ਰਹਿੰਦੇ ਆ, ਕਾਫੀ ਪੈਸੇ ਮਿਲਦੇ ਆ ਸਾਨੂੰ ਹਨਾ। ਤਾਂ ਨਹੀਂ ਤਾਂ ਉੱਥੇ ਤਾਂ ਜ਼ੀਰੋ ਹੀ ਹੁੰਦੇ ਆ, ਲੇਡੀਜ਼ ਖਾਸ ਕਰਕੇ ਹਨਾ। ਜੀ ਜੀ। ਫਿਰ ਹੁਣ ਇੱਥੇ ਵੀ ਹੈਗਾ ਆ, ਉੱਥੇ ਚਲੇ ਜਾਓ। ਹੁਣ ਜਾਂਦੇ ਅਸੀਂ ਹਰ ਸਾਲ, ਉੱਥੇ ਖੜੇ ਰਹਿੰਦੇ ਆ, ਕੋਈ ਰੋਕਦਾ ਨਹੀਂ ਵੀ ਤੁਸੀਂ ਲਾਈਨ ਕ੍ਰੋਸ ਕਰ ਲਓ, ਤੁਸੀਂ ਸੜਕ ਕ੍ਰੋਸ ਕਰ ਲਓ ਨਾ। ਖੜੇ ਰਹੋ, ਭਾਵੇਂ ਘੰਟੇ ਧੱਕਾ ਦੇ ਕੇ ਭਾਵੇਂ ਕਿਤੇ ਕਰੋ, ਤਾਂ ਡਰ ਲੱਗਦਾ ਹੁੰਦਾ। ਗੱਡੀ ਤੇ ਗੱਡੀ ਚੜੀ, ਮੋਟਰਸਾਈਕਲ ਸਕੂਟਰ ਚੜੇ ਹੋਏ ਆ, ਵੇਟ ਕਰੀਏ ਜੀ ਪਾਸੇ ਤੇ। ਇਹਨਾਂ ਵੇਖਦੇ ਹੀ ਨਹੀਂ ਵੀ ਕੋਈ ਖੜਾ ਆ, ਉਹਨੂੰ ਨਿਕਾਲ ਲਓ, ਟੇਕ ਓਵਰ ਕਰ ਜਾ। ਟੇਕ ਓਵਰ ਹੀ ਕਰਨਾ ਆ, ਹਰ ਵੇਲੇ ਟੇਕ ਓਵਰ ਕਰਨਾ ਹੈ ਨਾ। ਗੱਡੀ 'ਚ ਹੀ ਹੋਵੋ ਤਾਂ ਵੀ ਏਦਾਂ ਹੀ ਆ ਵੀ ਖੜੇ ਰਹੋ ਤੁਸੀਂ, ਅਸੀਂ ਲੰਘੀ ਜਾਂਦੇ ਹਾਂ, ਤੁਹਾਨੂੰ ਨਹੀਂ ਵਿੱਚ ਵੜਨ ਦੇਣਾ ਹਨਾ। ਬੜਾ ਮੁਸ਼ਕਲ ਆ ਉੱਥੇ। ਇੱਥੇ ਸਾਰੇ ਕਾਇਦੇ ਕਾਨੂੰਨ ਆ, ਅਸੀਂ ਖੜੇ ਹੋਈਏ ਰੋਡ ਤੇ, ਗੱਡੀਆਂ ਦੂਰੋਂ ਹੀ ਖੜੀਆਂ ਹੋ ਜਾਂਦੀਆਂ ਵੀ ਤੁਸੀਂ ਲੰਘ ਜਾਓ ਹਨਾ। ਹਾਂਜੀ, ਸਾਡੇ ਮੋਹਰੇ ਬੱਸ ਸਟਾਪ ਆ ਉਹਦਾ, ਇੱਥੇ ਥੋੜਾ ਜਿਹਾ ਉਹ ਹੈਗਾ। ਉੱਥੇ ਜਿਹੜੇ ਬੇਘਰੇ ਜੇ ਕਹਿ ਲਓ, ਜਾਂ ਜਿਹਨਾਂ ਨੂੰ ਸੋਝੀ ਨਹੀਂ ਹੈਗੀ, ਪੀ ਪੂ ਕੇ ਉੱਥੇ ਡੱਬੇ ਡੁੱਬੇ ਸਿੱਟ ਜਾਂਦੇ ਆ। ਉਹ ਗੰਦ ਪਿਆ ਰਹਿੰਦਾ ਸਾਡੇ ਡੋਰ ਦੇ ਮੂਹਰੇ ਹੀ ਆ ਉਹਦਾ ਬੱਸ ਸਟਾਪ, ਅਪੋਜਿਟ ਸਾਈਡ। ਹਾਂਜੀ, ਤੇ ਇੱਥੇ ਹੈਗਾ ਏਦਾਂ ਦਾ ਕੰਮ ਥੋੜਾ। ਇੰਡੀਆ ਦੇ ਤੇ ਸਾਡੀ ਗੱਲ ਤੋਂ ਹੈ ਤਾਂ ਸਾਡਾ ਮੁਲਕ ਆ, ਉੱਥੇ ਜੰਮੇ ਪਲੇ ਆ, ਪਰ ਕੋਈ ਕਾਇਦਾ ਕਾਨੂੰਨ ਨਹੀਂ ਹੈਗਾ ਉੱਥੇ। ਇੱਥੇ ਤਾਂ ਸਾਰੇ ਕਾਨੂੰਨ ਤੋਂ ਡਰਦੇ ਆ ਤੇ ਚਲੋ ਕਰਦੇ ਆ। ਚਲੋ ਬਹੁਤ ਬਹੁਤ ਤਰੱਕੀ ਹੋਵੇ ਇਸ ਗਵਰਨਮੈਂਟ ਦੀ, ਬਹੁਤ ਹੈਲਪਫੁਲ ਆ, ਸਾਰਿਆਂ ਨੇ ਬਹੁਤ ਸਹਾਇਤਾ ਕੀਤੀ ਆ ਨਾ ਜੀ। ਥੈਂਕ ਯੂ ਜੀ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਰਾਜ ਜੀ ਦੇਖੋ, ਇਹ ਆ ਵੀ ਸਿਸਟਮ ਲੋਕਾਂ ਨੇ, ਸਰਕਾਰਾਂ ਨੇ ਬਣਾਉਣਾ ਹੁੰਦਾ ਤੇ ਲੋਕਾਂ ਨੇ ਰਨ ਕਰਨਾ ਹੁੰਦਾ। ਸਿਸਟਮ ਇਹ ਨਹੀਂ ਗਾ ਕਿ 5 ਸ਼ਬਦ ਹੈ ਕਿ SYSTEM, ਇਦਾਂ ਦੀ ਨਹੀਂ ਕੋਈ ਚੀਜ਼ ਹੁੰਦੀ। ਸਿਸਟਮ ਉਹੀ ਹੈ ਜਿਹਨੂੰ ਲੋਕ ਫੋਲੋ ਕਰਨ ਤੇ ਸਰਕਾਰਾਂ ਨੂੰ ਚੰਗੇ ਤਰੀਕੇ ਨਾਲ ਜਿਹੜਾ ਅੱਗੇ ਚਲਾਉਣ। ਸਭ ਨੋ ਡਾਊਟ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਸਾਡੇ ਲੋਕਾਂ ਦੇ ਵਿੱਚ ਬਥੇਰੀਆਂ ਉਣਤਾਈਆਂ ਹੋਣਗੀਆਂ, ਪਰ ਲੋਕਾਂ ਨੂੰ ਐਜੂਕੇਟ, ਲੋਕਾਂ ਨੂੰ ਡਿਵੈਲਪ ਸਰਕਾਰਾਂ ਨੇ ਕਰਨਾ ਹੈ, ਲੋਕਾਂ ਨੂੰ ਡਿਵੈਲਪ ਪਾਲਿਸੀ ਮੇਕਰਸ ਨੇ ਕਰਨਾ, ਕਾਨੂੰਨ ਸਾਜ਼ਾਂ ਨੇ ਕਰਨਾ, ਕਾਨੂੰਨ ਘਾੜਿਆਂ ਨੇ ਕਰਨਾ। ਅਸੀਂ ਇੱਥੇ ਆ ਕੇ ਕਾਨੂੰਨ ਫੋਲੋ ਕਰਨ ਲੱਗ ਪੈਂਦੇ ਆ, ਉਹਨਾਂ ਚੀਜ਼ਾਂ ਨੂੰ ਵੇਖਦੇ ਆ, ਸਮਝਦੇ ਆ, ਉੱਥੇ ਕਿਉਂ ਨਹੀਂ ਕਰ ਸਕਦੇ? ਸੇਮ ਬੰਦੇ ਆ। ਸੋ ਇਹੀ ਚੀਜ਼ਾਂ ਨੇ, ਇਹਨਾਂ ਤੇ ਅੱਜ ਅਸੀਂ ਡਿਸਕਸ਼ਨ ਕਰ ਰਹੇ ਹਾਂ ਕਿ ਆਪਾਂ ਵੀ ਬਦਲੇ ਆ ਕੁਛ, ਪਰ ਨਿਰਾ ਪੂਰਾ ਕੋਈ ਜ਼ਿੰਮੇਵਾਰ ਨਹੀਂ ਹੈ। ਲੋਕ ਵੀ ਨਹੀਂ ਜ਼ਿੰਮੇਵਾਰ, ਲੋਕਾਂ ਨੂੰ ਡਿਵੈਲਪ ਕੀਤਾ ਹੀ ਨਹੀਂ ਗਿਆ, ਲੋਕਾਂ ਨੂੰ ਓਦਾਂ ਹੀ ਰੱਖਿਆ ਗਿਆ ਤਾਂ ਜੋ ਉਹ ਓਦਾਂ ਹੀ ਰਹਿਣ ਤੇ ਉੱਥੋਂ ਜਿਹੜੀ ਕਮਾਈ ਆ, ਵਸੀਲੇ ਆ, ਉਹਨਾਂ ਦੀ ਲੁੱਟ ਕਰਕੇ ਅਸੀਂ ਆਪਦੇ ਕਾਰਪੋਰੇਟ ਲੋਕਾਂ ਨੂੰ ਲੁਟਾਈ ਚੱਲੇ। ਇੱਕ ਕਾਲਰ ਕਹਿ ਕੇ ਗਏ ਸੀਗੇ ਨਾ ਵਾਤਾਵਰਣ ਦੇ ਲਈ ਬੜਾ ਆ। ਇੱਥੇ ਤਾਂ ਸਾਡੇ ਸਾਧੂ ਏਦਾਂ ਦੇ ਜਿਹੜੇ ਉੱਥੇ ਹੋਏ ਆ, ਜਿਹੜੇ 500 ਚ ਲੱਕੜ ਵੇਚ ਕੇ ਜਿਹੜੇ ਗੁਜ਼ਾਰਾ ਮਸਾਂ ਕਰਦੇ ਸੀਗੇ। ਇੱਕ ਇੱਥੇ ਦਾ ਸਾਧੂ ਹੋਇਆ ਆ, ਉਹ ਥੀਓਡਰ ਰੂਜ਼ਵੈਲਟ ਆ, ਅਮਰੀਕਾ ਦਾ ਰਾਸ਼ਟਰਪਤੀ ਰਿਹਾ ਆ।
ਉਹਨੂੰ ਜਿਹੜੇ ਇਦਾਂ ਦੇ ਕੁਦਰਤੀ ਸਰੋਤਾਂ ਨੂੰ ਬਚਾ ਕੇ ਸੰਭਾਲ ਕੇ ਰੱਖਣ ਵਾਲੇ ਦਾ ਤਗਮਾ ਪ੍ਰਾਪਤ ਆ। ਉਹ ਇੱਕ ਕੰਜ਼ਰਵੇਸ਼ਨਿਸਟ ਪ੍ਰੈਜ਼ੀਡੈਂਟ ਸੀਗਾ, ਜੌਨ ਮਿਊਰ, ਬਹੁਤ ਵੱਡਾ ਨਾਂ ਆ। ਜਿਹੜੇ ਨੈਸ਼ਨਲ ਪਾਰਕਾਂ 'ਚ ਆਪਾਂ ਘੁੰਮਣ ਜਾਂਦੇ ਨੇ, ਕੋਈ ਯੋਸੇਮਿਟੀ ਨੂੰ ਜਾਂਦਾ, ਕੋਈ ਕਿੰਨੇ ਜਾਂਦੇ, ਸੈਂਕੜਿਆਂ ਦੀ ਤਾਦਾਦ ਦੇ ਵਿੱਚ ਅਮਰੀਕਾ 'ਚ ਆ। ਇਹ ਨੀਂਹ ਪੱਥਰ ਸਾਡੇ ਉਸ ਰਾਸ਼ਟਰਪਤੀ ਨੇ, ਥੀਓਡੋਰ ਰੂਜ਼ਵੈਲਟ ਨੇ, ਉਸ ਟਾਈਮ ਦੇ ਉੱਤੇ ਅਮਰੀਕਾ ਦੇ ਨੇ ਜਿਹੜਾ ਉਹ ਰੱਖਿਆ ਸੀਗਾ ਵੀ ਇਹ ਥਾਵਾਂ ਕੁਦਰਤੀ ਢੰਗ ਦੇ ਨਾਲ ਹੀ ਜਿਹੜੀਆਂ ਉਹ ਰਹਿਣਗੀਆਂ। ਇੱਥੇ ਆਹ ਚੀਜ਼ਾਂ ਜਿਹੜੀਆਂ ਉਹ ਨਹੀਂ ਕੀਤੀਆਂ ਜਾ ਸਕਦੀਆਂ ਤੇ ਉਹਨਾਂ ਦੀ ਜਿਹੜੀ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਜਿਹੜਾ ਉਹ ਰੱਖਿਆ। ਸੋ ਇੱਥੇ ਏਦਾਂ ਦੇ ਵੀ ਲੋਕ ਜਿਹੜੇ ਉਹ ਰਹੇ ਆ, ਨਹੀਂ ਤਾਂ ਲੱਕੜ ਵਿਚਾਰੇ ਵੇਚ ਕੇ ਕੱਟਣ ਵਾਲੇ ਸਾਧੂ ਵੀ ਆਪਾਂ ਬਹੁਤ ਜਿਹੜੇ ਆ ਉੱਥੇ ਦੇਖ ਹਟੇ ਆਪਣੇ ਰੀਸੈਂਟਲੀ। ਬਿਲਕੁਲ, ਫਿਰ ਤੁਸੀਂ ਆਖੋਗੇ ਸਟੈਰ ਵਾਲੀ ਗੱਲ ਫੇਰ ਆ ਜਾਣੀ ਹੈ। ਸਾਧੂ ਨੇ ਲੱਕੜ ਵੇਚਤੀ ਪਰ ਹੁਣ ਸੰਗਤ ਭੱਜੀ ਫਿਰਦੀ ਹੈ ਹਨਾ। ਸੋ ਇਹ ਚੀਜ਼ ਆ, ਏਦਾਂ ਆ ਜੀ। ਆਪਾਂ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ ਤੇ ਪ੍ਰੋਗਰਾਮ ਨੂੰ ਸਮਾਪਤੀ ਵੱਲ ਨੂੰ ਜਿਹੜਾ ਉਹ ਲੈ ਕੇ ਜਾਵਾਂਗੇ। ਅੱਜ 1 ਘੰਟਾ ਐਕਸਟਰਾ ਲਾ ਰਹੇ ਆ ਤੇ ਪਰ ਜਿੱਦਾਂ ਕਿਹਾ ਵੀ 4th of July ਦੇ ਪਟਾਕੇ ਆ, ਫਿਰ ਟ੍ਰੈਫਿਕ ਜ਼ਿਆਦਾ ਹੋ ਜਾਂਦੀ ਆ, ਫਾਇਰ ਵਰਕਸ ਜਿਹੜੇ ਹੋਣੇ ਉਹਦੇ ਉੱਤੇ ਵੀ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ। ਪਰ ਬ੍ਰੇਕ ਤੋਂ ਬਾਅਦ ਏਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਜ਼ਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਜ਼ਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ।
ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਸਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਸਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM. ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਾਡੇ ਨਾਲ ਜੁੜੇ ਹੋਏ ਨੇ ਰਾਜ ਕਰਮਵੀਰ ਸਿੰਘ ਜੀ, ਉਹਨਾਂ ਨੂੰ ਵੀ ਜੋੜਦੇ ਆ ਨਾਲ, ਤੇ ਉਸ ਤੋਂ ਬਾਅਦ ਕੁਝ ਕਾਲਰਸ ਨੇ ਸਾਡੇ ਨਾਲ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਾਂਗੇ। ਰਾਜ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ। ਧੰਨਵਾਦ ਪ੍ਰਵੀਨ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਨੂੰ ਵੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਤੇ ਬਿਲਕੁਲ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ, ਅਖੀਰਲੇ ਹਿੱਸੇ ਦੇ ਵਿੱਚ, ਜੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਅਮਰੀਕਾ ਦੇ ਆਜ਼ਾਦੀ ਦਿਹਾੜੇ ਨੂੰ ਲੈ ਕੇ, ਕੀ ਚੰਗਾ ਲੱਗਦਾ ਹੈ ਤੁਹਾਨੂੰ ਇੱਥੇ, ਕਿਹੜੀਆਂ ਚੀਜ਼ਾਂ ਜਿਹੜੀਆਂ, ਕਿਹੜੀਆਂ ਸਹੂਲਤਾਂ ਦੇ ਤੁਸੀਂ ਕਾਇਲ ਹੋ, ਇਹ ਵੀ ਜਿਹੜਾ ਉਹ ਤੁਸੀਂ ਦੱਸ ਸਕਦੇ ਹੋ, ਜਾਂ ਤੁਸੀਂ ਚਾਹੁੰਦੇ ਹੋ ਵੀ ਆਹ ਚੀਜ਼ਾਂ ਦੇ ਵਿੱਚ ਸੁਧਾਰ ਹੋਵੇ, ਤਾਂ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਵਿਚਾਰ ਸਾਂਝੇ ਕਰ ਸਕਦੇ ਆ 408 272 5200 ਤੇ ਕਾਲ ਕਰਕੇ। ਜੀ ਪ੍ਰੋਫੈਸਰ। ਅੱਜ ਬਿਲਕੁਲ ਰਾਜ ਜੀ ਸਾਡੇ ਨਾਲ ਜੁੜੇ ਹੋਏ ਨੇ ਹਰਮਿੰਦਰ ਸਿੰਘ ਜੀ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ, ਉਸ ਤੋਂ ਬਾਅਦ ਫਿਰ ਅੱਗੇ ਚਰਚਾ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਮੈਂ ਗੱਲ ਕਰਨੀ ਸੀ ਵੀ ਇੰਡੀਆ ਦੀ ਪੜ੍ਹਾਈ ਜਾਂ ਇੱਥੋਂ ਦੀ ਪੜ੍ਹਾਈ ਦਾ ਕੀ ਫਰਕ ਆ, ਕਿਉਂਕਿ ਮੈਂ ਦੋਨੇ ਹੀ ਕੀਤੀਆਂ ਹੋਈਆਂ। ਉੱਥੇ ਵੀ ਮੈਨੂੰ, ਤੇ ਇੱਥੇ ਆ ਕੇ ਜਿਹੜਾ ਮੈਨੂੰ ਪਤਾ ਲੱਗਿਆ ਨਾ, ਇੱਥੇ ਆ ਕੇ ਜਿਹੜਾ ਬੰਦਾ ਜ਼ਿਆਦਾ ਤਰੱਕੀ ਕਿਉਂ ਕਰਦੇ ਆ, ਕਿਉਂਕਿ ਇੱਥੋਂ ਦੀ ਪੜ੍ਹਾਈ ਦਾ ਸਕੈਜੂਲ ਜਾਂ ਉਹਦਾ ਮਤਲਬ ਜਿਹੜਾ ਹੁੰਦਾ ਕਰਿਕੂਲਮ, ਉਹ ਬੜਾ ਅੱਛਾ ਹੁੰਦਾ। ਤੇ ਬਾਕੀ ਉੱਥੇ ਕਾਉਂਸਲਿੰਗ ਹੈ ਨਹੀਂ ਕਿ ਸਕੂਲਾਂ ਕਾਲਜਾਂ 'ਚ, ਇੱਥੇ ਆਪਣੇ ਕਾਉਂਸਲਿੰਗ ਬਹੁਤ ਆ। ਹੁਣ ਤਾਂ ਪਤਾ ਨਹੀਂ, ਸ਼ਾਇਦ ਹੋਵੇ, ਕਿਉਂਕਿ ਮੈਂ ਤਾਂ 79 'ਚ ਇੱਧਰ ਆ ਗਿਆ ਸੀ। ਜੀ ਜੀ। ਤੇ ਫਿਰ ਐਨਵਾਇਰਨਮੈਂਟਲ ਦੀ ਗੱਲ ਹੋਈ ਸੀ, ਤੇ ਉੱਥੇ ਇੰਡੀਆ 'ਚ GT ਰੋਡ ਵਾਈਡ ਕੀਤਾ ਸੀ, ਵੱਡਾ ਕੀਤਾ ਸੀ, ਦਿੱਲੀ ਤੋਂ ਲੈ ਕੇ ਪੰਜਾਬ ਤੱਕ। ਤੇ ਉੱਥੇ ਜਿੰਨੇ ਪੁਰਾਣੇ ਦਰਖਤ ਸੀਗੇ ਨਾ, ਪਿੱਪਲ, ਬੋਹੜ, ਸਾਰੇ ਵੱਢਤੇ ਸੀ ਜੀ। ਤੇ ਫਿਰ ਮੈਂ ਇੱਥੇ ਆ ਕੇ ਇੱਥੇ ਕੈਲਟਰੈਂਸ ਲਈ ਕੰਮ ਕਰਦੇ ਰਿਹਾ। ਸਾਡੇ ਇੱਕ ਡਿਪਾਰਟਮੈਂਟ ਹੀ ਬਣੀ ਹੋਈ ਹੈ ਜਿਹੜੀ ਐਨਵਾਇਰਨਮੈਂਟਲ ਡਿਪਾਰਟਮੈਂਟ ਆ। ਉਹਨੇ ਸਿਰਫ ਇਹੀ ਦੱਸਣਾ ਹੋਣਾ ਵੀ ਕਿਹੜੀ ਚੀਜ਼ ਤੁਸੀਂ ਜਦੋਂ ਕੰਸਟਰਕਸ਼ਨ ਕਰਨੀ ਹੈ, ਕਿਹੜੀ ਚੀਜ਼ ਨੂੰ ਬਚਾਉਣਾ, ਕਿਹੜੇ ਟਰੀਆਂ ਨੂੰ ਬਚਾਉਣਾ, ਕਿਹੜੇ ਜਾਨਵਰਾਂ ਨੂੰ ਬਚਾਉਣਾ ਜੀ। ਤੇ ਘੋਗੇ, ਸਿੱਕੀਆਂ, ਜਿਹੜਾ ਕੁਛ ਵੀ ਸੜਕ ਦੇ ਉੱਤੇ ਆਉਂਦਾ, ਉਹਨਾਂ ਨੂੰ ਰੀਹੈਬ ਕਰਨਾ, ਉਹਨਾਂ ਨੂੰ ਕਿਤੇ ਉਰੇ ਪਰੇ ਸੁਰੱਖਿਅਤ ਪਰੇ ਕਰ ਦਿਓ, ਜਾਣੀ ਤਾਂ ਕਿ ਉਹ ਬਚੇ ਰਹਿਣ, ਉਹ ਸਪੀਸੀ ਖਤਮ ਨਾ ਹੋਵੇ, ਉਹ ਜਾਨਵਰ ਖਤਮ ਨਾ ਹੋਣ। ਤੇ ਦਰਖਤ ਵੀ ਆਪਣੇ ਵੈਲੀ ਓਕਸ ਵਗੈਰਾ ਜਿੱਥੇ ਹੈਗੇ ਆ, ਉਹਨਾਂ ਨੂੰ ਬਚਾਉਣਾ ਪੈਂਦਾ। ਸੜਕ ਤਾਂ ਪਰੇ ਹੋ ਸਕਦੀ ਆ, ਪਰ ਉਹਨਾਂ ਨੂੰ ਵੱਢਿਆ ਨਹੀਂ ਜਾ ਸਕਦਾ ਕਈ ਵਾਰੀ। ਜੀ ਜੀ, ਇੰਨਾ ਫਰਕ ਆ। ਹਾਂਜੀ, ਤੇ ਇੱਥੇ ਆਪਣੇ EPA ਬਣੀ ਹੋਈ ਹੈ, ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਬਣੀ ਹੋਈ ਆ, ਕਿ ਇਹ ਰੂਲਸ ਰੈਗੂਲੇਸ਼ਨਸ ਬਣਾਉਂਦੀ ਆ। ਤੇ ਬਾਕੀ ਜਦੋਂ ਧੂੰਆਂ ਵਗੈਰਾ ਖੇਤਾਂ 'ਚ ਬਾਲਦੇ ਆ ਤੇ ਸਾਨੂੰ ਪਰਮਿਟ ਲੈਣਾ ਪੈਂਦਾ ਜੀ। ਤੇ ਪਰਮਿਟ ਕਿਉਂ ਲੈਣਾ ਪੈਂਦਾ, ਕਿਉਂਕਿ ਸਾਨੂੰ ਉਹ ਫਿਰ ਰੂਲਸ ਦੱਸਦੇ ਆ ਕਿਹੜੇ ਦਿਨ ਕਦੋਂ ਜਲਣਾ ਤੇ ਕਿਹੜੀ ਹਵਾ ਕਿੱਧਰ ਨੂੰ ਵਗੇ। ਸੈਕਰਾਮੈਂਟੋ ਨੂੰ ਹਵਾ ਜਾਂਦੀ ਹੈ, ਤੁਸੀਂ ਨਹੀਂ ਬਾਲ ਸਕਦੇ। ਤੇ ਉਹ ਅਨਾਊਂਸ ਵੀ ਕਰਦੇ ਆ ਵੀ ਅੱਜ ਬਰਨ ਡੇ ਹੈਗਾ ਕਿ ਨਹੀਂ ਹੈਗਾ, ਤੇ ਉਹ ਤੁਹਾਨੂੰ ਫੋਨ ਨੰਬਰ ਦਿੰਦੇ ਆ, ਤੁਸੀਂ ਉਹਨੂੰ ਸੁਣ ਕੇ ਫੇਰ ਹੀ ਅੱਗ ਲਾ ਸਕਦੇ ਹੋ ਖੇਤਾਂ 'ਚ। ਜੀ ਜੀ, ਬਹੁਤ ਬਹੁਤ ਧੰਨਵਾਦ। ਇਹ ਜਿਹੀਆਂ ਗੱਲਾਂ
ਇਹੋ ਜਿਹੇ ਕਾਨੂੰਨ। ਥੈਂਕ ਯੂ ਜੀ ਜੀ। ਜੀ ਜੀ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਦੱਸਿਆ। ਲੋਕਾਂ ਦੀ ਦੇਖੋ ਪ੍ਰਵੀਨ ਵੀ ਬਿਹਤਰੀ ਦੇ ਲਈ ਇੱਥੋਂ ਤੱਕ ਵੀ ਧੂਆ ਤੁਹਾਨੂੰ ਤੰਗ ਨਾ ਕਰੇ, ਧੂਆਂ ਵੀ, ਤੇ ਉਹ ਸਾਰੀਆਂ ਚੀਜ਼ਾਂ ਨੂੰ ਛੋਟੀ ਤੋਂ ਛੋਟੀ ਚੀਜ਼ ਨੂੰ ਦੇਖਦੇ ਆ। ਪਬਲਿਕ ਹੈਲਥ, ਲੋਕਾਂ ਦੀ ਹੈਲਥ, ਲੋਕਾਂ ਦਾ ਫਾਇਦਾ ਜੇ ਇਸ ਮੁਲਕ ਵਿੱਚ ਸਭ ਤੋਂ ਉੱਤੇ ਜਿਹੜਾ ਉਹ ਰੱਖਿਆ ਜਾਂਦਾ ਹੋਵੇ ਤਾਂ ਉਹ ਅਮੂਮਨ ਉਹ ਮੁਲਕਾਂ ਨੇ ਜਿਹੜਾ ਉਹ ਚੰਗੀ ਤਰੱਕੀ ਕਰਨੀ ਹੁੰਦੀ ਆ। ਉਹ ਲੋਕ ਉੱਥੇ ਰਹਿ ਕੇ ਵੀ ਖੁਸ਼ ਹੁੰਦੇ ਆ, ਉੱਥੇ ਪਹੁੰਚ ਕੇ ਵੀ ਖੁਸ਼ ਹੁੰਦੇ ਆ, ਤੇ ਉਹਨਾਂ ਨੂੰ ਪਤਾ ਹੈ ਵੀ ਸਾਡੇ ਲਈ ਦਿੱਕਤਾਂ ਔਕੜਾਂ ਨਹੀਂ ਆ, ਕਿਤੇ ਨਾ ਕਿਤੇ ਰਾਹ ਜਿਹੜੇ ਆ ਉਹ ਸੋਹਣੇ ਪੱਧਰੇ ਜਿਹੜੇ ਉਹ ਬਣਾ ਕੇ ਰੱਖੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਹੀ ਲੋਕ ਇਸ ਮੁਲਕ ਦੇ ਵਿੱਚ ਆਉਣਾ ਪਸੰਦ ਕਰਦੇ ਆ। ਇੱਥੋਂ ਦੀਆਂ ਫਰੀਡਮਸ, ਇੱਥੋਂ ਦੀਆਂ ਲਿਬਰਟੀਜ਼, ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਜਿਹੜੀਆਂ ਆਜ਼ਾਦੀਆਂ ਨੇ, ਇਹ ਜਿਹੜੀਆਂ ਫਰੀਡਮਸ ਨੇ, ਇਹ ਬਰਕਰਾਰ ਰਹਿਣ। ਇਸ ਦੀ ਜੱਦੋਜਹਿਦ, ਲੜਾਈਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਆ। ਕੋਈ ਪੋਲੀਟੀਸ਼ੀਅਨ ਆ ਕੇ ਕਹਿੰਦੇ ਆ ਵੀ ਅਸੀਂ ਵੱਧ ਕਾਨੂੰਨ ਲੈ ਕੇ ਆਉਣੇ, ਇੱਥੇ ਆਹ ਵੀ ਰੈਗੂਲੇਸ਼ਨ ਵੀ ਕਰਨੀ, ਉਹ ਵੀ ਕਰਨੀ ਆ। ਦੂਜੇ ਪਾਸੋਂ ਆਖਦੇ ਆ ਵੀ ਨਹੀਂ, ਆਹ ਚੀਜ਼ ਜਿਹੜੀ ਉਹ ਨਹੀਂ ਹੋ ਸਕਦੀ। ਫਿਰ ਉਹ ਮਸਲੇ ਕਈ ਵਾਰੀ ਅਦਾਲਤਾਂ ਦੇ ਵਿੱਚ ਜਾ ਕੇ ਨਜਿੱਠੇ ਜਾਂਦੇ ਆ ਵੀ ਆਹ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ, ਕਾਨੂੰਨ ਕੀ ਆਖਦਾ ਆ, ਕੀ ਇਸ ਦਾ ਦਾਇਰਾ ਆ, ਕੀ ਸਾਰਾ ਕੁਛ ਆ। ਸੋ ਇੱਥੇ ਰੂਲ ਜਿਹੜਾ ਲਾਅ ਦਾ, ਕੌਨਸਟੀਟਿਊਸ਼ਨ, ਸੰਵਿਧਾਨ ਸਰਵਉੱਚ ਰੱਖ ਕੇ ਜਿਹੜਾ ਉਹ ਚੱਲਿਆ ਜਾਂਦਾ ਆ, ਜਿਹਦੇ ਕਰਕੇ ਲੋਕ ਇੱਥੇ ਇਹ ਮਿਲੀਆਂ ਜਿਹੜੀਆਂ ਆਜ਼ਾਦੀਆਂ ਦਾ ਅਸਲ 'ਚ ਆਨੰਦ ਮਾਣ ਰਹੇ ਆ। ਹੁਣ ਸਿੰਗਾਪੁਰ ਵਰਗੇ ਮੁਲਕ ਦੇ ਵਿੱਚ ਤੁਸੀਂ ਤੇ ਬਬਲ ਗਮ ਵੀ ਚਿਊ ਨਹੀਂ ਕਰ ਸਕਦੇ, ਚਿਊਇੰਗ ਗਮ ਨਹੀਂ ਜਿਹੜੀ ਉਹ ਕਰ ਸਕਦੇ, ਹਨਾ ਵੀ ਇੱਥੇ ਤੁਹਾਨੂੰ ਸੋਚਣਾ ਹੀ ਨਹੀਂ ਪੈਂਦਾ। ਬਹੁਤ ਸਾਰੇ ਮੁਲਕ ਨੇ, ਬਹੁਤ ਸਾਰੇ ਥਾਂ ਨੇ, ਉੱਥੇ ਹੈਡ ਗੀਅਰ ਨੂੰ ਲੈ ਕੇ ਵਾਲ ਕੱਟ ਸਕਦੇ, ਕਿੱਦਾਂ ਨਹੀਂ ਕੱਟ ਸਕਦੇ, ਕੀ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ ਆ। ਬਹੁਤ ਸਾਰੀਆਂ ਅਜਿਹੀਆਂ ਆਜ਼ਾਦੀਆਂ ਜਿਹੜੀਆਂ ਆਪਾਂ ਨੂੰ ਪਤਾ ਹੀ ਨਹੀਂ ਹੈ, ਕਦੀ ਆਪਾਂ ਟੇਕ ਕੇਅਰ ਹੀ ਨਹੀਂ, ਜਿਹੜੇ ਸੋਚਦੇ ਨਹੀਂ ਆ, ਪਰ ਉਹ ਹੈਗੀਆਂ ਆ। ਇੱਕ ਹੀ ਅਮਰੀਕਾ ਦਾ ਰਾਸ਼ਟਰਪਤੀ ਹੋਇਆ। ਮੈਂ ਕੁਝ ਦਿਲਚਸਪ ਫੈਕਟ ਜਿਹੜੇ ਆ ਉਹ ਆਪਣੇ ਸਰੋਤਿਆਂ ਨਾਲ ਸਾਂਝੇ ਜਿਹੜਾ ਉਹ ਕਰਦਾ ਜਾਵਾਂ। ਤੀਜਾ ਜਿਹੜਾ ਰਾਸ਼ਟਰਪਤੀ ਸੀ, ਜਿਹੜੇ ਜੈਫਰਸਨ, ਪ੍ਰੈਜ਼ੀਡੈਂਟ ਜੈਫਰਸਨ, ਉਹ 1801 ਤੋਂ 1809 ਤੱਕ ਰਾਸ਼ਟਰਪਤੀ ਰਹੇ, ਤੇ ਉਹਨਾਂ ਦੀ ਮੌਤ ਜਿਹੜੀ ਉਹ 4 ਜੁਲਾਈ ਨੂੰ ਹੋਈ ਸੀਗੀ 1826 ਨੂੰ। ਤੇ ਇੱਕ ਰਾਸ਼ਟਰਪਤੀ, 30ਵਾਂ ਰਾਸ਼ਟਰਪਤੀ ਕੈਲਵਿਨ ਕੂਲਜ, ਉਹਨਾਂ ਦਾ ਜਨਮ ਜਿਹੜਾ 4 ਜੁਲਾਈ ਨੂੰ 1872 ਨੂੰ ਜਿਹੜਾ ਉਹ ਹੋਇਆ ਸੀ। ਇਸ ਤੋਂ ਇਲਾਵਾ 2 ਹੋਰ ਰਾਸ਼ਟਰਪਤੀ ਨੇ, ਜੌਨ ਐਡਮਸ ਤੇ ਜੇਮਸ ਮਨਰੋ, ਇਹ ਵੀ 4 ਜੁਲਾਈ ਨੂੰ ਇਹਨਾਂ ਦਾ ਜਿਹੜਾ ਉਹ ਮੌਤ ਜਿਹੜੀ ਉਹ ਹੋਈ ਸੀਗੀ। ਸੋ ਇੱਕ ਟਾਈਮ ਦੇ ਉੱਤੇ ਅਮਰੀਕਾ ਦੇ ਫਲੈਗ ਦੇ ਵਿੱਚ ਤਾਰੇ ਘੱਟ ਸੀਗੇ, ਜਿਉਂ-ਜਿਉਂ ਸਟੇਟਸ ਵੱਧਦੀਆਂ ਗਈਆਂ ਤੇ ਹੁਣ 50 ਤਾਰੇ ਜਿਹੜੇ ਆ ਉਹ ਹੁੰਦੇ ਆ, ਤੇ 13 ਜਿਹੜੀਆਂ ਸਟ੍ਰਾਈਪਸ ਨੇ ਉਹ ਸਿਗਨੀਫਾਈ ਕਰਦੀਆਂ ਵੀ 13 ਓਰੀਜਨਲ ਕਾਲੋਨੀਜ਼ ਸੀਗੀਆਂ ਜਦੋਂ ਇਹਨਾਂ ਨੇ ਆਜ਼ਾਦੀ ਲਈ ਸੀ, ਤੇ ਹੁਣ ਮੌਜੂਦਾ ਤੌਰ ਦੇ ਉੱਤੇ 50 ਜਿਹੜੀਆਂ ਆ ਉਹ ਸਟੇਟਸ ਜਿਹੜੀਆਂ ਉਹ ਹੈਗੀਆਂ ਨੇ। ਸੋ 1801 ਦੇ ਵਿੱਚ, 1776 ਨੂੰ ਆਜ਼ਾਦੀ ਮਿਲੀ। ਵਾਈਟ ਹਾਊਸ ਦੇ ਵਿੱਚ ਪਹਿਲੀ ਵਾਰੀ ਆਜ਼ਾਦੀ ਦਿਨ ਜਿਹੜਾ ਸੈਲੀਬ੍ਰੇਟ ਆ ਉਹ 1801 ਸਨ ਦੇ ਵਿੱਚ ਉਹ ਕੀਤਾ ਗਿਆ ਸੀਗਾ। ਸੋ ਜਦੋਂ ਪਹਿਲੀ ਵਾਰੀ ਕਹਿੰਦੇ ਆਜ਼ਾਦੀ ਦਾ ਦਿਨ ਮਨਾਇਆ ਗਿਆ ਸੀ, ਉਦੋਂ ਮਹਿਜ 2.5 ਮਿਲੀਅਨ ਲੋਕ ਸੀਗੇ, ਤੇ ਅੱਜ 350 ਮਿਲੀਅਨ ਲੋਕ ਇਸ ਆਜ਼ਾਦੀ ਦਾ ਦਿਨ ਨੂੰ ਜਿਹੜਾ ਉਹ ਮਨਾ ਰਹੇ ਆ। ਸੋ ਫਾਇਰ ਵਰਕਸ, ਆਤਿਸ਼ਬਾਜ਼ੀ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਸ਼ੁਰੂ ਤੋਂ ਹੀ ਇਸ ਨੂੰ ਸੈਲੀਬ੍ਰੇਟ ਕਰਨ ਦਾ ਜਿਹੜਾ ਉਹ ਹਿੱਸਾ ਰਿਹਾ ਆ। ਅੱਜ ਵੀ ਰਾਤ ਨੂੰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਪ੍ਰਵੀਨ ਇਹਨਾਂ ਨੇ ਆਤਿਸ਼ਬਾਜ਼ੀਆਂ ਜਿਹੜੀਆਂ ਉਹ ਕਰਨੀਆਂ ਆ। ਬਾਕੀ ਜਿਹੜੇ ਕਾਉਂਟੀਜ਼ ਦੇ ਵਿੱਚ, ਜਿਹੜੇ ਸ਼ਹਿਰਾਂ ਦੇ ਵਿੱਚ ਆਤਿਸ਼ਬਾਜ਼ੀ ਅਲਾਉਡ ਆ, ਉਹੀ ਆਪੋ ਆਪਣੇ ਘਰਾਂ ਦੇ ਵਿੱਚ ਕਰਿਓ। ਬਾਕੀ ਜਿਹੜਾ ਉਹ ਪਰਹੇਜ਼ ਕਰਿਓ। ਬਾਕੀ ਦੇਖ ਲਿਓ, ਕੋਈ ਟੀਵੀ ਤੇ ਦੇਖ ਲੈਂਦਾ ਹੈ ਤੇ ਕੋਈ ਬਾਹਰ ਨਿਕਲ ਕੇ ਅਸਮਾਨ ਦੇ ਵਿੱਚ ਤੱਕ ਲਿਓ, ਆਲੇ ਦੁਆਲੇ ਤੁਹਾਨੂੰ ਆਤਿਸ਼ਬਾਜ਼ੀਆਂ ਜਿਹੜੀਆਂ ਉਹ ਦਿਖ ਜਾਣਗੀਆਂ। ਤੇ ਬਹੁਤ ਧਿਆਨ ਦੇ ਨਾਲ ਰਹਿਣਾ ਆ, ਜਿਹਨੂੰ ਆਪਾਂ ਕਹਿੰਦੇ ਰਿਸਪੌਂਸਿਬਲੀ ਜਿਹੜਾ ਇੰਜੋਏ ਕਰਨਾ, ਜਿਹੜਾ ਇੱਕ ਸ਼ਬਦ ਵਰਤਿਆ ਜਾਂਦਾ ਇੱਥੇ, ਵੀ ਉਸ ਚੀਜ਼ ਨੂੰ ਜਿਹੜਾ ਜ਼ਰੂਰ ਰੱਖ ਕੇ ਜਿਹੜਾ ਉਹ ਤੁਸੀਂ ਚੱਲੋ। ਤੇ ਆਪਣੇ ਨਾਲ ਬਲਵਿੰਦਰ ਕੌਰ ਖਾਲਸਾ ਜੀ ਜੁੜੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ, ਰਾਜਕਰਨ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਤੁਸੀਂ ਮੈਨੂੰ ਪਹਿਲਾਂ ਘਰ ਵੜਨ ਜੋਗਿਆ ਕਰਤਾ ਵੀ ਤੂੰ ਅਰਲੀ ਚੱਲ ਜਾ ਜੀ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੁਹਾਨੂੰ ਦੋਹਾਂ ਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇੰਡੀਪੈਂਡੈਂਟ ਡੇ ਦੀਆਂ। ਜੀ ਥੈਂਕ ਯੂ ਜੀ, ਤੁਹਾਨੂੰ ਵੀ ਜੀ। ਅਮਰੀਕਾ ਦੀ ਆਜ਼ਾਦੀ ਤੇ ਬਾਕੀ ਆਪਾਂ ਕੰਪੇਅਰ ਨਹੀਂ ਕਰਦੇ, ਇੰਡੀਆ ਨਾਲ ਆਪਾਂ ਕਰ ਹੀ ਨਹੀਂ ਸਕਦੇ ਇਹਨੂੰ। ਜੀ ਆਪਾਂ ਤਾਂ ਹੀ ਇੱਥੇ ਰਹਿੰਦੇ ਆ। 100 ਸਾਲ ਤੋਂ ਉੱਤੇ ਹੋ ਗਿਆ, ਕੋਈ ਵਾਪਸ ਨਹੀਂ ਗਿਆ।
ਕਿ ਆਪਾਂ ਨੂੰ ਇੱਥੇ ਲੱਗਦਾ ਕਿ ਸਾਡਾ ਜੀਵਨ ਠੀਕ ਆ, ਸਾਨੂੰ ਤੁਸੀਂ ਜਿੱਦਾਂ ਕਿਹਾ ਸੀ ਸੁਪਨਿਆਂ ਦੀ ਧਰਤੀ ਆ, ਇਹ ਆਪਣੇ ਸੁਪਨੇ ਪੂਰੇ ਕਰ ਸਕਦੇ ਆ, ਕੀਤੇ ਆ, ਲੋਕਾਂ ਨੇ ਵੀ ਕੀਤੇ ਆ, ਅਸੀਂ ਵੀ ਕੀਤੇ ਆ। ਬਿਲਕੁਲ। ਸੋ ਜਿਹੜੇ ਹੁਣ ਆਉਂਦੇ ਆ, ਹੁਣ ਲੈ ਕੇ ਸੁਪਨੇ ਆਉਂਦੇ ਆ, ਅਸੀਂ ਆਸ ਕਰਦੇ ਕਿ ਉਹਨਾਂ ਦੇ ਵੀ ਸੁਪਨੇ ਪੂਰੇ ਹੋਣ, ਉਹ ਵੀ ਕੋਸ਼ਿਸ਼ ਕਰਨ ਉਹਨਾਂ ਦੇ ਸੁਪਨੇ ਪੂਰੇ ਹੋਣ। ਜੀ ਬਿਲਕੁਲ, ਬਿਲਕੁਲ ਹੋਣੀ ਚਾਹੀਦੀ। ਕਿਉਂਕਿ ਇੱਥੇ ਪੂਰੀ ਜੋ ਅਸੀਂ ਦੇਖਦੇ ਆ ਪੂਰਨ ਤੌਰ ਤੇ ਆਜ਼ਾਦੀ ਆ, ਅਸੀਂ ਇੱਕ ਚੀਜ਼ ਵੀ ਕੰਪੇਅਰ ਉੱਥੇ ਨਹੀਂ ਕਰ ਸਕਦੇ। ਇੱਕ ਗੀਤ ਦੇ ਪਿੱਛੇ ਨਹੀਂ ਜਾਣਾ ਕਿ ਉਹ ਦੇਸ਼ ਨਹੀਂ ਭੰਡੀਦਾ, ਭੰਡਦੇ ਨਹੀਂ, ਕੰਪੇਅਰ ਕਰਦੇ ਲੋਕ, ਕੰਪੇਅਰ ਕਰਦੇ ਆ ਸਾਰੀਆਂ ਚੀਜ਼ਾਂ ਨੂੰ ਕਿ ਅਸੀਂ ਕਿਉਂ ਇੱਥੇ ਰਹਿੰਦੇ ਆ, ਕਿਉਂ ਨਹੀਂ ਅਸੀਂ ਵਾਪਸ ਜਾਂਦੇ। ਜਦੋਂ ਕੋਈ ਵੀ ਆਉਂਦਾ ਉੱਥੋਂ ਨਿਕਲਦਾ ਨਾ, ਇਹੀ ਹੁੰਦਾ ਮੈਂ ਪੈਸੇ ਕਮਾ ਕੇ ਵਾਪਸ ਆ ਜਾਣਾ। ਜੀ ਜੀ ਬਿਲਕੁਲ। ਪੈਸੇ ਕਮਾਉਂਦਾ ਇੱਥੇ ਰਹਿ ਜਾਂਦਾ, ਕਿਉਂਕਿ ਉਹਨੂੰ ਐਂ ਲੱਗਦਾ ਵਾਪਸ ਜਾ ਕੇ ਵੀ ਉਹ ਚੀਜ਼ ਨਹੀਂ ਹੈਗੀ, ਮੈਨੂੰ ਉਹ ਨਹੀਂ ਮਿਲਦੀ, ਮੈਨੂੰ ਪੂਰਨ ਆਜ਼ਾਦੀ ਆ ਇੱਥੇ। ਜੀ ਸੋ ਇਹੀ ਬਹੁਤ ਸਾਰੇ ਇਹੀ ਕਾਰਨ ਹੈਗੇ ਆ। ਹਰੇਕ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਆ, ਕੁਛ ਨਾ ਕੁਛ ਚੰਗਾ ਹੁੰਦਾ, ਕੁਛ ਨਾ ਕੁਛ ਹੁੰਦਾ ਆ, ਪਰ ਬੋਲਣ ਦੀ ਆਜ਼ਾਦੀ ਆ ਨਾ ਜਿਹੜੀ ਸਾਨੂੰ ਇੱਥੇ। ਇਸ ਕਰਕੇ ਅੱਜ ਆਪਾਂ ਰੇਡੀਓ ਤੋਂ ਬੋਲ ਰਹੇ ਆ, ਇਸ ਕਰਕੇ ਰੇਡੀਓ ਚੱਲਦਾ ਆ। ਜੋ ਤੁਹਾਡੇ ਵਿਚਾਰ ਆਉਂਦੇ ਆ, ਤੁਸੀਂ ਆਜ਼ਾਦੀ ਦੇ ਨਾਲ ਆਪਣੇ ਵਿਚਾਰ ਦੇ ਸਕਦੇ ਆ। ਕੋਈ ਤੁਹਾਡੀ ਆਵਾਜ਼ ਬੰਦ ਕਰਨ ਵਾਲਾ ਨਹੀਂ ਕਿ ਤੁਹਾਨੂੰ ਰਾਈਟ ਵੇ ਤੁਹਾਨੂੰ ਬੰਦ ਕਰ ਦਿੱਤਾ ਜਾਵੇ। ਸੋ ਇਸ ਕਰਕੇ ਅਸੀਂ ਉੱਥੇ ਨਾਲ ਕੁਛ ਵੀ ਕੰਪੇਅਰ ਨਹੀਂ ਕਰਦੇ, ਨਾ ਕਰ ਸਕਦੇ ਆ। ਜੀ ਜੀ। ਸੋ ਜਿਸ ਵੀ ਦੇਸ਼ ਦੇ ਵਿੱਚ ਆਪਣੇ ਪੰਜਾਬੀ ਭੈਣਾਂ ਭਰਾ ਰਹਿੰਦੇ ਆ, ਉਹ ਦੇਸ਼ ਨੂੰ ਆਪਣਾ ਦੇਸ਼ ਸਮਝੋ, ਉਹਨੂੰ ਪਿਆਰ ਕਰੋ, ਉਹਦੇ ਰੂਲਸ ਰੈਗੂਲੇਸ਼ਨ ਆ ਜਿਹੜੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ। ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਤੁਹਾਨੂੰ ਦੋਹਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਤੁਹਾਨੂੰ ਵੀ ਬਹੁਤ ਬਹੁਤ ਜੀ, ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਬਿਲਕੁਲ ਬਿਲਕੁਲ ਰਾਜ ਜੀ, ਮੈਂ ਇੱਕ ਚੀਜ਼ ਇੱਥੇ ਐਡ ਆਨ ਕਰਨੀ ਚਾਹੁੰਦਾ, ਉਹ ਇਹ ਹੈ ਕਿ ਠੀਕ ਹੈ, ਦੋ ਵਿਵਸਥਾਵਾਂ ਦਾ ਕੰਪੈਰੀਜ਼ਨ ਨਹੀਂ ਕਰ ਸਕਦੇ ਆਪਾਂ, ਪਰ ਆਪਾਂ ਉੱਥੇ ਕਿਉਂ ਕਰ ਰਹੇ ਹਾਂ, ਉਹਦਾ ਇੱਕ ਰੀਜ਼ਨ ਆ ਬਹੁਤ ਵੱਡਾ ਕਿ ਉੱਥੋਂ ਦੀ ਵਿਵਸਥਾ ਨੇ ਸਾਨੂੰ ਮਜਬੂਰ ਕੀਤਾ ਕਿ ਬਈ ਤੁਸੀਂ 7 ਸਮੁੰਦਰ ਪਾਰ ਜਾ ਕੇ ਆਪਦੀ ਰੋਜ਼ੀ ਰੋਟੀ ਕਮਾਓ। ਸਾਨੂੰ ਉੱਥੇ ਲੱਗਿਆ, ਸਾਨੂੰ ਕੁਛ ਲੱਗਿਆ ਕਿ ਯਾਰ ਜਦੋਂ ਅਸੀਂ ਸਿਸਟਮ ਪੜ੍ਹੇ ਵਰਲਡ ਦੇ ਕਿ ਯਾਰ ਇੱਥੇ ਆ ਰੂਲ ਪੜ੍ਹੇ, ਇਮੀਗ੍ਰੇਸ਼ਨ ਪੜ੍ਹੀਆਂ, ਤਾਂ ਪਤਾ ਲੱਗਿਆ ਕਿ ਯਾਰ ਇਹ ਚੀਜ਼ਾਂ ਐਂ ਹੋ ਸਕਦੀਆਂ। ਜੇ ਕਿਸੇ ਨੂੰ ਸ਼ੱਕ ਹੈ ਕਿ ਬਈ ਇਹ ਚੀਜ਼ਾਂ ਨਹੀਂ ਹੋ ਸਕਦੀਆਂ, ਤਾਂ ਮੇਰੀ ਉਹਨੂੰ ਬੇਨਤੀ ਹੈ 12 ਅਪ੍ਰੈਲ 1801 ਤੋਂ ਲੈ ਕੇ 30 ਮਾਰਚ 1849 ਤੱਕ ਦਾ ਖਾਲਸਾ ਰਾਜ ਪੜ੍ਹ ਕੇ ਦੇਖਿਓ। ਬਰਾਬਰਤਾ ਕੀ ਹੁੰਦੀ ਹੈ ਜੀ, ਐਜੂਕੇਸ਼ਨ ਕਿਵੇਂ ਦਿੱਤੀ ਜਾਂਦੀ ਹੈ, ਕਿਵੇਂ ਲਾਹੌਰ, ਮੁਲਤਾਨ, ਪੇਸ਼ਾਵਰ, ਜੰਮੂ ਕਸ਼ਮੀਰ ਇਕੱਠੇ ਰੱਖੇ ਜਾਂਦੇ ਆ, ਕਿਵੇਂ ਨਮਾਜ਼ਾਂ ਦੀ ਆਵਾਜ਼ ਤੋਂ ਲੋਕ ਅੱਕਦੇ ਨਹੀਂ ਸਨ। ਬਹੁਤ ਸੋਹਣੀ ਇੱਕ ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ, ਇੱਥੇ ਮੈਂ ਲੰਘੇ ਦੀ ਨਹੀਂ ਪੜ੍ਹੀ ਰਾਜ ਜੀ। ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਸੀਗਾ ਨਾ, ਤੇ ਜਿਵੇਂ ਅੱਜ ਨਹੀਂ ਹਿੰਦੁਸਤਾਨ ਦੇ ਵਿੱਚ ਕੁਝ ਲੋਕਾਂ ਨੂੰ ਸਪੀਕਰਾਂ ਖਾਸ ਕਰਕੇ ਨਮਾਜ਼ ਦੀ ਆਵਾਜ਼ ਪਰੇਸ਼ਾਨ ਕਰਦੀ, ਉਦੋਂ ਵੀ ਸੀਗੇ 18ਵੀਂ 19ਵੀਂ ਸਦੀ ਦੇ ਵਿੱਚ ਲੋਕ, ਤੇ ਉਹ ਮਹਾਰਾਜਾ ਸਾਹਿਬ ਕੋਲੇ ਚਲੇ ਗਏ। ਉਹ ਕਹਿੰਦੇ ਵੀ ਸਾਨੂੰ ਆਵਾਜ਼ ਤੰਗ ਕਰਦੀ ਹੈ ਜੀ, ਜਿਹੜੀ ਆਉਂਦੀ ਹੈ ਸਪੀਕਰ ਦੀ ਕਹਿ ਲਓ ਜਾਂ ਕੁਛ ਹੋਰ ਸਾਧਨ ਹੋਣਾ ਉਦੋਂ ਉੱਚੀ ਆਵਾਜ਼ ਦਾ, ਲਾਊਡ ਦਾ, ਹਨਾ। ਤਾਂ ਉਹ ਕਹਿੰਦੇ ਕਿ ਠੀਕ ਹੈ ਜੀ, ਮਹਾਰਾਜ ਸਾਹਿਬ ਕਹਿੰਦੇ ਮਹਾਰਾਜ ਧਰਮ ਸੰਕਟ ਦੇ ਵਿੱਚ ਫਸ ਗਏ ਕਿ ਯਾਰ ਮੈਂ ਤਾਂ ਮਤਲਬ ਆਪਾਂ ਤਾਂ ਸਾਰਿਆਂ ਨੂੰ ਇੱਕੋ ਜਿਹਾ ਰੱਖਣਾ ਵਾ, ਆਪਾਂ ਲੋਕਾਂ ਨੂੰ ਕਹਿਣੇ ਨਹੀਂ ਗੇ ਕਿ ਆਹ ਵੱਧ ਤੇ ਆਹ ਘੱਟ ਹੈ, ਇਹਦਾ ਹੁਣ ਹੱਲ ਕੀ ਕਰੀਏ। ਉਹ ਮੁਸਲਿਮ ਭਾਈਚਾਰੇ ਦੀ ਸੀਗੀ ਨਮਾਜ਼, ਤੇ ਦਿੱਕਤ ਕੁਝ ਹਿੰਦੂਆਂ ਨੂੰ ਹੋ ਗਈ ਹੋਣੀ ਹੈ ਜਾਂ ਕੁਝ ਸਿੱਖਾਂ ਨੂੰ ਹੋ ਗਈ ਹੋਣੀ ਹੈ। ਤਾਂ ਉਹ ਕਹਿੰਦੇ ਵੀ ਠੀਕ ਹੈ, ਇਹਦਾ ਕੋਈ ਹੱਲ ਕਰਦੇ ਹਾਂ ਆਪਾਂ। ਹੱਲ ਇਹ ਹੈ ਵੀ ਜਿੰਨੇ ਦਿਨ ਇਹਨਾਂ ਨੇ ਕੋਈ ਅਜ਼ਾਨ ਦੇਣੀ ਹੈ, ਕੋਈ ਨਮਾਜ਼ ਦੇਣੀ ਹੈ, ਤੇ ਉਹ ਅਨਾਊਂਸਮੈਂਟ ਤਾਂ ਕਰਦੇ ਵੀ ਦੂਰ ਦੁਰਾਡੇ ਜਿਹੜੇ ਲੋਕ ਖੇਤਾਂ ਦੇ ਵਿੱਚ ਜਾਂ ਹੋਰ ਇਲਾਕਿਆਂ ਦੇ ਵਿੱਚ ਪਿੰਡ ਤੋਂ ਬਾਹਰ ਰਹਿੰਦੇ, ਤਾਂ ਉਹਨਾਂ ਤੱਕ ਪਹੁੰਚ ਸਕੇ। ਤੁਸੀਂ ਇਹ ਕਰਿਓ ਵੀ ਜਿਸ ਦਿਨ ਇਹਨਾਂ ਨੇ ਆਵਾਜ਼ ਦੇਣੀ ਹੋਈ, ਤੇ ਤੁਸੀਂ ਆਪ ਜਾ ਕੇ ਉਹਨਾਂ ਨੂੰ ਉਹਦੀ ਜਿਹੜੀ ਹੈ ਇਨਫੋਰਮੇਸ਼ਨ, ਉਹਨਾਂ ਦੇ ਨਾਲ ਜਾਣਕਾਰੀ ਸਾਂਝੀ ਕਰ ਦਿਓ ਕਿ ਭਾਈ ਅੱਜ ਮਸਜਿਦ ਦੇ ਵਿੱਚ ਆਹ ਹੋਣਾ ਆ, ਇੰਨੇ ਵਜੇ ਤੁਹਾਡਾ ਤਿਉਹਾਰ ਆ, ਆਹ ਦਿਨ ਵਾਰ ਆ, ਸ਼ੁਰੂ ਹੋਣਾ। ਉਹ ਕਹਿੰਦੇ ਠੀਕ ਹੈ, ਉਹਨਾਂ ਨੇ 5-7 ਵਾਰੀ ਕੀਤਾ। ਉਹ ਕਹਿੰਦੇ ਇਹ ਤਾਂ ਕੰਮ ਹੀ ਬੜਾ ਔਖਾ ਹੈ ਵੀ ਇਸ ਤਰੀਕੇ ਨਾਲ, ਤੇ ਜੇ ਆਪਾਂ ਕਰਾਂਗੇ ਆਪਣਾ ਆਪ ਦਾ ਸਮਾਂ ਬੜਾ ਲੱਗ ਜਾਣਾ। ਤਾਂ ਉਹ ਕਹਿੰਦੇ ਮਹਾਰਾਜੇ ਕੋਲੇ ਫੇਰ ਗਏ, ਉਹ ਫਰਿਆਦ ਲੈ ਕੇ ਦਰਬਾਰ ਲੱਗਿਆ, ਤੇ ਮਹਾਰਾਜ ਸਾਹਿਬ ਬੈਠੇ ਸੀਗੇ। ਉਹ ਕਹਿੰਦੇ ਵੀ ਹਾਂਜੀ ਤੁਸੀਂ ਦੱਸੋ ਜਦੋਂ ਵਾਰੀ। ਤੇ ਉਹ ਕਹਿੰਦੇ ਜੀ ਮਹਾਰਾਜ ਸਾਹਿਬ ਅਸੀਂ ਕਹਿਣੇ ਵੀ ਜਿਹੜਾ ਤੁਸੀਂ ਉਹ ਅਸੀਂ ਆਵਾਜ਼ ਦੀ ਇੱਕ ਇਤਰਾਜ਼ ਲੈ ਕੇ ਆਏ ਸੀ ਆਪਦਾ, ਤੇ ਅਸੀਂ ਉਹ ਇਤਰਾਜ਼ ਵਾਪਸ ਲੈਣੇ ਆ ਵੀ ਇਹਨਾਂ ਨੂੰ, ਇਸ ਭਾਈਚਾਰੇ ਨੂੰ, ਇਸ ਸ਼ਹਿਰ ਨੂੰ ਜਾਂ ਇਹਨਾਂ ਲੋਕਾਂ ਨੂੰ ਆਪਦੀ ਮਾਨਤਾ ਵੀ ਜਿਵੇਂ ਆਪਦੀਆਂ ਧਾਰਮਿਕ ਰਸਮਾਂ ਰਿਵਾਜਾਂ ਕਰਦੇ ਆ, ਆਪਦਾ ਇਕੱਠ ਕਰਦੇ ਆ, ਉਵੇਂ ਹੁੰਦੇ ਰਹੇ। ਸੋ ਇਹ ਸੀ ਬਰਾਬਰਤਾ। ਤੇ ਕੰਪੈਰੀਜ਼ਨ ਅਸੀਂ ਅਫਗਾਨਿਸਤਾਨ ਨਾਲ ਥੋੜ੍ਹਾ ਕਰ ਰਹੇ ਹਾਂ, ਪਾਕਿਸਤਾਨ ਨਾਲ ਥੋੜ੍ਹਾ ਕਰ ਰਹੇ ਹਾਂ, ਚਾਈਨਾ ਨਾਲ ਥੋੜ੍ਹਾ ਕਰ ਰਹੇ ਹਾਂ। ਅਸੀਂ ਉਸ ਸਿਸਟਮ ਨਾਲ ਕਰ ਰਹੇ ਹਾਂ ਜਿੱਥੋਂ ਅਸੀਂ ਉੱਠ ਕੇ ਆਏ ਹਾਂ, ਤੇ ਜਿੱਥੇ ਕੁਛ ਲੋਕ ਮਜਬੂਰੀਆਂ ਮਾਰੇ ਵੀ ਉੱਠ ਕੇ ਆਏ ਨੇ। ਜੀ ਰਾਜ। ਜੀ ਜੀ ਜੀ। ਸੋ ਇੱਥੇ ਜਿਹੜਾ ਜੀ ਹੁਣ ਸਮਾਪਤੀ ਕਰਦੇ ਹਾਂ। ਬਾਕੀ ਸਾਰੇ ਜਣੇ ਇੰਜੋਏ ਕਰੋ, ਫਨ ਵੀ ਕਰੋ। ਹੁਣ ਦੇਖੋ ਅੱਜ ਦੇ ਮੌਕੇ
ਅਮਰੀਕਾ ਇਹ ਨਹੀਂ ਕਹਿ ਰਿਹਾ ਵੀ ਆਓ ਬੰਦੂਕ ਫੜ ਕੇ ਤੇ ਬਾਰਡਰ ਦੀ ਸੁਰੱਖਿਆ ਦੇ ਲਈ ਜਿਹੜਾ ਉਹ ਆਓ। ਖੁਸ਼ਹਾਲ ਨੇ, ਸਮਾਂ ਠੀਕ ਆ, ਕਈ ਥਾਵਾਂ ਦੇ ਉੱਤੇ ਮਾੜਾ ਵੀ ਆ, ਨੋ ਡਾਊਟ, ਪਰ ਇਦਾਂ ਦੀ ਨੌਬਤ ਜਿਹੜੀ ਉਹ ਨਹੀਂ ਆਣ ਪਈ। ਨੋ ਡਾਊਟ ਇਦਾਂ ਦੀਆਂ ਗੱਲਾਂ, ਇਦਾਂ ਦੇ ਤਿਉਹਾਰ, ਸੇਲ, ਡੀਲਸ ਇਹਦੇ ਮੁਹਤਾਜ ਜਿਹੜੇ ਉਹ ਬਣ ਕੇ ਰਹਿ ਗਏ ਹੈਗੇ। ਕਮਰਸ਼ੀਅਲਾਈਜ਼ ਇਸ ਹਿਸਾਬ ਦੇ ਨਾਲ ਹੋ ਗਿਆ। ਬਾਕੀ ਜਿੰਨੇ ਦੇਖੋ ਡਾਲਰ ਕਮਾਉਣੇ ਆ, ਉਹਨਾਂ ਕੰਪਨੀਆਂ ਨੇ ਇਹ ਸਾਰਾ ਕੁਛ ਕਰਨਾ ਹੀ ਕਰਨਾ ਆ। ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਆ। ਆਪਾਂ ਨੂੰ ਫਿਰ ਉਹਨਾਂ ਦੀ ਵੀ ਹੈ, ਉਹਨਾਂ ਦੀ ਵੀ ਆਜ਼ਾਦੀ ਆ। ਸੋ ਇਹੀ ਆਜ਼ਾਦੀ ਆ। ਸੋ ਪਰ ਇਹ ਆ ਵੀ ਆਪਾਂ ਉਸ ਚੀਜ਼ ਨੂੰ ਸਮਝੀਏ, ਕਿੱਦਾਂ ਆਜ਼ਾਦੀ ਮਿਲੀ, ਕਿਵੇਂ ਮਿਲੀ, ਕਿਉਂ ਮਿਲੀ, ਤੇ ਆਪਾਂ ਜੋ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਹ ਕਿੱਦਾਂ ਬਰਕਰਾਰ ਰੱਖੀ ਜਾ ਸਕਦੀ ਆ। ਸੋ ਉਹਦੇ ਤੇ ਵੀ ਆਪਾਂ ਨੂੰ ਨਾਲ ਦੇ ਨਾਲ ਚਿੰਤਨ ਮੰਥਨ ਜਿਹੜਾ ਉਹ ਕਰਦੇ ਰਹਿਣ ਦੀ ਜ਼ਰੂਰਤ ਰਹਿੰਦੀ ਆ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ, ਤੇ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ, ਸਾਰੇ ਸੁਣਨ ਵਾਲਿਆਂ, ਦੇਖਣ ਵਾਲਿਆਂ ਨੂੰ ਬਹੁਤ ਪਿਆਰ, ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA।